है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ तेरी माँ क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। वसे रसे कर बार तेरा, जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है ओ, दुनिया सारी भी सोनी है, पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपनत जई कोई बसदी है। तेरी गोदी दे विच बहंदियां ही दुनिया दी चिंता नसदी है। तेरी गोदी दे विच बहंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब, ऐ पंजाब, है पंजाब। हाँ जी, ਅੱਜ ਅਸੀਂ ਆਪਣਾ ਇਹ ਪ੍ਰੋਗਰਾਮ ਪੰਜਾਬ ਦਰਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਹਰਪਾਲ ਸਿੰਘ ਚੰਡੀਗੜ੍ਹ ਤੋਂ, ਪ੍ਰੋਫੈਸਰ ਆਈ ਡੀ ਗੌੜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਆਰੰਭ ਕਰਦੇ ਹਾਂ। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਦਰਸ਼ਨ ਦੇ ਪਿਆਰੇ ਸਤਿਕਾਰੇ ਦੋਸਤਾਂ ਦਾ ਬਹੁਤ ਨਿੱਘਾ ਸਵਾਗਤ ਹੈ। ਅੱਜ ਦੀ ਮਹਾਨ ਹਸਤੀ ਪਟਿਆਲੇ ਦਾ ਜੰਪਲ, ਰੰਗਮੰਚ ਦਾ ਧੁਰੰਦਰ, ਪੰਜਾਬੀ ਸਾਹਿਤ ਜਗਤ ਦੀ ਮਾਇਆਨਾਜ਼ ਹਸਤੀ ਬਲਵੰਤ ਗਾਰਗੀ ਜੀ ਦਾ ਅਦੁੱਤੀ ਅਤੇ ਪਿਆਰਾ ਸ਼ਾਗਿਰਦ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਦੇ ਪ੍ਰੋਫੈਸਰ ਐਮੈਰੀਟਸ ਡਾਕਟਰ ਮਹਿੰਦਰ ਕੁਮਾਰ, ਜਿਨ੍ਹਾਂ ਦੇ ਨਾਲ ਅਸੀਂ ਜਿਨ੍ਹਾਂ ਦੇ ਸਨਮੁਖ ਹੋਣ ਜਾ ਰਹੇ ਹਾਂ। ਮੇਰੇ ਲਈ ਡਾਕਟਰ ਮਹਿੰਦਰ ਦੀ ਪਹਿਚਾਣ, ਜਾਣ ਪਹਿਚਾਣ ਉਹਨਾਂ ਦੀਆਂ ਪ੍ਰਾਪਤ ਕੀਤੀਆਂ ਡਿਗਰੀਆਂ ਨਹੀਂ, ਬਲਕਿ ਇਹ ਸੱਚਾਈ ਹੈ ਕਿ ਉਹ ਭਲੇ ਵੇਲੇ ਰੰਗਮੰਚ ਦੇ ਨਾਲ ਵਿਆਹੇ ਗਏ ਅਤੇ ਅੱਜ ਤੱਕ ਵਿਆਹੇ ਹੋਏ ਆ। ਉਹਨਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਕੰਸਰਨ, ਪ੍ਰਮੁੱਖ ਕੰਸਰਨ ਉਹ ਰੰਗਮੰਚ ਹੈ। ਅਤੇ ਉਹ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਕਿਤੇ ਦੇਖਿਆ ਜਾਂ ਸੁਣਿਆ, ਉਹ ਆਪਣੇ ਰੰਗਮੰਚੀ ਅੰਦਾਜ਼ ਵਿੱਚ ਹੀ ਬੋਲਦੇ ਆ, ਬੈਠਦੇ ਆ, ਤੁਰਦੇ ਆ, ਗੱਲਾਂ ਕਰਦੇ ਆ ਅਤੇ ਨਜ਼ਰ ਆਉਂਦੇ ਆ। ਮੈਂ ਅੱਜ ਦਾ ਜਿਵੇਂ ਸਾਡੀ ਇੱਕ ਰਵਾਇਤ ਹੈ ਵੀ ਅਸੀਂ ਹਰ ਵਿਖਿਆਨ ਕਿਸੇ ਹਸਤੀ ਨੂੰ ਡੈਡੀਕੇਟ ਕਰਦੇ ਹਾਂ। ਅਸੀਂ ਅੱਜ ਡਾਕਟਰ ਮਹਿੰਦਰ ਜੀ ਦਾ
ਇਹ ਵਿਖਿਆਨ ਉਹਨਾਂ ਦੇ ਗੁਰੂਦੇਵ ਬਲਵੰਤ ਗਾਰਗੀ ਜੀ ਨੂੰ ਡੈਡੀਕੇਟ ਕਰ ਰਹੇ ਹਾਂ। ਅਤੇ ਸਾਨੂੰ ਇਸ ਗੱਲ ਦਾ ਬੜਾ ਚਾਅ ਵੀ ਹੈ ਅਤੇ ਇਸ ਗੱਲ ਦਾ ਮਾਣ ਵੀ ਹੈ ਕਿ ਬਲਵੰਤ ਗਾਰਗੀ ਨੂੰ ਅਸੀਂ ਕਿਤਾਬਾਂ ਵਿੱਚ ਪੜ੍ਹਿਆ, ਉਹਨਾਂ ਦੇ ਲਿਖੇ ਰੇਖਾ ਚਿੱਤਰ ਪੜ੍ਹੇ, ਨਾਟਕ ਪੜ੍ਹੇ, ਉਹਨਾਂ ਦੀਆਂ ਕੁਝ ਇੰਟਰਵਿਊਜ਼ ਪੜ੍ਹੀਆਂ, ਉਹਨਾਂ ਦੇ ਪਲੇਅ ਦੇਖੇ, ਉਹਨਾਂ ਦੇ ਸੀਰੀਅਲ ਦੇਖੇ, ਉਹਨਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਅਲੱਗ-ਅਲੱਗ ਵਿਦਵਾਨਾਂ ਕੋਲੋਂ। ਪਰ ਮੇਰੀ ਖਾਸ ਤੌਰ ਦੇ ਉੱਤੇ ਸਾਡੀ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਅਤੇ ਸਾਡੇ ਬਹੁਤ ਸਾਰੇ ਸਰੋਤੇ ਉਹ ਅਜਿਹੇ ਆ ਜਿਨ੍ਹਾਂ ਨੇ ਬਲਵੰਤ ਗਾਰਗੀ ਦੇ ਦਰਸ਼ਨ ਨਹੀਂ ਕੀਤੇ। ਅਤੇ ਅੱਜ ਅਸੀਂ ਡਾਕਟਰ ਮਹਿੰਦਰ ਕੁਮਾਰ ਜੀ ਦੇ ਰਾਹੀਂ ਬਲਵੰਤ ਗਾਰਗੀ ਜੀ ਦੇ ਵੀ ਦਰਸ਼ਨ ਕਰਾਂਗੇ, ਕਿਉਂਕਿ ਡਾਕਟਰ ਮਹਿੰਦਰ ਬਲਵੰਤ ਗਾਰਗੀ ਦੇ ਬਹੁਤ ਹੀ ਪਿਆਰੇ ਅਤੇ ਤਰਾਸ਼ੇ ਹੋਏ ਵਿਦਿਆਰਥੀ ਰਹੇ ਆ। ਅਤੇ ਪੰਜਾਬ ਯੂਨੀਵਰਸਿਟੀ ਵਿੱਚ ਜਦੋਂ ਤੱਕ ਗਾਰਗੀ ਜੀ ਨੇ ਕੰਮ ਕੀਤਾ, ਉਹਨਾਂ ਦੇ ਨਾਲ ਜੁੜ ਕੇ ਡਾਕਟਰ ਸਾਹਿਬ ਨੇ ਹਰ ਪ੍ਰੋਡਕਸ਼ਨ ਦੇ ਵਿੱਚ, ਹਰ ਕੰਮ ਦੇ ਵਿੱਚ ਉਹਨਾਂ ਦਾ ਪੂਰਨ ਸਾਥ ਦਿੱਤਾ। ਅਤੇ ਉਹਨਾਂ ਦੀ ਇਹ ਬਹੁਤ ਵੱਡੀ ਕਮਾਈ ਆ, ਜਿਸ ਕਮਾਈ ਨੂੰ ਮੈਂ ਪ੍ਰਣਾਮ ਕਰਦਾ, ਸਿਰ ਝੁਕਾਉਂਦਾ। ਮੈਂ ਨਿੱਜੀ ਤੌਰ 'ਤੇ 1984 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਗਿਆ ਸੀਗਾ ਅਤੇ 3 ਨੰਬਰ ਹੋਸਟਲ ਵਿੱਚ ਮੈਨੂੰ ਕਮਰਾ ਮਿਲਿਆ। ਅਤੇ ਮੈਨੂੰ ਨਾਟਕ ਮੈਂ ਪੜ੍ਹੇ ਸੀਗੇ ਪਰ ਦੇਖੇ ਨਹੀਂ ਸੀਗੇ ਉਸ ਵੇਲੇ ਤੱਕ। ਅਤੇ ਮੈਂ ਅਕਸਰ ਦੇਖਦਾ ਸੀਗਾ ਵੀ ਉਹਦੇ ਇੱਕ ਪਾਸੇ ਜਿਹੜਾ ਇੰਡੀਅਨ ਥੀਏਟਰ ਡਿਪਾਰਟਮੈਂਟ ਹੈ, ਉਹਦੇ ਵਿੱਚ ਸ਼ਾਮ ਦੇ ਵੇਲੇ ਗੱਡੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਮੈਂ ਦੇਖਿਆ ਜਾ ਕੇ ਵੀ ਉੱਥੇ ਵੀ ਪਤਾ ਲੱਗਿਆ ਵੀ ਥੀਏਟਰ ਡਿਪਾਰਟਮੈਂਟ ਹੈ, ਉੱਥੇ ਅਕਸਰ ਰਿਹਰਸਲਾਂ ਹੁੰਦੀਆਂ ਨਾਟਕਾਂ ਦੀਆਂ। ਅਤੇ ਮੈਂ ਉਹਨਾਂ ਦਿਨਾਂ ਵਿੱਚ ਦੁਪਹਿਰ ਨੂੰ, ਸ਼ਾਮ ਨੂੰ ਅਕਸਰ ਆਪਣੇ ਦੋਸਤਾਂ ਦੇ ਨਾਲ ਨਾਟਕਾਂ ਦੀਆਂ ਰਿਹਰਸਲਾਂ ਦੇਖੀਆਂ। ਬਹੁਤ ਵੱਡੇ ਵੱਡੇ ਨਿਰਦੇਸ਼ਕ ਉਹਨਾਂ ਦੇ ਦਰਸ਼ਨ ਕੀਤੇ ਅਤੇ ਉੱਥੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਨਾਟਕ ਪੜ੍ਹਦੇ ਸੀਗੇ ਥੀਏਟਰ ਡਿਪਾਰਟਮੈਂਟ ਵਿੱਚ, ਉਹਨਾਂ ਨਾਲ ਮੇਲ ਮਿਲਾਪ ਹੋਇਆ। ਅਤੇ ਮੈਂ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਉੱਥੇ ਪਲੇਅ ਦੇਖੇ, ਮੈਂ 7-8 ਸਾਲ ਯੂਨੀਵਰਸਿਟੀ ਵਿੱਚ ਰਿਹਾ, ਜਿਵੇਂ ਅੱਗ ਦੇ ਕਲੀਰੇ, ਆਗਰਾ ਬਾਜ਼ਾਰ, ਸ਼ਕੁੰਤਲਾ ਕੀ ਅੰਗੂਠੀ, ਰਾਮਪੁਰ ਕੀ ਔਰਤ ਭਲੀ ਰਾਮ ਕਲੀ, ਇਹ ਪਲੇਅ ਦੇਖੇ। ਅਤੇ ਮੈਂ ਉਹ ਤੋਂ ਬਾਅਦ ਇੱਥੇ ਫਗਵਾੜੇ ਆ ਗਿਆ। ਅਤੇ ਫਿਰ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ, ਜਿਨ੍ਹਾਂ ਦਾ ਮੈਂ ਨਾਂ ਲਿਆ, ਪ੍ਰੋਫੈਸਰ ਹਰਪਾਲ ਸਿੰਘ, ਜਿਹੜੇ ਚੰਡੀਗੜ੍ਹ ਰਹਿੰਦੇ ਆ, ਉਹ ਜਦੋਂ ਵੀ ਕਿਤੇ ਇੰਡੀਅਨ ਥੀਏਟਰ ਵਿੱਚ ਕੋਈ ਖਾਸ ਤੌਰ 'ਤੇ ਡਿਪਾਰਟਮੈਂਟ ਦੇ ਵਿਦਿਆਰਥੀਆਂ ਦੀ ਐਨੂਅਲ ਜਿਹੜੀ ਪ੍ਰੋਡਕਸ਼ਨ ਹੁੰਦੀ ਸੀ, ਉਹ ਮੈਨੂੰ ਦੱਸ ਦਿੰਦੇ ਸੀਗੇ। ਅਤੇ ਮੈਂ ਕੋਸ਼ਿਸ਼ ਕਰਦਾ ਸੀਗਾ ਵੀ ਇੱਥੋਂ ਮੈਂ ਜਾ ਕੇ ਉਹ ਪਲੇਅ ਦੇਖ ਸਕਾਂ। ਅਤੇ ਲੇਕਿਨ ਗ੍ਰਸਤੀ ਵਿੱਚ ਵਿਅਸਤ ਹੋਣ ਤੋਂ ਬਾਅਦ ਮੈਂ ਜ਼ਿਆਦਾ ਉਹਨਾਂ ਟੱਚ ਨਹੀਂ ਰਹਿ ਸਕਿਆ। ਪਰ ਪਿੱਛੇ ਜਿਹੇ ਜਦੋਂ ਮੈਨੂੰ ਪਤਾ ਲੱਗਿਆ ਕਿ ਉੱਥੇ ਬਸੰਤ ਸੇਨਾ ਪਲੇਅ ਹੋ ਰਿਹਾ ਔਰ ਡਾਕਟਰ ਮਹਿੰਦਰ ਜੀ ਦਾ ਉਹਨਾਂ ਦੀ ਨਿਰਦੇਸ਼ਨਾ ਦੇ ਵਿੱਚ, ਅਤੇ ਮੇਰੇ ਤੋਂ ਰਿਹਾ ਨਹੀਂ ਗਿਆ, ਕਿਉਂਕਿ ਮੈਂ ਪੜ੍ਹਿਆ ਹੋਇਆ ਅਤੇ ਮੈਨੂੰ ਪਤਾ ਸੀਗਾ ਵੀ ਹਿੰਦੁਸਤਾਨ ਦਾ, ਯਾਨੀ ਸੰਸਕ੍ਰਿਤ ਦਾ ਕਲਾਸੀਕਲ ਸਭ ਤੋਂ ਪਹਿਲਾ ਪਲੇਅ ਜਿਹੜਾ ਸਮਝਿਆ ਜਾਂਦਾ, ਉਹ ਸੀ ਮਰੀਸ਼ ਕਟਕਮ। ਅਤੇ ਜਿਹਨੂੰ ਪੰਜਾਬੀ ਵਿੱਚ ਜਿਹਦਾ ਰੂਪਾਂਤਰਣ ਮਿੱਟੀ ਕੀ ਗਾੜੀ ਵੀ ਹੋਇਆ, ਲੇਕਿਨ ਉਹਦੀ ਨਾਇਕਾ ਉਹਦਾ ਨਾਂ ਸੀ ਬਸੰਤ ਸੇਨਾ। ਅਤੇ ਡਾਕਟਰ ਸਾਹਿਬ ਨੇ ਉਹ ਜਿਹੜਾ ਮਰੀਸ਼ ਕਟਕਮ ਉਹ ਹਿੰਦੀ ਦੇ ਵਿੱਚ ਰੂਪਾਂਤਰਿਤ ਕਰਕੇ ਉਹਦਾ ਨਾਂ ਬਸੰਤ ਸੇਨਾ ਰੱਖ ਕੇ ਉਹਨਾਂ ਨੇ ਡਿਪਾਰਟਮੈਂਟ ਦੇ ਵਿਦਿਆਰਥੀਆਂ ਕੋਲੋਂ ਉਹ ਨਾਟਕ ਕਰਾਇਆ। ਅਤੇ ਮੈਂ ਉਹਦੇ ਬਾਰੇ ਕੁਝ ਦੱਸ ਨਹੀਂ ਸਕਦਾ। ਜਿਵੇਂ ਉਹ ਕਹਿੰਦੇ ਨੇ ਵੀ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਉਹ ਜਿਨ੍ਹਾਂ ਨੇ ਦੇਖਿਆ ਨਾ ਉਹ ਪਲੇਅ, ਉਹਦੇ ਵਿੱਚ ਉਹ ਜਗਜੀਤ, ਉਹ ਰਾਜੇ ਕਾ ਸ਼ਾਲਾ, ਅਤੇ ਉਹਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਲੜਕੇ ਜਿਨ੍ਹਾਂ ਦੇ ਨਾਮ ਮੇਰੀ ਇਸ ਵੇਲੇ ਜ਼ੁਬਾਨ 'ਤੇ ਨਹੀਂ ਹੈਗੇ, ਖਾਸ ਤੌਰ 'ਤੇ ਗੁਰਸੇਵਕ, ਅਤੇ ਉਹਦਾ ਰੋਲ, ਉਹਦਾ ਦ੍ਰਿਸ਼, ਉਹਦੇ ਵਿੱਚ ਖੜ੍ਹੇ ਹੋਣਾ, ਉਹਦਾ ਬਹਿਣਾ, ਉਹਦਾ ਬੋਲਣਾ, ਉਹ ਮੈਨੂੰ ਭੁੱਲਦਾ ਹੀ ਨਹੀਂ ਅੱਜ ਤੱਕ। ਮੈਂ ਜਦੋਂ ਵੀ ਗੁਰਸੇਵਕ ਨੂੰ ਦੇਖਦਾ, ਉਹਨੂੰ ਇਹੋ ਜਿਹਾ ਡਾਕਟਰ ਸਾਹਿਬ ਨੇ ਤਰਾਸ਼ਿਆ
ਕਿ ਉਹ ਮੈਨੂੰ ਲੱਗਦਾ ਵੀ ਉਹ ਮੈਤਰਿਆ ਜਿਹੜਾ ਉਹਦਾ ਰਾਜੇ ਦਾ ਦੋਸਤ, ਅਤੇ ਉਹ ਗੁਰਸੇਵਕ ਅੱਜ ਦੇਖ ਵੀ ਰਿਹਾ ਪ੍ਰੋਗਰਾਮ, ਅਤੇ ਮੈਂ ਗੁਰਸੇਵਕ ਨੂੰ ਆਪਣੇ ਘਰੇ ਵੀ ਇੱਕ ਵਾਰੀ ਬੁਲਾਇਆ। ਉਹ ਜਗਜੀਤ ਵੀ ਇੱਕ ਵਾਰੀ ਮੇਰੇ ਘਰੇ ਆਇਆ, ਅਤੇ ਉਹ ਸਾਰੀ ਟੀਮ ਘਰੇ ਆਈ ਸੀ, ਅਤੇ ਅਸੀਂ ਬੈਠ ਕੇ ਚਾਹ ਪੀਤੀ ਸੀ, ਅਤੇ ਅਸੀਂ ਬਸੰਤ ਸੇਨਾ ਦੀਆਂ ਗੱਲਾਂ ਕੀਤੀਆਂ ਸੀਗੀਆਂ। ਜਿਵੇਂ ਇੱਕ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਗੁਆਚ ਜਾਂਦਾ, ਜਾਂ ਉਹਦੇ ਵਿੱਚ ਉਹਦਾ ਦਿਲ ਰਹਿ ਜਾਂਦਾ, ਜਾਂ ਜਿਵੇਂ ਉਹਦੇ ਵਿੱਚ ਉਹ ਉਤਰ ਜਾਂਦਾ। ਮੇਰੇ ਨਾਲ ਬਸੰਤ ਸੇਨਾ ਨਾਲ ਇਸ ਤਰ੍ਹਾਂ ਹੋਇਆ ਸੀਗਾ, ਅਤੇ ਮੈਨੂੰ ਲੱਗਦਾ ਸੀਗਾ ਵੀ ਸਾਡਾ ਸੰਸਕ੍ਰਿਤ ਦਾ ਐਡਾ ਗ੍ਰੇਟ ਪਲੇਸ ਬਸੰਤ ਸੇਨਾ, ਔਰ ਉਹਨੂੰ ਵਾਰ-ਵਾਰ ਕਰਨਾ ਚਾਹੀਦਾ, ਉਹਨੂੰ ਹਰ ਭਾਸ਼ਾ ਦੇ ਵਿੱਚ ਉਹਦਾ ਰੂਪਾਂਤਰਨ ਕਰਕੇ ਉਹਨੂੰ ਸਾਨੂੰ ਕਰਨਾ ਚਾਹੀਦਾ। ਅਤੇ ਡਾਕਟਰ ਸਾਹਿਬ ਸਾਡੇ ਕੋਲ ਹੈਗੇ, ਉਹਨਾਂ ਦੀਆਂ ਸੇਵਾਵਾਂ ਲੈਣੀ ਚਾਹੀਦੀਆਂ। ਅਤੇ ਮੈਂ ਜਿਹੜੇ ਵੀ ਲੋਕ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਦੇਖ ਰਹੇ ਹੋਣਗੇ, ਮੈਂ ਉਹਨਾਂ ਨੂੰ ਜ਼ਰੂਰ ਦਰਖਾਸਤ ਕਰੂੰਗਾ ਕਿ ਡਾਕਟਰ ਸਾਹਿਬ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ, ਔਰ ਹਰ ਸ਼ਹਿਰ ਦੇ ਵਿੱਚ ਉਹ ਜਿਹੜਾ ਬਸੰਤ ਸੇਨਾ ਪਲੇ ਕਰਵਾਉਣਾ ਚਾਹੀਦਾ। ਔਰ ਮੈਨੂੰ ਲੱਗਦਾ ਵੀ ਅਗਰ ਸਾਰੇ ਪੰਜਾਬ ਦੇ ਲੋਕ ਉਹ ਬਸੰਤ ਸੇਨਾ ਪਲੇ ਦੇਖ ਲੈਣ, ਤਾਂ ਉਹਨਾਂ ਦੇ ਵਿੱਚ ਜਿਹੜੇ ਹਜ਼ਾਰਾਂ ਵਿਖਿਆਨ ਜਿਹੜੇ ਹੁੰਦੇ ਉਹਨਾਂ ਨਾਲ ਸੁਧਾਰ ਨਹੀਂ ਹੋ ਸਕਦਾ। ਉਹ ਪਲੇ ਜਿਹੜਾ ਸਾਨੂੰ ਸਾਡੇ ਵਿੱਚ ਸੁਧਾਰ ਲਿਆ ਸਕਦਾ, ਇੱਕ ਸਾਨੂੰ ਚੰਗੇ ਇਨਸਾਨ ਬਣਾ ਸਕਦਾ। ਅਤੇ ਉਹ ਲੋਕਾਂ ਨੂੰ ਜੇ ਕਹੀਏ ਤਾਂ ਲੋਕਾਂ ਨੂੰ ਇਸ ਤਰ੍ਹਾਂ ਸਮਝ ਨਹੀਂ ਆਉਂਦੀ, ਕਿਉਂਕਿ ਜਿਨ੍ਹਾਂ ਨੇ ਦੇਖਿਆ ਇਹ ਉਹੀ ਜਾਣਦੇ ਆ ਕਿ ਉਸ ਪਲੇ ਦਾ ਕੀ ਪ੍ਰਭਾਵ ਸੀ, ਖਾਸ ਤੌਰ ਦੇ ਉੱਤੇ ਜਦੋਂ ਡਾਕਟਰ ਸਾਹਿਬ ਦੀ ਨਿਰਦੇਸ਼ਨਾਂ ਦੇ ਵਿੱਚ ਉਹ ਹੋਇਆ ਹੋਵੇ। ਨਹੀਂ ਤਾਂ ਬਹੁਤ ਸਾਰੇ ਐਸੇ ਵੀ ਲੋਕ ਹੈਗੇ ਜਿਹੜੇ ਚੰਗੇ ਚੰਗੇ ਨਾਟਕ ਦੀ ਜੱਖਣਾ ਵੀ ਮਾਰ ਦਿੰਦੇ ਆ, ਅਤੇ ਪਰ ਨਿਰਦੇਸ਼ਕ ਤੋਂ ਬਿਨਾਂ ਕੋਈ ਚੰਗੀ ਚੀਜ਼ ਵੀ ਚੰਗੀ ਤਰੀਕੇ ਨਾਲ ਪੇਸ਼ ਨਹੀਂ ਕੀਤੀ ਜਾ ਸਕਦੀ। ਅਤੇ ਮੇਰੇ ਮਨ ਦੇ ਉੱਤੇ ਡਾਕਟਰ ਸਾਹਿਬ ਦਾ ਬਹੁਤ ਇੱਕ ਜਾਦੂ ਵਾਲਾ ਅਸਰ ਹੈ। ਇੱਕ ਹੋਰ ਗੱਲ ਮੈਂ ਸਾਂਝੀ ਕਰਨੀ ਚਾਹੁੰਦਾ ਆਪਣੇ ਦਰਸ਼ਕਾਂ ਨਾਲ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ 450 ਸਾਲਾ ਸ਼ਤਾਬਦੀ ਜਨਮ ਪੁਰਬ ਮਨਾ ਰਹੇ ਸੀਗੇ, ਅਤੇ ਇੱਕ ਜਲੰਧਰ ਦੇ KMV ਕਾਲਜ ਦੇ ਕਿਸੇ ਟੀਚਰ ਨੇ ਮੇਰੇ ਨਾਲ ਸੰਪਰਕ ਕੀਤਾ, ਮੈਡਮ ਹਰਪ੍ਰੀਤ ਕੌਰ ਨੇ, ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੋਈ ਇਹੋ ਜਿਹਾ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਕਿਸੇ ਨੇ ਨਾ ਕਰਾਇਆ ਹੋਵੇ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ, ਸੈਮੀਨਾਰ ਸਾਰੇ ਕਰੀ ਜਾਂਦੇ ਆ, ਔਰ ਸੈਮੀਨਾਰਾਂ ਵਿੱਚ ਉਹੋ ਜਿਹੀਆਂ ਗੱਲਾਂ ਸਾਰੇ ਕਰੀ ਜਾਂਦੇ ਆ, ਉਹੀ ਇਤਿਹਾਸ ਦੀਆਂ ਸਾਖੀਆਂ ਜਾਂ ਗੱਲਾਂ ਕਹੀ ਜਾਂਦੇ, ਦੁਹਰਾਈਆਂ ਜਾਂਦੀਆਂ। ਵੀ ਜੇ ਤੁਸੀਂ ਵੱਖਰੀ ਚੀਜ਼ ਕਰਨੀ ਆ, ਅਤੇ ਮੈਨੂੰ ਖਿਆਲ ਆਇਆ ਵੀ ਤੁਸੀਂ ਸ਼ਿਵ ਕੁਮਾਰ ਦਾ ਉਹ ਲਿਖਿਆ ਹੋਇਆ, ਜਿਹਦੇ ਵਿੱਚ ਸ਼ਿਵ ਕੁਮਾਰ ਨੇ ਗਾਣੇ ਲਿਖੇ ਸੀਗੇ, ਉਹ ਪਲੇ ਜਿਹੜਾ ਗਗਨਮੈ ਥਾਲ ਗਾਰਗੀ ਜੀ ਦਾ ਲਿਖਿਆ ਹੋਇਆ, ਵੀ ਤੁਸੀਂ ਉਹ ਪਲੇ ਕਰਾਓ। ਅਤੇ ਉਹਨਾਂ ਨੇ ਮੇਰੀ ਗੱਲ ਮੰਨ ਲਈ, ਅਤੇ ਨਾਲ ਮੈਨੂੰ ਉਹਨਾਂ ਨੇ ਕਿਹਾ ਵੀ ਇਹ ਪਲੇ ਨੂੰ ਡਾਇਰੈਕਟ ਕੌਣ ਕਰੂਗਾ। ਅਤੇ ਫਿਰ ਮੈਂ ਡਾਕਟਰ ਮਹਿੰਦਰ ਹੁਣ ਦਾ ਨਾਂ ਲਿਆ ਵੀ ਇਸ ਪਲੇ ਨੂੰ ਉਹੀ ਡਾਇਰੈਕਟ ਕਰ ਸਕਦੇ ਆ। ਅਤੇ ਮੈਨੂੰ ਯਾਦ ਹੈ ਕਿ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਸੀ, ਔਰ ਉਹਨਾਂ ਨੇ ਡਾਕਟਰ ਸਾਹਿਬ ਨੇ ਜਿਹੜੀਆਂ ਆਪਣੀ ਸ਼ਰਤਾਂ ਦੱਸੀਆਂ ਉਹ ਕਾਲਜ ਵਾਲਿਆਂ ਨੇ ਬਿਲਕੁਲ ਮੰਨ ਲਈਆਂ ਸੀਗੀਆਂ। ਅਤੇ ਮੈਨੂੰ ਲੱਗਦਾ ਵੀ ਮਹੀਨੇ ਤੋਂ ਵੱਧ ਸਮਾਂ ਡਾਕਟਰ ਸਾਹਿਬ ਚੰਡੀਗੜ੍ਹ ਤੋਂ ਆ ਕੇ ਉਹ ਕਾਲਜ ਦੇ ਵਿਦਿਆਰਥੀਆਂ ਕੋਲੋਂ ਉਹਨਾਂ ਨੇ ਉਹ ਪਲੇ ਕਰਾਇਆ। ਅਤੇ ਜਿਸ ਦਿਨ ਉਹ ਪਲੇ ਸ਼ਾਮ ਨੂੰ ਖੇਡਿਆ ਗਿਆ ਸੀਗਾ, ਗਗਨਮੈ ਥਾਲ, ਔਰ ਮੈਨੂੰ ਯਾਦ ਹੈ ਵੀ ਜਲੰਧਰ ਦੇ ਵਿੱਚ ਉਸ ਵੇਲੇ ਇਸ ਤਰ੍ਹਾਂ ਸੀਗਾ ਜਿਵੇਂ ਸਤਿਯੁਗ ਉਤਰ ਆਇਆ ਹੋਵੇ, ਵੀ ਉਹ ਅਸੀਂ ਇਸ ਤਰ੍ਹਾਂ ਦਾ ਕਾਲਜ ਦਾ ਮਾਹੌਲ, ਕਾਲਜ ਦੀ ਸ਼ਾਮ, ਕਾਲਜ ਦੇ ਬਾਹਰ ਪ੍ਰਸ਼ਾਦ ਵਰਤ ਰਿਹਾ, ਕਿੰਨੇ ਵਿਦਿਆਰਥੀ ਇਕੱਠੇ ਹੋਏ, ਸ਼ਹਿਰ ਦੇ ਪਤਵੰਤੇ ਸੱਜਣ ਉਸ ਵੱਡੇ ਹਾਲ ਦੇ ਵਿੱਚ ਇਕੱਠੇ ਹੋਏ, ਕਿੰਨੀਆਂ ਲੜਕੀਆਂ ਨੇ ਉਸ ਪਲੇ ਦੇ ਵਿੱਚ ਭਾਗ ਲਿਆ। ਅਤੇ ਮੈਨੂੰ ਯਾਦ ਹੈ ਜਦੋਂ ਪਲੇ ਤੋਂ ਬਾਅਦ ਸਾਰੇ ਉਹਦੇ ਜਿਹੜੇ ਐਕਟਰ, ਯਾਨੀ ਉਹ ਲੜਕੀਆਂ ਉੱਥੇ ਸਟੇਜ 'ਤੇ ਖੜ੍ਹੇ ਹੋਏ, ਕਾਲਜ ਦਾ ਸਟਾਫ ਵੀ, ਮੈਂ ਵੀ ਉਹਦੇ ਵਿੱਚ ਸੀਗਾ, ਅਤੇ ਡਾਕਟਰ ਸਾਹਿਬ ਨੂੰ ਕਿੱਦਾਂ ਉਹ ਚਿੰਬੜ ਕੇ ਗਲਵੱਕੜੀ ਪਾ ਰਹੇ ਸੀਗੇ, ਡਾਕਟਰ ਸਾਹਿਬ ਦੀ ਸ਼ੋਅ ਪ੍ਰਾਪਤ ਕਰਨ ਲਈ ਸਾਰੇ ਜਣੇ ਤਰਸ ਰਹੇ ਸੀਗੇ। ਮੈਂ ਉਹ ਸੀਨ ਦੇਖਿਆ ਹੋਇਆ ਵੀ ਡਾਕਟਰ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਸੀ ਜਲੰਧਰ ਦੇ ਉਸ KMV ਕਾਲਜ ਵਿੱਚ ਆ ਕੇ, ਅਤੇ ਜਲੰਧਰ ਦੇ ਲੋਕਾਂ ਨੂੰ ਕ੍ਰਿਸ਼ਮਾ ਦਿਖਾਲਿਆ ਸੀਗਾ ਉਹਨਾਂ ਨੇ। ਅਤੇ ਮੇਰਾ ਖਿਆਲ ਹੈ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ 450 ਸਾਲਾ ਸ਼ਤਾਬਦੀ ਸੀ, ਉਹਦੇ ਵਿੱਚ ਉਹ ਤੋਂ ਵਧੀਆ ਪ੍ਰੋਗਰਾਮ ਕਿਤੇ ਨਹੀਂ ਹੋਇਆ ਹੋਣਾ। ਮੈਂ ਬਹੁਤ ਸਾਰੇ ਦੇਖੇ ਸੁਣੇ ਵੀ ਆ, ਪਰ ਬਿਨਾਂ ਦੇਖੇ ਤੋਂ ਵੀ ਮੈਂ ਕਹਿ ਸਕਦਾ ਵੀ ਉਹ ਤੋਂ ਉੱਤੇ ਨਹੀਂ ਕੋਈ ਹੋਇਆ ਹੋਣਾ। ਅਤੇ ਅੱਜ ਉਹ ਡਾਕਟਰ ਸਾਹਿਬ ਸਾਡੇ ਨਾਲ ਸਾਡੇ ਸਨਮੁਖ ਬੈਠੇ ਆ। ਜਿਵੇਂ ਮੈਂ ਅਕਸਰ ਕਹਿਣਾ ਵੀ ਅਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਵੀ ਲੋਕ ਪੁਰਾਣੇ ਸਿਆਣਿਆਂ ਦੀਆਂ ਚੌਂਕੀਆਂ ਭਰਦੇ ਹੁੰਦੇ ਸੀਗੇ, ਉਹਨਾਂ ਕੋਲ ਜਾ ਕੇ ਬਹਿੰਦੇ ਸੀਗੇ ਕਈ ਘੰਟੇ ਲਗਾਤਾਰ। ਅਤੇ ਮੈਂ ਆਪਣੇ ਆਪ ਨੂੰ ਗਿਆਨ ਦਾ ਮੰਗਤਾ ਸਮਝਦਾ, ਅਤੇ ਮੈਂ ਸਮਝਦਾ ਜਿੱਥੇ ਵੀ ਕੋਈ ਗਿਆਨਵਾਨ, ਕੋਈ ਕਲਾਕਾਰ, ਕੋਈ ਕਲਾ ਦਾ ਜਿਹਦੇ ਕੋਲ ਕਲਾ ਹੈ, ਮੈਨੂੰ ਜਿੱਥੇ ਵੀ ਕੋਈ ਕਿਤੇ ਦਿਖੇ ਮੈਂ ਤਾਂ ਉਹਨਾਂ ਦਾ ਭਗਤ ਹੋ ਜਾਂਦਾ, ਅਤੇ ਜੀਅ ਕਰਦਾ ਵੀ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਕੋਲੋਂ ਗੱਲਾਂ ਸੁਣੀਆਂ ਜਾਣ। ਅਤੇ ਅੱਜ ਜ਼ਿਆਦਾ ਮੈਂ ਸਮਾਂ ਨਾ ਲਵਾਂ, ਅਤੇ ਹੁਣ ਮੈਂ ਇਹ ਵੀ ਦੱਸ ਦੇਵਾਂ ਵੀ
ਘੜੀ ਦੇਖਣ ਦਾ ਜਾਂ ਘੜੀ ਦਿਖਾਲਣ ਦਾ ਸਾਡੇ ਪੰਜਾਬ ਦਰਸ਼ਨ 'ਤੇ ਰਿਵਾਜ਼ ਨਹੀਂ ਹੈ। ਅਤੇ ਜੇ ਸਾਡੇ ਘੜੀ ਸਾਹਮਣੇ ਪਈ ਵੀ ਹੋਵੇ ਅਸੀਂ ਮੂੰਹ ਦੀ ਮਾਰ ਦਿੰਦੇ ਹਾਂ। ਅਤੇ ਸਾਡੇ ਸਟਾਰਟਿੰਗ ਦਾ ਸਾਡਾ ਹੈਗਾ ਵੀ ਸਟਾਰਟ ਕਰਦੇ ਹਾਂ 7 ਵਜੇ ਅਤੇ ਸਾਡਾ ਪ੍ਰੋਗਰਾਮ ਐਂਡ ਕਿੰਨੇ ਵਜੇ ਹੋਣਾ, ਖ਼ਤਮ ਕਿੰਨੇ ਵਜੇ ਹੋਣਾ, ਅਤੇ ਇਹਦਾ ਕੋਈ ਸਾਡਾ ਹਿਸਾਬ ਕਿਤਾਬ ਨਹੀਂ ਹੈ। ਨਾ ਅਸੀਂ ਰੱਖਦੇ ਹਾਂ ਅਤੇ ਨਾ ਅਸੀਂ ਰੱਖਣ ਲਈ ਕਹਿੰਦੇ ਹਾਂ। ਅਤੇ ਹੁਣ ਮੈਂ ਸਿੱਧਾ ਹੀ ਆਉਣਾ ਕਿ ਡਾਕਟਰ ਸਾਹਿਬ ਕੋਈ ਚੀਜ਼ ਚੱਕਣ ਚੁੱਕਣ ਲੱਗ ਪਏ, ਕੁਝ ਦੇਖਣ ਦੁੱਖਣ ਲੱਗ ਪਏ। ਅਤੇ ਜਦੋਂ ਤੱਕ ਡਾਕਟਰ ਸਾਹਿਬ ਆਉਂਦੇ ਆ, ਆਪਣੇ ਆਸਣ ਦੇ ਉੱਤੇ ਬੈਠਦੇ ਆ, ਬਿਰਾਜਮਾਨ ਹੁੰਦੇ ਆ, ਅਤੇ ਮੈਂ ਹਾਂਜੀ ਆ ਗਏ ਡਾਕਟਰ ਸਾਹਿਬ। ਅਤੇ ਡਾਕਟਰ ਸਾਹਿਬ ਤੁਹਾਡਾ ਪੰਜਾਬ ਦਰਸ਼ਨ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਅਤੇ ਤੁਹਾਡੇ ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ, ਔਰ ਮੈਨੂੰ ਐਂ ਲੱਗਦਾ ਕਿ ਤੁਹਾਡੇ ਸਾਹਮਣੇ ਆ ਕੇ ਪੰਜਾਬ ਯੂਨੀਵਰਸਿਟੀ ਦੇ ਉਸ ਇੰਡੀਅਨ ਥੀਏਟਰ ਡਿਪਾਰਟਮੈਂਟ ਦੇ ਵਿੱਚ ਹੀ ਪਹੁੰਚ ਗਏ ਹਾਂ, ਅਤੇ ਤੁਸੀਂ ਸਾਨੂੰ ਉੱਥੇ ਹੀ ਲੈ ਚੱਲੋ। ਅਤੇ ਅਸੀਂ ਉਸ ਡਾਕਟਰ ਮਹਿੰਦਰ ਦੇ ਸਨਮੁਖ ਹੋ ਰਹੇ ਹਾਂ, ਅਤੇ ਤੁਸੀਂ ਡਾਕਟਰ ਸਾਹਿਬ ਆਪਣਾ ਵਿਖਿਆਨ ਸ਼ੁਰੂ ਕਰੋ। ਪੰਜਾਬ ਵਿਜ਼ੂਅਲ ਐਸਥੈਟਿਕਸ, ਪੰਜਾਬ ਰੰਗਮੰਚੀ ਸੁਹਜ ਸੰਵੇਦਨਾ, ਇਸ ਵਿਸ਼ੇ ਦੇ ਉੱਤੇ ਤੁਸੀਂ ਆਪਣੇ ਤਜਰਬਾਤ ਵੀ ਸਾਂਝੇ ਕਰਨੇ ਆ, ਆਪਣਾ ਗਿਆਨ ਵੀ ਸਾਂਝਾ ਕਰਨਾ, ਅਤੇ ਪੰਜਾਬ ਦੇ ਉੱਤੇ ਗਿਆਨ ਵੀ ਜਿਹੜਾ ਨਿਸ਼ਾਵਰ ਕਰਨਾ। ਹਾਂਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਅਵਤਾਰ ਜੀ ਅਤੇ ਹੋਰ ਸਾਰੇ ਲੋਕ ਜਿਹੜੇ ਇਹਨਾਂ ਦੇ ਮਾਧਿਅਮ ਨਾਲ ਮੇਰੇ ਨਾਲ ਜੁੜ ਰਹੇ ਨੇ। ਅਵਤਾਰ ਜੀ ਕੁਛ ਜ਼ਿਆਦਾ ਹੀ ਭਾਵ ਵਿਭੋਰ ਹਨ, ਅਤੇ ਪਤਾ ਨਹੀਂ ਜੋ ਕੁਛ ਉਹਨਾਂ ਨੇ ਦੇਖਿਆ, ਸੁਣਿਆ, ਮਹਿਸੂਸਿਆ ਮੇਰੇ ਬਾਰੇ, ਉਹ ਸਾਰਾ ਮੇਰੀ ਗੱਲਬਾਤ ਵਿੱਚ ਨਜ਼ਰ ਆਏਗਾ ਜਾਂ ਨਹੀਂ। ਮੇਰੀ ਕੋਸ਼ਿਸ਼ ਰਹੇਗੀ ਜਿਸ ਤਰ੍ਹਾਂ ਇਹਨਾਂ ਨੇ ਸਮਝਾਇਆ ਹੈ, ਕਿਉਂਕਿ ਰੰਗਮੰਚ ਇਹੋ ਜਿਹੀ ਕਲਾ ਹੈ ਜਿਹੜੀ ਸਿਰਫ ਆਪਣੇ ਆਪ ਦੇ ਨਾਲ ਸੰਬੰਧ ਨਹੀਂ ਰੱਖਦੀ। ਮੇਰਾ ਕੰਮ ਕਿੰਨਾ ਹੀ ਚੰਗਾ ਹੋਵੇ, ਜਦ ਤੱਕ ਇਹ ਸਰੋਤੇ ਤੇ ਦਰਸ਼ਕ ਜਿਹੜੇ ਉਹਨੂੰ ਮਾਣ ਰਹੇ ਨੇ, ਉਹ ਅੱਗੋਂ ਇਹੋ ਜਿਹਾ ਹੁੰਗਾਰਾ ਨਹੀਂ ਭਰਦੇ ਜਿਹੋ ਜਿਹਾ ਪ੍ਰੋਫੈਸਰ ਅਵਤਾਰ ਜੀ ਨੇ ਭਰਿਆ। ਨਾ ਸਿਰਫ ਅਵਤਾਰ ਜੀ, ਇਹਨਾਂ ਦੇ ਸਾਰੇ ਸਾਥੀ ਮਿੱਤਰ ਸੱਜਣ ਤੇ ਇਹਨਾਂ ਦੇ ਸਾਰੇ ਪ੍ਰਸ਼ੰਸਕ ਵੀ ਮੇਰੇ ਪ੍ਰਸ਼ੰਸਕ ਬਣ ਗਏ। ਮੈਨੂੰ ਇਸ ਲਈ ਇਹਨਾਂ ਦਾ ਬਹੁਤ ਬਹੁਤ ਪਿਆਰ ਆਉਂਦਾ ਕਿ ਇਸ ਤਰ੍ਹਾਂ। एक गल और मैं शुरू कर दे कहा, हैं और भी दुनिया में सुखनवर बहुत अच्छे, कहते हैं कि गालिब का है अंदाज़े बयां। और मैं ये नहीं कह रहा कि मैं अपने अंदाज़े बयां की गल कर रहा, मैं ये गल कर रहा कि शायद करण वाले तो बहुत लोग हैं, पर कदरदान कदरशनास पछाणन वाले बहुत घट ने साडे कोल। एक रवायती ਜਿਹੀ ਮਿਲਣੀ ਹੁੰਦੀ ਹੈ ਬਾਅਦ ਦੇ ਵਿੱਚ ਜਦੋਂ ਸ਼ੋਅ ਖਤਮ ਹੁੰਦਾ, ਉਹ ਮੈਂ ਆਪਣੇ ਨਾਲ ਤਾਂ ਦੇਖਿਆ ਹੀ ਹੈ, ਪਰ ਉਹ ਲੋਕ ਜ਼ਿਆਦਾਤਰ, ਅਸੀਂ ਸਾਰੇ ਦਰਸ਼ਕ ਵੀ ਰਹਿੰਦੇ ਹਾਂ, ਕਦੀ ਕਦੀ ਕਿਸੇ ਮੈਂ ਖੁਦ ਦਰਸ਼ਕ ਬਣ ਕੇ ਵੀ ਬਹੁਤ ਸਾਰੇ ਪਲੇਸ ਦੇਖੇ ਨੇ। ਤੇ ਇਹ ਥੋੜੀ ਜਿਹੀ ਇੱਕ ਊਣਤਾਈ ਹੈ ਸਾਡੇ ਵਿੱਚ ਕਿ ਅਸੀਂ ਸਭ ਦੀ ਹੀ ਬਹੁਤ ਬਹੁਤ ਤਾਰੀਫ ਕਰਦੇ ਹਾਂ। ਚੰਗੀ ਗੱਲ ਹੈ, ਕਿਸੇ ਨੂੰ ਨਖਿੱਧਣ ਨਾਲੋਂ ਕਿਸੇ ਦੀ ਤਾਰੀਫ ਕਰਨਾ, ਕਿਸੇ ਨੂੰ ਨਖਿੱਧਣ ਨਾਲੋਂ ਕਿਸੇ ਦੀ ਤਾਰੀਫ ਕਰਨਾ ਹਮੇਸ਼ਾ ਅੱਛਾ ਫੇਲ ਹੈ, ਅੱਛਾ ਕਰਮ ਹੈ, ਅੱਛਾ ਇੱਕ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਹੈ। ਪਰ ਆਹਿਸਤਾ ਆਹਿਸਤਾ ਅਸੀਂ ਆਪਣਾ ਟੇਸਟ ਵੀ ਇੰਪਰੂਵ ਕਰੀਏ। ਸਾਨੂੰ ਵੀ ਬਹੁਤ ਅੱਛੇ ਕੰਮ ਤੇ ਐਵਰੇਜ ਕੰਮ ਦੇ ਵਿਚਕਾਰ ਸੋਚ ਸਮਝ ਡਿਵੈਲਪ ਕਰਨੀ ਚਾਹੀਦੀ ਹੈ। ਕਈ ਵਾਰੀ ਮੌਕਾ ਮਹਿਲ ਨਹੀਂ ਹੁੰਦਾ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ। ਅਸੀਂ ਪੰਜਾਬੀ ਲੋਕ ਰੁੱਸ ਵੀ ਬੜੀ ਜਲਦੀ ਜਾਂਦੇ ਹਾਂ, ਬੜੇ ਖੁੱਲੇ ਦਿਲ ਵਾਲੇ ਕਹਿਲਾਉਂਦੇ ਹਾਂ ਅਸੀਂ ਸਾਰੇ, ਪਰ ਕਈ ਵਾਰ ਅਸੀਂ ਦਿਲ ਦੇ ਵਿੱਚ ਇੱਕ ਗੱਠ ਵੀ ਬੜੀ ਮਜ਼ਬੂਤ ਜੀ ਲਾ ਲੈਂਦੇ ਹਾਂ, ਤੇ ਜਿਸ ਨਾਲ ਸਾਡਾ
ਅੱਗੇ ਆਉਣ ਵਾਲਾ ਵਰਤਾਰਾ ਪ੍ਰਭਾਵਿਤ ਹੁੰਦਾ ਹੈ। ਸੋ ਮੈਨੂੰ ਉਸ ਦੇ ਖਿਲਾਫ, ਉਸ ਦੇ ਲਈ ਥੋੜੀ ਜੀ ਰਹੀ ਹੈ ਕਿ ਅਸੀਂ ਆਹਿਸਤਾ ਆਹਿਸਤਾ ਕੋਸ਼ਿਸ਼ ਕਰਕੇ, ਜਿਸ ਤਰ੍ਹਾਂ ਮੈਂ ਅੱਜ ਤੱਕ ਆਪਣੇ ਆਪ ਨੂੰ ਇੱਕ ਸਿਖਾਂਦਰੂ ਰੰਗਕਰਮੀ ਸਮਝਦਾ, ਮੈਂ ਸਮਝਦਾ ਮੇਰੇ ਲਈ, ਮੇਰੇ ਕੋਲ ਸਿੱਖਣ ਲਈ ਹਜੇ ਵੀ ਬਹੁਤ ਕੁਛ ਹੈ। ਥੋੜਾ ਜਿਹਾ ਮਾਫ ਕਰੋਗੇ, ਮੈਨੂੰ ਪਤਾ ਨਹੀਂ ਕਿ ਸਾਡੇ ਨਾ ਇਸ ਵਕਤ ਲਾਈਟ ਚਲੀ ਗਈ ਹੈ ਤੇ ਇਨਵਰਟਰ ਤੇ ਲਾਈਟ ਚੱਲ ਰਹੀ ਹੈ, ਸ਼ਾਇਦ ਮੈਂ ਬਹੁਤ ਸਾਫ਼ ਨਹੀਂ ਦਿਖ ਰਿਹਾ ਹੋਵਾਂਗਾ। ਸੋ ਬਿਲਕੁਲ ਠੀਕ ਹੈ ਹਾਂਜੀ, ਹਾਂਜੀ। ਕਿ ਜਿਹੜਾ ਦੋਸਤ ਸੀ ਉਹ ਯਾਨੀ ਇਨਵਰਟਰ ਨਾਲ ਜਿੰਨਾ ਗੁਜ਼ਾਰਾ ਹੋ ਸਕਦਾ ਠੀਕ ਹੈ ਸਰ, ਠੀਕ ਹੈ, ਬਿਲਕੁਲ ਹਾਂਜੀ। ਤਾਂ ਉਸ ਦੀ ਜਿਹੜੀ ਜ਼ਰੂਰਤ ਹੈ ਨਾ, ਉਹ ਮੈਂ 68 ਤਕਰੀਬਨ 50 ਸਾਲ ਤੋਂ ਮੈਂ ਸਮਰਪਿਤ ਰੰਗਕਰਮੀ ਰਿਹਾ। ਇਹ ਬਹੁਤ ਵੱਡੀ ਗੱਲ ਮੈਂ ਕਹਿ ਦਿੱਤੀ ਸ਼ਾਇਦ, ਪਰ ਇਹ ਸਹੀ। ਤੇ ਇਹ ਸਮਰਪਣ ਓੜਿਆ ਨਹੀਂ ਜਾ ਸਕਦਾ, ਕਿਤੋਂ ਉਧਾਰ ਨਹੀਂ ਲਿੱਤਾ ਜਾ ਸਕਦਾ, ਕੋਈ ਤੁਹਾਡੇ ਤੇ ਥੋਪ ਨਹੀਂ ਸਕਦਾ, ਇਹ ਅੰਦਰੋਂ ਹੁੰਦਾ ਹੈ। ਰੱਬ ਦੀ ਮਿਹਰ ਹੈ ਕਿ ਮੇਰੇ ਅੰਦਰੋਂ ਹੈ, ਮੈਨੂੰ ਚੰਗਾ ਲੱਗਦਾ ਹੈ ਤੇ ਇਸ ਦੀ ਉન્નਤੀ ਹੋਵੇ, ਇਹ ਫਲੇ ਫੁੱਲੇ, ਇਹ ਅੱਗੇ ਵਧੇ ਤੇ ਦੇਖਣ ਵਾਲੇ ਵੀ ਇਸ ਦਾ ਰਸ ਉਸ ਸ਼ਿੱਦਤ ਨਾਲ ਮਹਿਸੂਸ ਕਰ ਸਕਣ ਜਿਸ ਸ਼ਿੱਦਤ ਨਾਲ ਮੈਂ ਕੰਮ ਕਰਦਾ ਹਾਂ। ਮੈਂ ਸਮਝਦਾ ਹਾਂ ਕੰਮ ਹੀ ਬੋਲਦਾ ਹੈ। ਜੇ ਤੁਸੀਂ ਸ਼ੁਰੂ ਦੇ ਜਦੋਂ ਅਵਤਾਰ ਜੀ ਬੋਲ ਰਹੇ ਸਨ ਵਸੰਤ ਸੇਨਾ ਬਾਰੇ, ਤਾਂ ਜਿਹੜੇ ਲੋਕ ਵੀ ਮੇਰੇ ਐਕਟਰਸ ਜਾਂ ਹੋਰ ਵੀ ਲੋਕ ਜਿਹੜੇ ਨਾਲ ਇਸ ਦੇ ਵਿੱਚ ਸ਼ਾਮਿਲ ਸਨ, ਜਾਂ ਜਿਹੜੇ ਦਰਸ਼ਕ ਸਨ, ਜਾਂ ਖਤਮ ਹੁੰਦਾ ਜਦੋਂ ਪਲੇ, ਤਾਂ ਉਸ ਤੋਂ ਬਾਅਦ ਕੁਝ ਲੋਕ ਜੁੜ ਜਾਂਦੇ ਨੇ। ਕੋਈ 8-10 ਸ਼ੋਜ਼ ਹੋਏ ਸਨ ਇਸ ਦੇ ਛੋਟੇ ਜਿਹੇ ਸਟੂਡੀਓ ਥੀਏਟਰ ਵਿੱਚ। ਤੇ ਯਾਦ ਕਰਨ ਕਿ ਮੈਂ ਕਦੀ ਇਸ ਪਲੇ ਬਾਰੇ ਕੁਝ ਬੋਲ ਕੇ ਸਮਝਾਇਆ ਹੋਵੇ ਕਿ ਇਹ ਪ੍ਰੋਡਕਸ਼ਨ ਇਹ ਹੈ, ਇਸ ਵਿੱਚ ਇਹ ਅਸੀਂ ਮੱਲਾਂ ਮਾਰੀਆਂ, ਇਹ ਕੀਤਾ, ਉਹ ਕੀਤਾ, ਕਦੀ ਵੀ ਨਹੀਂ। ਮੈਂ ਸਮਝਦਾ ਰਸ ਨੂੰ ਸਾਂਝਿਆਂ ਕਰਨ ਦਾ ਇਹੀ ਤਰੀਕਾ ਹੈ ਕਿ ਤੁਸੀਂ ਪੇਸ਼ ਕਰ ਦਿਓ, ਸਾਹਮਣੇ ਰੱਖ ਦਿਓ। ਜਿਸ ਤਰ੍ਹਾਂ ਸਵਾਦ ਚੱਖਣ ਲਈ ਮੂੰਹ ਵਿੱਚ ਪਾ ਲਓ, ਫਿਰ ਕਹਿਣ ਦੀ ਲੋੜ ਨਹੀਂ ਕਿ ਮੈਂ ਇਸ ਦੇ ਵਿੱਚ ਕੇਵੜਾ ਵੀ ਪਾਇਆ ਤੇ ਮੈਂ ਇਸ ਦੇ ਵਿੱਚ ਇਲਾਇਚੀ ਤੇ ਕੇਸਰ ਤੇ ਹੋਰ ਕਈ ਚੀਜ਼ਾਂ ਪਾਈਆਂ ਨੇ। ਇਸ ਦੀ ਜ਼ਰੂਰਤ ਨਹੀਂ ਰਹਿੰਦੀ, ਖਾਣ ਵਾਲੇ ਨੂੰ ਖੁਦ ਪਤਾ ਲੱਗ ਜਾਂਦਾ। ਹੁਣ ਅਸੀਂ ਉਹ ਖਾਣ ਦਾ ਟੇਸਟ, ਉਹ ਸਵਾਦ, ਉਹ ਸੋਹਜ ਸਵਾਦ ਕਿਸ ਤਰ੍ਹਾਂ ਡਿਵੈਲਪ ਕਰੀਏ। ਮੈਂ ਕੋਈ ਉਪਦੇਸ਼ਕ ਨਹੀਂ, ਮੈਂ ਕੋਈ ਵੱਡਾ ਨਹੀਂ, ਮੈਂ ਜਿਸ ਤਰ੍ਹਾਂ ਦੱਸਿਆ ਮੈਂ ਹਜੇ ਵੀ ਸਿੱਖਦਾ, ਪਰ ਜਿੰਨਾ ਕੁਝ ਮੈਨੂੰ ਸਮਝ ਆਇਆ ਜਾਂ ਮੈਂ ਸਿੱਖਿਆ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਤੇ ਉਸ ਦਾ ਵੀ ਮੈਨੂੰ ਕੋਈ ਬਹੁਤਾ ਸ਼ੌਕ ਨਹੀਂ ਹੈ। ਪੜ੍ਹਾਉਣਾ ਮੇਰਾ ਕਿੱਤਾ ਰਿਹਾ ਹੈ, ਪ੍ਰੋਫੈਸ਼ਨ ਰਿਹਾ ਹੈ। ਸੋ ਉੱਥੇ ਤਾਂ ਸਟੂਡੈਂਟਸ ਦੇ ਪ੍ਰਤੀ ਮੇਰਾ ਇੱਕ ਬਹੁਤ ਮੁਕੱਦਸ ਫਰਜ਼ ਹੈ ਕਿ ਜਿੱਥੇ ਤੱਕ ਹੋ ਸਕੇ ਮੈਂ ਉਹਨਾਂ ਦੀ ਸਮਝ ਦੇ ਵਿੱਚ, ਉਹਨਾਂ ਦੇ ਮਨ ਵਿੱਚ ਬੈਠ ਕੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਸਮਝਾ ਸਕਾਂ। 12, 14, 15 ਹੱਦ 20 ਸਟੂਡੈਂਟਸ ਮੇਰੇ ਸਾਹਮਣੇ ਇੱਕ ਵਕਤ ਵਿੱਚ ਬੈਠਦੇ ਸਨ। ਹੁਣ ਮੈਂ ਰਿਟਾਇਰਡ ਹਾਂ ਤੇ ਐਜ਼ ਆਨਰੇਰੀ ਪ੍ਰੋਫੈਸਰ ਕਦੀ ਕਦੀ ਮੈਨੂੰ ਯੂਨੀਵਰਸਿਟੀ 'ਚ ਜਾਂ ਹੋਰਾਂ ਯੂਨੀਵਰਸਿਟੀਆਂ ਵਿੱਚ ਬੁਲਾ ਲਿਆ ਜਾਂਦਾ ਹੈ, ਤਾਂ ਮੈਂ ਮੌਕਾ ਪਾ ਕੇ ਖੁਸ਼ ਹੁੰਦਾ ਕਿ ਚਲੋ ਅਜੇ ਵੀ ਮੈਂ ਲੋਕਾਂ ਨਾਲ ਆਪਣੀ ਗੱਲ ਸਾਂਝੀ ਕਰ ਸਕਦਾ ਹਾਂ। ਤੇ ਇਸੇ ਤਰ੍ਹਾਂ ਦਾ ਹੀ ਜਦੋਂ ਅਵਤਾਰ ਜੀ ਨੇ ਪਿਆਰ ਸ਼ੋਅ ਕੀਤਾ ਕਿ ਮੈਂ ਕੁਝ ਆਪਣੇ ਸਹਿਕਰਮੀਆਂ ਨਾਲ, ਆਪਣੇ ਸ਼ਿਸ਼ਾਂ ਨਾਲ, ਆਪਣੇ ਦੋਸਤਾਂ ਨਾਲ, ਆਪਣੇ ਤੋਂ ਅਗੇਰੇ ਜਾਂਦੇ ਰੰਗਕਰਮੀਆਂ ਨਾਲ ਗੱਲ ਕਰ ਸਕਦਾ, ਤਾਂ ਅੱਛਾ ਲੱਗਿਆ, ਚੰਗਾ ਲੱਗਿਆ। ਮੈਂ ਬਹੁਤਾ ਨਹੀਂ ਸੋਚਦਾ ਕਿ ਕੁਝ ਜ਼ਬਰਦਸਤੀ ਇੰਪਰੂਵ ਕੀਤਾ ਜਾ ਸਕਦਾ, ਪਰ ਮੇਰਾ ਖਿਆਲ ਹੈ ਕਿ ਜੇ ਚੰਗੀਆਂ ਚੀਜ਼ਾਂ ਸਾਹਮਣੇ ਰੱਖ ਦਿੱਤੀਆਂ ਜਾਣ ਤਾਂ ਟੇਸਟ ਆਪਣੇ ਆਪ ਇੰਪਰੂਵ ਹੁੰਦਾ ਹੈ। ਸੋਜ ਸਵਾਦ ਜਿਹਦਾ ਬੜਾ ਜ਼ਿਕਰ ਹੁੰਦਾ ਹੈ, ਐਸਥੈਟਿਕਸ ਦਾ, ਫਲਾਂ ਦਾ, ਦਿਸ ਇਜ਼ ਵੈਰੀ ਵੈਰੀ ਪਰਸਨਲ ਐਜ਼ ਵੈਲ। ਯੂਨੀਵਰਸਲ ਤਾਂ ਹੈ ਹੀ, ਕੁਝ ਚੀਜ਼ਾਂ ਸਨਸੈਟ, ਸਨਰਾਈਜ਼ ਸਾਰਿਆਂ ਨੂੰ ਚੰਗਾ ਲੱਗਦਾ ਹੋਵੇਗਾ, ਪਰ ਕਈ ਜਗ੍ਹਾ ਤੇ ਖਿੱਤੇ ਵਾਈਜ਼ ਮੀਨਸ ਰੀਜਨ ਵਾਈਜ਼ ਸਾਡੇ
ਟੇਸਟ ਦੇ ਵਿੱਚ ਥੋੜ੍ਹਾ ਬਹੁਤ ਫਰਕ ਆਉਂਦਾ ਹੈ, ਪਰ ਮੇਰਾ ਖਿਆਲ ਹੈ ਯੂਨੀਵਰਸਲ ਆਰਟ ਜਿਹੜਾ ਇਹ ਸਭ ਜਗ੍ਹਾ ਹੀ ਘੱਟ ਵੱਧ ਸ਼ਿੱਦਤ ਨਾਲ ਸਲਾਹਿਆ ਜਾਂਦਾ ਹੈ, ਕਿਤੇ ਘੱਟ ਕਿਤੇ ਵੱਧ, ਪਰ ਇਸ ਦੀ ਹੁੰਦੀ ਹੈ ਐਪਰੀਸੀਏਸ਼ਨ, ਸ਼ਲਾਘਾ ਮਹਿਸੂਸ ਕੀਤਾ ਜਾਂਦਾ ਹੈ। ਲਾਈਕ ਅਵਤਾਰ ਜੀ ਨੂੰ ਮਿਲਣ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਦਰਸ਼ਕਾਂ ਵਿੱਚ ਇਹੋ ਜਿਹੇ ਸੁਹਿਰਦ ਲੋਕ ਵੀ ਬੈਠੇ ਹਨ। ਮੈਂ ਤਾਂ ਕੰਮ ਕਰਕੇ ਸਾਹਮਣੇ ਰੱਖ ਦਿੱਤਾ, ਉਸ ਚੋਂ ਇੰਨੀਆਂ ਖੂਬੀਆਂ ਤਲਾਸ਼ ਕਰ ਲੈਣੀਆਂ, ਜਾਂ ਮੈਂ ਕਹਾਂਗਾ ਕਿ ਜੋ ਮੇਰੇ ਸੀਕ੍ਰੇਟਸ ਹਨ ਉਹ ਲੱਭ ਲੈਣੇ। ਸੋ ਇਹ ਤਾਂ ਕਦਰਦਾਨਾਂ ਦਾ ਹੀ ਕੰਮ ਹੈ। ਮੈਨੂੰ ਬਹੁਤ ਸ਼ੁਕਰ ਦੀ ਨਿਗਾਹ ਨਾਲ ਮੈਂ ਦੇਖਦਾ ਇਹੋ ਜਿਹੇ ਦਰਸ਼ਕਾਂ ਨੂੰ ਜਿਹੜੇ ਇੰਨੇ ਪਿਆਰ ਦੇ ਨਾਲ ਕਿਸੇ ਦੇ ਕੰਮ ਦੀ ਤੇ ਉਸ ਦੀਆਂ ਉਹਨਾਂ ਛੋਟੇ-ਛੋਟੀਆਂ ਛੋਹਾਂ ਦੀ ਤਾਰੀਫ ਕਰ ਸਕਦੇ ਨੇ, ਜਿਹੜੀਆਂ ਮੈਂ ਲਗਾਤਾਰ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਕੰਮ ਦੇ ਵਿੱਚ ਦਾਖਲ ਕਰਦਾ ਰਹਾਂ। ਹਾਂ, ਇਹ ਦਾਖਲ ਕਰਨਾ ਹੀ ਹੁੰਦਾ ਹੈ। ਦੇਖਣ ਵਿੱਚ ਜਿੰਨੀ ਚੀਜ਼ ਸਹਿਜ ਸੁਭਾਵਿਕ ਲੱਗੇ, ਉਸ ਦੇ ਪਿੱਛੇ ਉਨੀ ਜਾਂ ਉਸ ਤੋਂ ਵੀ ਜ਼ਿਆਦਾ ਮਿਹਨਤ ਦਰਕਾਰ ਹੁੰਦੀ। ਮਾਈਕਲ ਐਂਜਲੋ ਇੱਕ ਜਗ੍ਹਾ ਕਹਿੰਦਾ ਹੈ ਕਿ ਜੇ ਲੋਕਾਂ ਨੂੰ ਕਿਤੇ ਪਤਾ ਚੱਲ ਜਾਏ ਕਿ ਇਹ ਪਰਫੈਕਸ਼ਨ ਜੋ ਮੈਂ ਹਾਸਿਲ ਕੀਤੀ ਆਪਣੇ ਕੰਮ ਵਿੱਚ, ਮਾਈਕਲ ਐਂਜਲੋ ਇੱਕ ਬਹੁਤ ਵੱਡਾ ਮੂਰਤੀਕਾਰ ਹੋਇਆ ਹੈ, ਪੇਂਟਰ ਵੀ ਸੀ, ਆਰਕੀਟੈਕਟ ਵੀ, ਲੇਕਿਨ ਸਕਲਪਚਰ ਉਸਦੀ ਖਾਸੀਅਤ ਸੀ। ਪੱਥਰ ਦੇ ਵਿੱਚ ਰਗ ਰਗ ਦਿਖਾ ਦੇਣੀ, ਫਲੈਸ਼ ਦੇ ਭਾਰ, ਫਲੈਸ਼ ਦਾ ਮਹਿਸੂਸ ਕਰਨਾ, ਧੜਕਣਾ, ਇਹ ਉਸਨੇ ਮਾਸਟਰ ਕੀਤਾ ਹੋਇਆ ਸੀ। ਉਹ ਕਹਿੰਦਾ ਹੈ ਕਿ ਜੇ ਕਿਤੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਪਰਫੈਕਸ਼ਨ ਹਾਸਿਲ ਕਰਨ ਲਈ ਮੈਂ ਕਿੰਨੀ ਮਿਹਨਤ ਕੀਤੀ ਹੈ, ਤਾਂ ਉਹਨਾਂ ਨੂੰ ਕੋਈ ਅਚਰਜ ਨਹੀਂ ਹੋਵੇਗਾ। ਸ਼ਾਇਦ ਗੱਲ ਨਹੀਂ ਉਸ ਤਰ੍ਹਾਂ ਸਮਝ ਆਈ ਜਿਸ ਤਰ੍ਹਾਂ ਉਸਨੇ ਕਿਹਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਨੂੰ ਇਸ ਤਰ੍ਹਾਂ ਸਮਝੀ ਆਪਣੀ ਪੰਜਾਬੀ ਵਿੱਚ, ਜੇ ਪਤਾ ਲੱਗੇ ਕਿ ਇੰਨੀ ਮਿਹਨਤ ਲੈ, ਫਿਰ ਤਾਂ ਮੈਂ ਵੀ ਕਰ ਲੈਣਾ। ਸੋ ਇਹ ਸੀਕ੍ਰੇਟ ਆਪਣੇ ਕੋਲ ਹੀ ਰੱਖਣਾ ਹੁੰਦਾ ਹੈ ਕਿ ਅਸੀਂ ਕਿਸੇ ਕੰਮ 'ਚ ਸਹਿਜ ਸੁਭਾਵਿਕਤਾ ਲਿਆਉਣ ਲਈ, ਨੈਚੁਰੈਲਿਟੀ ਲਿਆਉਣ ਲਈ, ਸਾਦ ਮੁਰਾਦਾ ਕਰਨ ਲਈ ਕਿੰਨੀ ਮਿਹਨਤ ਉਹਦੇ ਪਿੱਛੇ ਕਰਦੇ ਹਾਂ। ਇਸ ਦਾ ਕੋਈ ਸ਼ਾਰਟਕਟ ਨਹੀਂ। ਦੇਖਣ ਵਿੱਚ ਜਿੰਨਾ ਕੋਈ ਚੀਜ਼ ਸਾਧਾਰਨ ਲੱਗਦੀ ਹੈ ਆਰਟ ਦੇ ਵਿੱਚ, ਉਨੀ ਹੀ ਉਸਦੇ ਪਿੱਛੇ ਮਿਹਨਤ ਕੀਤੀ ਗਈ ਹੁੰਦੀ ਹੈ ਕਿ ਇਸ ਦਾ ਸਾਰਾ ਐਫਰਟ ਛੁਪਾ ਲਿਆ ਜਾਵੇ, ਇਹ ਨਾ ਨਜ਼ਰ ਆਵੇ ਕਿ ਅਸੀਂ ਮਿਹਨਤ ਕਿੰਨੀ ਕੀਤੀ ਹੈ, ਬਸ ਉਸਦਾ ਇਫੈਕਟ ਨਜ਼ਰ ਆਵੇ। ਤੇ ਉਹ ਇਫੈਕਟ ਜਦ ਤੱਕ ਦਰਸ਼ਕਾਂ ਨਾਲ ਸਾਂਝਿਆ ਨਹੀਂ ਕੀਤਾ ਜਾ ਸਕਦਾ, ਤਾਂ ਉਹ ਸਾਰੀ ਮਿਹਨਤ ਬੇਕਾਰ। ਇਹ ਕਹਿਣਾ ਕਿ ਅਸੀਂ ਤਾਂ ਬਹੁਤ ਅੱਛਾ ਕੀਤਾ ਸੀ, ਦਰਸ਼ਕਾਂ ਨੂੰ ਸਮਝ ਨਹੀਂ ਆਈ, ਜਾਂ ਦਰਸ਼ਕਾਂ ਦਾ ਮਿਆਰ ਹਜੇ ਉਨਾ ਉੱਚਾ ਨਹੀਂ ਜਿੰਨਾ ਉੱਚਾ ਮੇਰਾ ਕੰਮ ਹੈ, ਮੈਨੂੰ ਇਹ ਗੱਲ ਅਪੀਲ ਨਹੀਂ ਕਰਦੀ। ਦਰਸ਼ਕ ਤੇ ਅਦਾਕਾਰ ਇੱਕ ਮਿਲੀ ਜੁਲੀ ਚੀਜ਼ ਹਨ, ਦੋਨੋਂ ਇੱਕੋ ਵਕਤ ਵਿੱਚ ਇੱਕੋ ਤਰ੍ਹਾਂ ਦਾ ਰਸ ਮਹਿਸੂਸ ਕਰ ਰਹੇ ਹੋਣ ਤਾਂ ਉਸਦੀ ਕਾਮਯਾਬੀ ਹੈ। ਇਹ ਕਹਿਣਾ ਕਿ ਐਕਟਰਸ ਨੇ ਤਾਂ ਬੜੀ ਕੋਸ਼ਿਸ਼ ਕੀਤੀ, ਐਕਟਰਸ ਨੇ ਤਾਂ ਪਤਾ ਨਹੀਂ ਕੀ ਕਰਕੇ ਦਿਖਾ ਦਿੱਤਾ, ਪਰ ਦਰਸ਼ਕ ਸਮਝ ਨਹੀਂ ਸਕੇ। ਉਹ ਇੰਨੇ ਉੱਚੇ ਪੱਧਰ ਤੇ ਕੰਮ ਕਰ ਰਹੇ ਸੀ ਕਿ ਦਰਸ਼ਕਾਂ ਦੇ ਸਿਰ ਤੋਂ ਉੱਪਰੋਂ ਲੰਘ ਗਈ ਗੱਲ। ਨਹੀਂ, ਇਹ ਫਰਜ਼ ਨਿਰਦੇਸ਼ਕ ਦਾ ਮੇਰਾ ਹੈ ਕਿ ਉਹ ਗੱਲ ਮੈਂ ਪਹੁੰਚਾ ਵੀ ਸਕਾਂ, ਸੰਪ੍ਰੇਸ਼ਿਤ ਵੀ ਕਰ ਸਕਾਂ। ਉਸ ਦੀਆਂ ਬਾਰੀਕੀਆਂ ਇੱਕ ਇੱਕ ਕਰਕੇ ਸਾਰੀਆਂ ਨਜ਼ਰ ਭਾਵੇਂ ਨਾ ਆਉਣ, ਜਿਸ ਤਰ੍ਹਾਂ ਆਵਾਜ਼ ਨੂੰ ਸਾਧਣ ਲਈ, ਸੁਰਾਂ ਨੂੰ ਸਾਧਣ ਲਈ ਕਿੰਨੀ ਕੋਸ਼ਿਸ਼ ਕਰਨੀ ਪੈਂਦੀ ਹੈ, ਇਹ ਜਾਣਨ ਦੀ ਜ਼ਰੂਰਤ ਨਹੀਂ। ਜਦੋਂ ਅਸੀਂ ਕੋਈ ਸੁਰ, ਸੰਗੀਤ, ਕੋਈ ਕੰਪੋਜੀਸ਼ਨ ਸੁਣਦੇ ਹਾਂ ਤਾਂ ਜੋ ਆਨੰਦ ਗਾਉਣ ਵਾਲੇ ਨੂੰ ਆ ਰਿਹਾ ਉਹ ਸਾਨੂੰ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਕੰਮ ਇਹਦੇ ਵਿੱਚ ਹੈ। ਬੜਾ ਕਲੈਕਟਿਵ ਜਿਹਾ ਆਰਟ ਹੈ, ਇਸ ਵਿੱਚ ਬਹੁਤ ਲੋਕਾਂ ਦੀ ਬੜੀ ਵੱਡੀ ਸ਼ਮੂਲੀਅਤ ਹੁੰਦੀ ਹੈ, ਪਰ ਉਹਨਾਂ ਸਾਰਿਆਂ ਨੂੰ ਇੱਕ ਸੁਰ ਕਰਨਾ ਤੇ ਉਸ ਇੱਕ ਮੂਮੈਂਟ ਦੇ ਵਿੱਚ ਉਸਨੂੰ ਉਸ ਸ਼ਿੱਦਤ ਨਾਲ ਪੇਸ਼ ਕਰਨਾ ਜੋ ਕਦੀ ਲਿਖਣ ਲੱਗੇ ਰਾਈਟਰ ਨੇ ਮਹਿਸੂਸ ਕੀਤੀ ਸੀ। ਇੱਥੇ ਮੈਂ ਇੱਕ ਹੋਰ ਆਪਣਾ ਭਾਈਵਾਲ ਲੈ ਆਂਦਾ ਵਿੱਚ ਰਾਈਟਰ।
ਬਹੁਤ ਸਾਰੇ ਲੋਕ ਰਾਈਟਰ ਦੀਆਂ ਚੀਜ਼ਾਂ ਨੂੰ ਰਾਈਟਰ ਦੇ ਲਿਖੇ ਹੋਏ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਵਜ੍ਹਾ ਨਹੀਂ ਜਾਣਦਾ ਬਹੁਤੀ ਵੀ ਕਿਉਂ ਕਰਦੇ ਨੇ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਸਕ੍ਰਿਪਟ ਹੈ, ਜੋ ਲਿਖਿਆ ਹੋਇਆ ਮੂਲ ਨਾਟਕ ਹੈ, ਉਸੀ ਦੇ ਵਿੱਚ, ਉਸੀ ਦੇ ਅੰਦਰ ਅੰਦਰ, ਉਸੀ ਸਟਰਕਚਰ ਦੇ ਅੰਦਰ ਅੰਦਰ ਕੋਸ਼ਿਸ਼ ਕਰਕੇ ਮੈਂ ਉਸਦੀ ਇੰਟੈਂਸਿਟੀ, ਉਸਦੀ ਸ਼ਿੱਦਤ, ਉਸਦਾ ਤੀਬਰਤਾ ਵਧਾ ਸਕਾਂ। ਕੋਸ਼ਿਸ਼ ਇਹ ਰਹਿੰਦੀ ਹੈ ਕਿਉਂਕਿ ਰਾਈਟਰ ਨੇ ਲਿਖਣ ਲੱਗੇ, ਮੈਂ ਇੱਕ ਰਾਈਟਰ ਦੇ ਬਹੁਤ ਨਜ਼ਦੀਕ ਰਿਹਾ। ਮੈਨੂੰ ਸ਼ੁਰੂ 'ਚ ਅਵਤਾਰ ਜੀ ਨੇ ਕਿਹਾ ਵੀ ਹੈ ਕਿ ਤੁਸੀਂ ਆਪਣੇ ਮੈਂਟਰ ਬਲਵੰਤ ਗਾਰਗੀ ਬਾਰੇ ਵੀ ਕੋਈ ਗੱਲ ਕਰਨਾ। ਉਹ ਮੈਂ ਚਾਹਾਂ ਜਾਂ ਨਾ ਬਦੋ ਬਦੀ ਆ ਜਾਂਦੀ ਹੈ ਗੱਲ, ਕਿਉਂਕਿ ਮੇਰੀ ਸੀਰੀਅਸ ਸ਼ੁਰੂਆਤ ਥੀਏਟਰ ਬਾਰੇ ਉਹਨਾਂ ਨਾਲ ਹੀ ਹੋਈ। ਅਦਰਵਾਈਜ਼ ਆਮ ਏ ਕੁਆਲੀਫਾਈਡ ਪੇਂਟਰ ਆਰਟਿਸਟ। ਤਾਂ ਇਹ ਉਹੀ ਮੈਨੂੰ, ਮੈਂ ਇੱਥੇ ਆਉਣ ਤੋਂ ਪਹਿਲਾਂ, ਇਸ ਡਿਪਾਰਟਮੈਂਟ ਨੂੰ ਜੁਆਇਨ ਕਰਨ ਤੋਂ ਪਹਿਲਾਂ ਪਹਿਲਾਂ ਵਿਦਿਆਰਥੀ ਸੀ ਆਰਟਸ ਕਾਲਜ ਵਿੱਚ। ਫਿਰ 5 ਸਾਲ ਦੀ ਘਾਲਣਾ ਤੋਂ ਬਾਅਦ ਉੱਥੇ ਹੀ ਪੜ੍ਹਾਉਣ ਲੱਗ ਗਿਆ। ਆਪਣਾ ਪਿੜ ਸੀ, ਆਪਣਾ ਖੇਤਰ ਸੀ, ਚੰਗਾ ਲੱਗ ਰਿਹਾ ਸੀ ਕਿ ਜਿੱਥੇ ਮੈਂ 5 ਸਾਲ ਵਿਦਿਆਰਥੀ ਦੇ ਤੌਰ ਤੇ ਜਾਂਦਾ ਰਿਹਾ, ਅਗਲੇ ਸੈਸ਼ਨ 'ਚ ਮੈਂ ਉੱਥੇ ਅਧਿਆਪਕ ਦੇ ਤੌਰ ਤੇ ਜਾ ਰਿਹਾ। 19-20 ਸਾਲ ਦਾ ਸੀ ਮੈਂ ਉਦੋਂ। ਤੇ ਦੋਨੋਂ ਤਰ੍ਹਾਂ ਦੀਆਂ ਫੀਲਿੰਗਸ ਮੇਰੇ ਅੰਦਰ ਆਈਆਂ। ਇੱਕ ਤਾਂ ਇਹ ਕਿ ਇਟ ਇਜ਼ ਟੂ ਅਰਲੀ ਟੂ ਬੀ ਅ ਟੀਚਰ, ਤੇ ਦੂਸਰਾ ਇਹ ਵੀ ਕਿ ਜੇ ਮੈਨੂੰ ਲੱਗਦਾ ਹੈ ਕਿ ਮੈਂ ਕੁਝ ਸਿੱਖਿਆ ਤਾਂ ਮੈਂ ਆਪਣੇ, ਜ਼ਿਆਦਾਤਰ ਜਿਹੜੇ ਸਟੂਡੈਂਟਸ ਮੈਨੂੰ ਮਿਲੇ ਉਹ ਮੇਰੇ ਕਈ ਵਾਰੀ ਹਮ ਉਮਰ ਵੀ ਹੁੰਦੇ ਸੀ, ਤਾਂ ਜੇ ਮੈਂ ਇਹਨਾਂ ਨਾਲ ਸਾਂਝਿਆਂ ਕਰ ਸਕਦਾ। ਇੱਕ ਹੋਰ ਛੋਟੀ ਜਿਹੀ ਚੀਜ਼, ਮੈਂ ਜੇ ਮੇਰੇ ਸ਼ੈਲੀ ਜਾਂ ਮੇਰੇ ਵਰਕ ਸਟਾਈਲ ਬਾਰੇ ਕੋਈ ਇੱਛਾ ਰੱਖਦਾ ਹੋਵੇ ਜਾਣਨ ਦੀ, ਤਾਂ ਇਹ ਹੈ ਮੈਂ ਜਦੋਂ 5 ਸਾਲ ਉੱਥੇ ਪੜ੍ਹ ਰਿਹਾ ਸੀ ਤਾਂ ਮੈਂ ਆਪਣੇ ਸੀਨੀਅਰ, ਜੋ ਬਹੁਤ ਮਾਨਯੋਗ, ਪਿਆਰ ਨਾਲ ਪੜ੍ਹਾਉਣ ਵਾਲੇ, ਬੜੇ ਵਿਦਵਾਨ, ਐਕਸਪੀਰੀਅੰਸ ਸੁਸ਼ੀਲ ਸਰਕਾਰ ਜੀ, ਰਤਨ ਸਾਹਿਬ, ਜੈਨ ਸਾਹਿਬ, ਬੜੇ ਟੀਚਰਸ ਨਾਲ ਮੈਨੂੰ ਨਿੱਘ ਨਾਲ, ਤੇ ਬੜਾ ਅਜੀਬ ਜਿਹਾ ਤਰੀਕਾ ਸੀ, ਅੱਜ ਕੱਲ੍ਹ ਅਜੀਬ ਲੱਗੇਗਾ। 1 ਸਾਲ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 4 ਜਾਂ 5 ਵਜੇ ਤੱਕ ਇੱਕ ਟੀਚਰ ਤੁਹਾਨੂੰ 1 ਸਾਲ ਪੜ੍ਹਾਉਂ। ਜਿਹੜੇ ਕੋਈ ਯੰਗ ਲੋਕ ਮੈਨੂੰ ਸੁਣ ਰਹੇ ਹੋਣਗੇ, ਬੋਰ ਬੋਲ ਰਹੇ ਹੋਣਗੇ, ਨਹੀਂ, ਮੈਂ ਤਾਂ ਇਸ ਨੂੰ ਖੁਸ਼ਕਿਸਮਤੀ ਸਮਝਦਾ ਰਿਹਾ ਕਿ ਇੱਕ ਗੁਰੂ ਦੇ ਨੀਚੇ ਤੁਸੀਂ ਇਤਨਾ, ਯਾਨੀ ਤੁਹਾਨੂੰ ਇੰਨਾ ਵਕਤ ਦੇ ਸਕਦਾ। ਤਾਂ ਉਹ ਮੈਨੂੰ ਲੱਗਦਾ ਸੀ ਕਿ ਜੇ ਮੈਂ ਸਿੱਖਿਆ ਪਰ ਆਪਣੇ ਵੱਲੋਂ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ, ਸ਼ਾਇਦ ਤੁਸੀਂ ਮੈਨੂੰ ਜਾਂ ਮੇਰੇ ਕੰਮ ਨੂੰ ਜਾਣਨ 'ਚ ਮਦਦ ਕਰੇ। ਕਿ ਮੇਰੇ ਸਾਰੇ ਟੀਚਰਸ, ਜਦੋਂ ਅਸੀਂ ਸਾਹਮਣੇ ਡਰਾਇੰਗ ਬੋਰਡ ਤੇ ਸ਼ੀਟ ਰੱਖ ਕੇ ਕੋਈ ਕੰਮ ਕਰ ਰਹੇ ਹੁੰਦੇ, ਸਟਿਲ ਲਾਈਫ ਬਣਾ ਰਹੇ ਹੋ, ਲੈਂਡਸਕੇਪ ਬਣਾ, ਕਈ ਚੀਜ਼ਾਂ, ਮੈਨੂੰ ਨਹੀਂ ਪਤਾ ਕਿੰਨੀ ਦਿਲਚਸਪੀ ਹੈ, ਲੇਕਿਨ ਮੈਂ ਕਿਉਂਕਿ ਆਪਣੇ ਕੰਮ ਦੇ ਵਰਕ ਦੇ ਬਾਰੇ ਸ਼ਾਇਦ ਮੇਰੇ ਜਿਹੜੇ ਸੁਣਨ ਵਾਲੇ ਨੇ ਉਹ ਸਮਝ ਸਕਣ, ਤਾਂ ਉਹ ਜਦੋਂ ਵੀ ਕੋਈ ਚੀਜ਼ ਮੈਂ ਗਲਤ ਕਰ ਰਿਹਾ ਹੁੰਦਾ ਤਾਂ ਉਹ ਕਹਿੰਦੇ ਸੀਟ ਤੋਂ ਉੱਠੋ, ਤੇ ਮੇਰੀ ਸੀਟ ਤੇ ਉਹ ਬੈਠ ਜਾਂਦੇ, ਤੇ ਉਹ ਜੋ ਮੈਂ ਗਲਤ ਕਰ ਰਿਹਾ ਹੁੰਦਾ ਉਹ ਠੀਕ ਕਰਕੇ ਚਲੇ ਜਾਂਦੇ। ਅੱਛਾ ਲੱਗਦਾ ਕਿ, ਲੇਕਿਨ ਜਦੋਂ ਮੈਂ ਅਧਿਆਪਕ ਬਣਿਆ ਤਾਂ ਮੈਂ ਇਹ ਕੋਸ਼ਿਸ਼ ਕੀਤੀ ਕਿ ਜਦੋਂ ਉਹ ਕੰਮ ਕਰ ਰਿਹਾ ਹੈ, ਤੇ ਜਦੋਂ ਜਿਹੜੀ ਗਲਤੀ ਆਪਣੀ ਪੈਨਸਿਲ ਨਾਲ ਜਾਂ ਬ੍ਰਸ਼ ਨਾਲ ਉਹ ਕਰਨ ਜਾ ਰਿਹਾ ਹੈ ਜਾਂ ਕਰ ਰਿਹਾ ਹੈ, ਸੋ ਮੈਂ ਉਸਨੂੰ ਉੱਥੇ ਹੀ ਇਹ ਕਹਿਣ ਦੀ, ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਤਾਂ ਮੈਨੂੰ ਸਮਝ ਆ ਚੁੱਕਿਆ ਸੀ ਕਿ ਜੇ ਮੈਂ ਇਸਨੂੰ ਕਹਾਂਗਾ ਉੱਠ, ਤੇ ਮੈਂ ਉਹਦੀ ਜਗ੍ਹਾ ਬੈਠ ਕੇ ਠੀਕ ਕਰ ਹੀ ਦਿਆਂ, ਪਰ ਇਸ ਦੇ ਮਾਧਿਅਮ ਨਾਲ ਮੈਂ ਉਹਨੂੰ ਕਿਸ ਤਰ੍ਹਾਂ ਅਚੀਵ ਕਰਨਾ, ਇਹ ਗੱਲ ਮੇਰੇ ਐਕਟਰਸ ਨਾਲ ਕੰਮ ਕਰਨ 'ਚ ਬਹੁਤ ਕੰਮ ਆਈ। ਐਕਟਰਸ ਇੱਕ એનર્ਜੀ ਦਾ ਵਲਵਲਾ ਹੁੰਦਾ। ਐਕਟਰ, ਜੋ ਐਕਟਰ ਹੈ, ਬਹੁਤ એનર્ਜੀ, ਬਹੁਤ ਕੁਝ ਕਰਕੇ ਦਿਖਾਉਣ ਦੀ ਇੱਛਾ, ਪਰ ਰਾਹ ਨਹੀਂ ਪਤਾ ਹੁੰਦਾ ਸਾਰਾ ਕੁਝ ਉਸਦੇ ਅੰਦਰ ਹੀ ਹੈ, ਜਿਸ ਤਰ੍ਹਾਂ ਸਾਜ਼ ਦੇ ਅੰਦਰ ਸਾਰੇ ਸੁਰ ਛੁਪੇ ਹੁੰਦੇ ਨੇ, ਪਰ ਉਸ ਚੋਂ ਉਹ ਕੰਮ ਲੈ ਲੈਣਾ, ਇਹਨਾਂ ਨੇ ਜਿਸ ਬਾਰੀਕੀ ਨਾਲ ਮੇਰਾ ਪਲੇ ਦੇਖਿਆ ਹੈ, ਜਿਨ੍ਹਾਂ ਲੋਕਾਂ ਨੇ ਵੀ ਦੇਖਿਆ ਹੋਵੇਗਾ, ਜੋ ਮੈਤਰੇय ਦੀ ਗੱਲ ਕਰਦੇ ਨੇ, ਜਦੋਂ ਰਾਜੇ ਕਸ਼ਾਲਾ ਦੀ ਗੱਲ ਕਰਦੇ ਨੇ, ਹੋਰ ਪਲੇਸ ਦੇ ਵਿੱਚ ਪ੍ਰਸਪੈਰੋ ਦੀ ਗੱਲ ਕਰਦੇ ਨੇ, ਈਡੀਪਸ ਤੇ
कॉमेडी ऑफ एरर्स, मिडसमर नाइट्स ड्रीम, आषाढ़ का एक दिन, लोहा कुट। खैर मैं बहुता नहीं कहना चाहूँगा, क्योंकि शायद जिन्हों ने देखा है वो उन्होंने मौका मिले तो मैं इंटरैक्शन च ज़्यादा बिलीव करदा, क्योंकि ਜਦੋਂ ਤੋਂ ਸਮਝ ਆਈ ਹੈ, ਸੋਝੀ ਆਈ ਹੈ, ਸੋਝੀ ਆਣਾ ਕਹਿੰਦੇ, ਜਦ ਤੋਂ ਸੋਝੀ ਆਈ ਹੈ ਤਾਂ ਕਾਨਫਰੰਸ, ਲੈਕਚਰ, ਸੈਮੀਨਾਰ ਇਹ ਸਾਰੇ ਅਟੈਂਡ ਕੀਤੇ, ਤਾਂ ਬਹੁਤਾ ਮੇਰਾ ਵਿਊ ਇਹ ਬਣਿਆ ਐਜ਼ ਅ ਯੰਗ ਪਰਸਨ ਕਿ ਜਿਹੜੇ ਵੀ ਬੋਲਣ ਵਾਲੇ ਆਉਂਦੇ ਨੇ ਉਹ ਆਪਣੇ ਵਿਦਵਤਾ ਦਾ ਮੁਜ਼ਾਹਰਾ ਕਰਕੇ ਜਾਂਦੇ ਨੇ। ਸਾਰੇ ਵਿੱਚੋਂ ਮੈਨੂੰ ਇਹ ਸਮਝ ਆਉਂਦਾ ਕਿ ਇਹ ਕਿੰਨੇ ਵਿਦਵਾਨ ਨੇ, ਇਹ ਕਿੰਨੇ ਉੱਚ ਨੇ, ਇਹ ਕਿੰਨੇ, ਲੇਕਿਨ ਉਹਨਾਂ ਦਾ ਕਿਹਾ ਹੋਇਆ ਸਾਰਾ ਕੁਝ ਮੈਨੂੰ ਸਮਝ ਆ ਜਾਏ ਇਹੋ ਜਿਹਾ ਘੱਟ ਹੀ ਹੁੰਦਾ ਸੀ। ਬਲਕਿ ਮੈਂ ਤਾਂ ਕੋਸ਼ਿਸ਼ ਕਰਦਾ, ਜੇ ਮੈਂ ਜਦੋਂ ਮੈਨੂੰ ਯਾਦ ਆਉਂਦਾ ਪਹਿਲੀ ਵਾਰੀ ਜਦੋਂ ਸਟ੍ਰਿੰਡਬਰਗ ਦਾ ਨਾਮ ਸੁਣਿਆ ਤਾਂ ਮੈਨੂੰ ਨਹੀਂ ਸੀ ਪਤਾ, ਉਦੋਂ ਇਹ ਸਾਡੇ ਕੋਲ ਗੂਗਲ ਜਾਦੂ ਦਾ ਪਿਟਾਰਾ ਵੀ ਨਹੀਂ ਸੀ। ਇਹ ਗੱਲ ਹੈ ਕੋਈ 68-69 ਦੀ, 68-69 ਜਦੋਂ ਮੈਂ ਗਾਰਗੀ ਸਾਹਿਬ ਨਾਲ ਕੰਮ ਕਰਨਾ ਸ਼ੁਰੂ ਕੀਤਾ। ਤੇ ਕੁਝ ਸੁਭਾਅ ਵੱਲੋਂ ਇਹੋ ਜਿਹਾ ਵੀ ਨਹੀਂ ਸੀ ਕਿ ਸਿੱਧਾ ਜਾ ਕੇ ਪੁੱਛ ਲੈ ਬੰਦਾ ਕਿ ਸਟ੍ਰਿੰਡਬਰਗ ਕੀ ਹੁੰਦਾ। ਸੋ ਲਾਇਬ੍ਰੇਰੀ ਵਿੱਚ ਐਨਸਾਈਕਲੋਪੀਡੀਆਜ਼ ਇੱਕ ਦੂਸਰਾ ਤੀਸਰਾ ਕਿਤਾਬਾਂ ਲੱਗ ਕੇ, ਸਟ੍ਰਿੰਡਬਰਗ ਪਹਿਲੀ ਵਾਰੀ ਸੁਣੋ ਜਲਦੀ ਚ ਕਿਸੇ ਨੇ ਬੋਲ ਦਿੱਤਾ, ਸਪੈਲਿੰਗਸ ਵੀ ਨਹੀਂ ਸਮਝ ਆਉਂਦੇ। ਸੋ ਆਈ ਟੁਕ ਇਟ ਅਪਨ ਮਾਈ ਸੈਲਫ ਕਿ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਆਪ ਵਿੱਚ ਇੰਪਰੂਵ ਕਰਨੀਆਂ ਹਨ। ਇਹ ਮੇਰੀਆਂ ਕਮੀਆਂ ਹਨ। ਮੈਨੂੰ ਕਿਉਂ ਨਹੀਂ ਪਤਾ ਸਟ੍ਰਿੰਡਬਰਗ ਕੌਣ ਸੀ, ਮੈਨੂੰ ਕਿਉਂ ਨਹੀਂ ਪਤਾ ਮੇਲ ਆਫਾਮ ਕੌਣ ਸੀ, ਮੈਨੂੰ ਕਿਉਂ ਨਹੀਂ ਪਤਾ ਬ੍ਰੈਖਟ ਕੌਣ ਸੀ। ਸੋ ਇਹ ਚੀਜ਼ਾਂ ਅੱਜ ਕੱਲ੍ਹ ਤਾਂ ਮੈਂ 50 ਸਾਲ ਕਲਾਸਰੂਮ 'ਚ ਬੈਠਦੇ ਆ, ਇਹ ਤਬਦੀਲੀ ਮਹਿਸੂਸ ਕੀਤੀ ਕਿ ਪਹਿਲਾਂ ਅਗਰ ਕੋਈ ਇਹੋ ਜਿਹੀ ਗੱਲ ਹੋ ਜਾਂਦੀ ਸੀ ਤਾਂ ਸਟੂਡੈਂਟਸ ਵੀ ਮੇਰੇ ਵੱਲ ਹੀ ਦੇਖਦੇ ਸੀ ਵੀ ਦੱਸੋ, ਤੁਸੀਂ ਦੱਸੋਗੇ ਤਾਂ ਸਾਨੂੰ ਪਤਾ ਚੱਲੇਗਾ। ਪਰ ਹੁਣ ਪਿਛਲੇ ਕੋਈ 10 ਸਾਲ ਤੋਂ ਤੁਸੀਂ ਲਫ਼ਜ਼ ਬੋਲੋ ਉਹਨਾਂ ਦੇ ਹੱਥ ਚੱਲ ਪੈਂਦੇ ਨੇ ਤੇ ਉਂਗਲੀਆਂ ਨਾਲ ਫਟਾਫਟ, ਇਹ ਅੱਛਾ ਜੀ ਇਹ ਸਾਹਿਰ ਦਾ ਲਿਖਿਆ ਹੋਇਆ। ਮੈਂ ਕਿਸੇ ਅਗਰ ਜੇ ਕੋਈ ਗਜ਼ਲ ਦਾ ਕੋਈ ਟੁਕੜਾ ਪੜ੍ਹ ਦਿੱਤਾ ਤਾਂ ਉਹ ਫਟਾਫਟ ਉਸ 'ਤੇ ਪਾਉਂਦੇ ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਸਾਹਿਰ ਲੁਧਿਆਣੇ ਨੇ ਲਿਖਿਆ। ਬਸ ਇਹ ਪੱਧਤੀ, ਇਹ ਤਰੀਕਾ ਬਣ ਗਿਆ ਅੱਜ ਕੱਲ੍ਹ ਦਾ ਕਿ ਸਾਨੂੰ ਪਤਾ ਚੱਲ ਗਿਆ, ਪਰ ਉਸਦੀ ਗਹਿਰਾਈ, ਉਸਦੇ ਬਾਕੀ ਪੱਖ, ਉਹ ਅੱਗਿਓਂ ਇਸ ਤਰ੍ਹਾਂ ਦਿਸਦਾ, ਸੱਜਿਓਂ ਖੱਬਿਓਂ ਕਿਸ ਤਰ੍ਹਾਂ ਦਿਖਦਾ, ਪਿੱਛੋਂ ਕਿਸ ਤਰ੍ਹਾਂ ਦਿਸਦਾ। ਇਹ जिन्हें नाज है हिंद पर वो कहाँ है, सुन लेना काफ़ी है ਤੇ ਆਨੰਦ ਲੈ ਲੈਣਾ ਕਾਫੀ। ਪਰ ਜੇ ਮੈਨੂੰ ਇਹ ਵੀ ਪਤਾ ਹੋਵੇ ਕਿ ਸਾਹਿਰ ਨੇ ਇਸ ਨੂੰ ਸਾਡੇ ਲਈ ਸਿੰਪਲ ਕਰਕੇ ਲਿਖਿਆ, ਅਦਰਵਾਈਜ਼ ਇਸ ਤੋਂ ਪਹਿਲਾਂ ਉਸਦੀ ਅਸਲੀ ਸ਼ਬਦ ਇਹ ਸਨ, ਸਨਾ ਖਾਨੇ ਤਕਦੀ ਸੇ ਮਸ਼ਰਿਕ ਕਹਾਂ, ਸਨਾ ਖਾਨੇ ਤਕਦੀ ਸੇ ਮਸ਼ਰਿਕ ਕਹਾਂ, ਜਿਨ੍ਹਾਂ ਨੂੰ ਮਸ਼ਰਿਕ ਦੀ ਤਕਦੀਸ, ਪਵਿੱਤਰਤਾ ਦਾ ਗੁਣ ਗਾਉਂਦੇ ਆ ਦਿਨ ਰਾਤ, ਉਹ ਕਿੱਥੇ। ਤੇ ਉਸੇ ਵਜ਼ਨ ਦੇ ਵਿੱਚ ਉਸਨੇ ਇਸ ਨੂੰ ਲਿਖਿਆ, ਜਿन्हें ਨਾਜ਼ ਹੈ ਹਿੰਦ ਪਰ ਉਹ ਕਹਾਂ। ਮੈਨੂੰ ਜਦੋਂ ਪਹਿਲੀ ਵਾਰ ਇਹ ਪਤਾ ਚੱਲਿਆ ਤਾਂ ਇਸ ਨੂੰ ਮੈਂ ਆਪਣੇ ਲਈ ਇਸ ਤਰ੍ਹਾਂ ਅਪਣਾਇਆ ਕਿ ਇਹ ਮੇਰਾ ਫਰਜ਼ ਬਣਦਾ ਹੈ, ਜਿਸ ਤਰ੍ਹਾਂ ਸਾਹਿਰ ਦਾ ਬਣਿਆ ਸੀ ਕਿ ਲੋਕਾਂ ਤੱਕ ਵੀ ਪਹੁੰਚਣਾ ਚਾਹੀਦਾ। ਕੁਝ ਵਿਦਵਾਨ ਤਾਂ ਉਸਦੀ ਪਹਿਲੀ ਗੱਲ ਵੀ ਸਮਝਦੇ ਸੀ, ਸਨਾ ਖਾਨੇ ਤਕਦੀ ਸੇ ਮਸ਼ਰਿਕ ਕਹਾਂ, ਪਰ ਜਦੋਂ ਉਸਨੇ ਕਿਹਾ ਜਿन्हें ਨਾਜ਼ ਹੈ ਹਿੰਦ ਪਰ ਉਹ ਕਹਾਂ ਹੈ, ਤਾਂ ਉਹ ਜ਼ਿਆਦਾ ਲੋਕਾਂ ਤੱਕ ਪਹੁੰਚਿਆ, ਜ਼ਿਆਦਾ ਲੋਕਾਂ ਨੂੰ ਸਮਝ ਆਇਆ, ਜ਼ਿਆਦਾ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਸਾਨੂੰ ਵੀ ਸਮਝ ਆ ਸਕਦਾ ਔਖੀਆਂ ਗੱਲਾਂ। ਸੋ ਉਹਨਾਂ ਨੂੰ, ਉਹਨਾਂ ਦੇ ਟੇਸਟ ਨੂੰ ਕਿੰਨਾ ਚੰਗਾ ਲੱਗਿਆ ਹੋਵੇਗਾ। ਇਸ ਤੋਂ ਪਹਿਲਾਂ ਤਾਂ ਕੋਈ ਗੱਲ ਦੂਰ ਦੀ ਲੱਗਦੀ ਸੀ। ਹੁਣ ਵੀ ਚੰਗੀਆਂ ਚੰਗੀਆਂ ਗਜ਼ਲਾਂ ਅਸੀਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਸੁਣਦੇ ਹਾਂ, ਖੁਸ਼ ਹੋ ਜਾਂਦੇ ਹਾਂ, ਆਨੰਦ ਲੈਂਦੇ ਹਾਂ, ਮਜ਼ਾ ਆਉਂਦਾ। ਪਰ ਜੇ ਸਾਨੂੰ ਉਹ ਉਹਨਾਂ ਉਰਦੂ ਲਫ਼ਜ਼ਾਂ ਦੇ ਅਰਥ ਵੀ ਸਮਝ ਆ ਜਾਣ ਤੇ ਜ਼ਿਆਦਾ ਚੰਗਾ ਲੱਗੇਗਾ, ਜ਼ਿਆਦਾ ਮਜ਼ਾ ਆਏਗਾ। ਮੈਂ ਮਹਿਸੂਸ ਕੀਤਾ। ਸੋ ਮੈਂ ਇਸੇ ਤਰ੍ਹਾਂ ਹੀ ਆਪਣੇ ਸਟੂਡੈਂਟਸ ਨਾਲ ਵੀ ਸਾਂਝਾ ਕਰਦਾ ਰਿਹਾ। ਤੇ ਇਹ ਕੋਈ ਇਤਫਾਕ ਨਹੀਂ ਹੈ, ਕੋਈ ਐਕਸੀਡੈਂਟਲ ਨਹੀਂ ਹੈ ਕਿ ਇੰਡੀਅਨ ਥੀਏਟਰ ਵਿੱਚੋਂ ਪੜ੍ਹ ਕੇ ਜਾਣ ਵਾਲੇ ਸਾਰੇ ਸਟੂਡੈਂਟਸ ਬਹੁਤ ਅੱਛੇ ਅਭਿਨੇਤਾ, ਬਹੁਤ ਅੱਛੇ ਥੀਏਟਰ ਵਾਲੇ ਹੁੰਦੇ ਨੇ, ਪਰ ਨਾਲ ਹੀ ਨਾਲ ਚੰਗੇ ਇਨਸਾਨ ਵੀ ਹੁੰਦੇ। ਇਸ ਦੇ ਲਈ ਕੋਸ਼ਿਸ਼ ਕਰਨੀ ਪੈਂਦੀ ਹੈ। ਪਹਿਲੇ ਦਿਨ ਤੋਂ ਜਦੋਂ ਮੈਂ 68 ਤੋਂ 72 ਤੱਕ ਗਾਰਗੀ ਸਾਹਿਬ ਨਾਲ ਇਸ ਗੱਲ ਵਿੱਚ ਮਸ਼ਗੂਲ ਰਿਹਾ ਕਿ ਇੱਥੇ ਇੱਕ ਗਾਰਗੀ ਸਾਹਿਬ ਦਾ ਸੁਪਨਾ ਸਾਕਾਰ ਕੀਤਾ ਜਾਵੇ ਕਿ ਇਸ ਖੇਤਰ ਵਿੱਚ ਵੀ, ਪੰਜਾਬ ਦੇ ਇਸ ਖੇਤਰ ਵਿੱਚ ਵੀ
ਇੱਕ ਟ੍ਰੇਨਿੰਗ ਇੰਸਟੀਚਿਊਟ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਸਾਡਾ ਪੰਜਾਬੀ ਬੱਚਾ ਉਸ ਐਕਸਪੋਜ਼ਰ ਨੂੰ ਹਾਸਲ ਕਰ ਸਕੇ, ਜਿਸ ਦੇ ਨਾਲ ਜਦੋਂ ਉਹ NSD ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਜਾ ਕੇ ਐਡਮਿਸ਼ਨ ਲੈਣਾ ਚਾਹੁੰਦਾ ਹੈ ਤੇ ਉਸਨੂੰ ਸਿਰਫ ਇਸ ਲਈ ਨਹੀਂ ਮਿਲਦੀ ਕਿ ਉਸਦਾ ਐਕਸਪੋਜ਼ਰ ਘੱਟ ਹੈ। ਉੱਥੇ ਬੰਗਾਲੀ, ਮਹਾਰਾਸ਼ਟਰੀਅਨ, ਕੇਰਲਾਈਟ ਇਹੋ ਜਿਹੇ ਲੋਕ ਉਸ ਦੇ ਉੱਤੇ ਤਰਜੀਹ ਪਾ ਜਾਂਦੇ ਨੇ, ਕਿਉਂਕਿ ਉਹਨਾਂ ਦਾ ਐਕਸਪੋਜ਼ਰ ਜ਼ਿਆਦਾ ਹੈ। ਉਹਨਾਂ ਨੂੰ ਥੀਏਟਰ ਬਾਰੇ, ਰੰਗਮੰਚ ਬਾਰੇ ਉਹਨਾਂ ਦੇ ਸਕੂਲੀ ਕਾਲਜੀ ਦਿਨਾਂ ਤੋਂ ਜਾਂ ਯੂਨੀਵਰਸਿਟੀ ਦੇ ਦਿਨਾਂ ਤੋਂ ਜ਼ਿਆਦਾ ਐਕਸਪੋਜ਼ਰ ਮਿਲਿਆ, ਜ਼ਿਆਦਾ ਉਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ, ਚੰਗੇ ਨਾਟਕ। ਪਰ ਇਹ ਨਹੀਂ, ਮੈਂ ਇਸ ਲਈ ਨਹੀਂ ਕਹਿੰਦਾ ਕਿ ਸਾਡੇ ਮਲੇਰਕੋਟਲਾ ਤੋਂ ਆਉਣ ਵਾਲਾ ਜਾਂ ਮੁਕੇਰੀਆਂ ਤੋਂ ਆਉਣ ਵਾਲਾ ਬੱਚਾ ਦਾ ਕੋਈ ਕਸੂਰ ਨਹੀਂ, ਉਸਨੂੰ ਵੀ ਮੈਂ ਜ਼ਰੂਰ ਪੁਆਇੰਟ ਆਊਟ ਕਰਦਾ। ਆਉਂਦੇ ਜੀ ਬਹੁਤ ਸਾਰੇ ਬੱਚੇ, ਮੈਂ 72 ਤੋਂ ਪਹਿਲੇ ਸਾਲ ਤੋਂ ਲੈ ਕੇ ਆਖਰੀ ਸਾਲ ਜਦ ਤੱਕ ਮੈਂ ਡਿਪਾਰਟਮੈਂਟ ਛੱਡਿਆ ਨਹੀਂ, ਮੈਂ ਨਹੀਂ ਸੀ ਛੱਡਦਾ, ਡਿਪਾਰਟਮੈਂਟ ਨੇ ਮੈਨੂੰ ਛੱਡਿਆ। ਸੋ ਉਦੋਂ ਤੱਕ ਮੈਂ ਸਾਰੀਆਂ ਸਿਲੈਕਸ਼ਨ ਕਮੇਟੀਜ਼ ਵਿੱਚ ਸੀਗਾ ਤੇ ਸਾਰੇ ਬੱਚੇ ਇਸੀ ਖੇਤਰ ਚੋਂ ਆਉਂਦੇ, ਪੰਜਾਬ, ਹਿਮਾਚਲ, ਹਰਿਆਣਾ, ਫਿਰ ਦੂਰੋਂ ਦੂਰੋਂ ਵੀ, ਕਸ਼ਮੀਰ ਤੋਂ ਵੀ, ਬਿਹਾਰ ਤੋਂ ਵੀ, ਬੰਗਲੌਰ ਤੋਂ ਵੀ ਸਟੂਡੈਂਟਸ, ਇੱਕ ਕੋਰੀਅਨ ਵੀ ਸੀ ਸਾਡੇ ਕੋਲ। ਸੋ ਇਹ ਸਾਰੇ, ਤੋਂ ਉਹ ਸਾਰੀਆਂ ਸਿਲੈਕਸ਼ਨ ਕਮੇਟੀਜ਼ ਦੇ ਜੋ ਮੈਂ ਮਹਿਸੂਸ ਕੀਤਾ, ਜਿਸ ਦਾ ਮੈਂ ਹਜੇ ਵੀ ਪੂਰਾ ਜੋ ਕ੍ਰੈਡਿਟ ਹੈ ਗਾਰਗੀ ਸਾਹਿਬ ਨੂੰ ਦਿੰਦਾ ਕਿ ਉਹਨਾਂ ਨੇ ਮੈਨੂੰ ਇਸ ਵਿੱਚ ਇਨੀਸ਼ੀਏਟ ਕੀਤਾ ਪਹਿਲੇ ਦਿਨ ਤੋਂ ਹੀ। ਹਾਲਾਂਕਿ ਜਦੋਂ ਮੈਂ ਜਾਣ ਨਹੀਂ ਸੀ ਕੀਤਾ, ਜਿਹੜਾ ਪਹਿਲਾਂ 72 ਦੇ ਵਿੱਚ ਸਿਲੈਕਸ਼ਨ ਹੋਈ, ਮੈਂ ਉਦੋਂ ਆਰਟਸ ਕਾਲਜ ਪੜ੍ਹਾਉਂਦਾ ਸੀ, ਤਾਂ ਉਹਨਾਂ ਨੇ ਮੈਨੂੰ ਐਜ਼ ਇਨਵਾਈਟੀ ਸਿਲੈਕਸ਼ਨ ਕਮੇਟੀ ਵਿੱਚ ਰੱਖਿਆ ਬਾਅਦ, ਤੇ ਉਸ ਤੋਂ ਬਾਅਦ ਹਮੇਸ਼ਾ 73 ਤੋਂ ਆਨਵਰਡਸ ਰੈਗੂਲਰਲੀ। ਤਾਂ ਬੱਚੇ ਅਕਸਰ ਕਹਿੰਦੇ ਆ ਕੇ ਪੰਜਾਬੀ ਦੇ ਕਿ ਜੀ ਸ਼ੌਕ ਤਾਂ ਬਹੁਤ ਹੈ, ਮੌਕਾ ਨਹੀਂ ਮਿਲਿਆ। ਮੇਰੇ ਨਾਲ ਹੋਰ ਵਿਦਵਾਨ ਵੀ ਬੈਠ, ਗਾਰਗੀ ਸਾਹਿਬ ਖੁਦ ਸਨ, ਤੇ ਇੱਕ ਵਾਰੀ ਗੋਸਵਾਮੀ ਸਾਹਿਬ ਵੀ ਆਏ ਸੀ, ਇੱਕ ਵਾਰੀ ਪਟਲ ਬਾਹਰੋਂ ਜਿਹਨਾਂ ਨੂੰ ਬੁਲਾਉਂਦੇ ਸੀ, ਰਾਜਕੁਮਾਰ KP ਸਿਨਹਾ ਡਾਂਸ ਦੇ ਐਕਸਪਰਟ ਸੀਗੇ, ਉਹਨਾਂ ਨੂੰ ਬਿਠਾਇਆ ਜਾਂਦਾ, ਇੱਕ ਵਾਰੀ ਹਿੰਦੀ ਦੇ ਪ੍ਰੋਫੈਸਰ ਮਹਿੰਦੀ। ਸੋ ਇੱਕ ਸਿਲੈਕਸ਼ਨ ਬੋਰਡ ਬਣਦਾ, ਉਸ ਦੇ ਵਿੱਚ ਮੈਂ ਸਭ ਤੋਂ ਘੱਟ ਉਮਰ ਦਾ, ਜਾਂ ਸਮਝ ਲਓ ਡਾਇਰੈਕਟਲੀ ਥੀਏਟਰ ਨਾਲ ਸੰਬੰਧਿਤ ਨਾ ਹੋਣ ਵਾਲਾ, ਤਾਂ ਮੈਨੂੰ ਬੱਚਿਆਂ ਨੂੰ ਇਹ ਪੁੱਛਣ ਦਾ ਮੌਕਾ ਮਿਲਦਾ ਆਹਿਸਤਾ ਆਹਿਸਤਾ ਜ਼ਿਆਦਾ। ਤੁਹਾਡੀ ਵੀਡੀਓ ਇੱਕਦਮ ਰੁਕ ਗਈ ਤੇ ਆਵਾਜ਼ ਵੀ ਰੁਕ ਗਈ। ਹਾਂ, ਹੋ ਗਿਆ ਸ਼ੁਰੂ। ਹਾਂਜੀ, ਖਾਸ ਰੋਕ ਸੀ ਕਿ ਕਿਤਾਬ ਨਹੀਂ ਪੜ੍ਹਨੀ ਆਪ ਚੁੱਕ ਕੇ? ਨਹੀਂ ਜੀ, ਕਹਿੰਦੇ। ਮੈਂ ਕਿਹਾ ਫਿਰ ਇਹ ਸਾਨੂੰ ਮੌਕਾ ਨਹੀਂ ਮਿਲਿਆ, ਕੀ ਮਤਲਬ? ਇੱਥੇ ਆਉਣ ਤੱਕ ਕੋਈ ਨਾਟਕ ਨਹੀਂ ਪੜ੍ਹਿਆ, ਕੋਈ ਨਾਵਲ ਨਹੀਂ ਪੜ੍ਹਿਆ, ਕੋਈ ਪ੍ਰੇਮਚੰਦ ਦੀ ਕਹਾਣੀ ਨਹੀਂ ਪੜ੍ਹੀ, ਜੋ ਕਿ ਸਾਰੀਆਂ ਲਾਇਬ੍ਰੇਰੀਆਂ ਵਿੱਚ ਅਵੇਲੇਬਲ ਹੈ। ਸੋ ਇਹ ਗਿਲਾ ਹੈ ਮੈਨੂੰ ਆਪਣੇ ਬੱਚਿਆਂ ਨਾਲ, ਤੇ ਵਿਸ਼ਵਾਸ ਬਹੁਤ ਹੈ ਕਿ એનર્ਜੀ ਬੜੀ ਹੁੰਦੀ ਹੈ, ਕੰਮ ਕਰਨ ਦਾ ਜਜ਼ਬਾ ਬਹੁਤ ਹੈ, ਤਾਕਤ ਬਹੁਤ ਹੈ, ਤੇ ਜੇ ਕੋਸ਼ਿਸ਼ ਕੀਤੀ ਜਾਵੇ ਤੇ ਉਹਨਾਂ 'ਚ ਗੰਭੀਰਤਾ ਵੀ ਪੈਦਾ ਕੀਤੀ ਜਾ ਸਕਦੀ ਹੈ, ਜੋ ਮੈਂ ਕੀਤੀ। ਤੇ ਇਹ ਜ਼ਰੂਰੀ ਨਹੀਂ 16 ਬੱਚੇ ਬੈਠੇ ਮੇਰੇ ਸਾਹਮਣੇ ਕਿ ਸਾਰੇ ਹੀ ਬਹੁਤ ਕਮਾਲ ਹੋ ਜਾਣ, ਇਸ ਤਰ੍ਹਾਂ ਨਹੀਂ ਹੈ। ਇਹ ਸਭ ਰਿਲਵਾ ਮਿਲਵਾ ਜਿਹਾ ਗਰੁੱਪ ਹੁੰਦਾ, ਇਹਦੇ ਵਿੱਚ 4-6 ਬੱਚੇ ਬਹੁਤ ਐਕਸੈਲ ਕਰ ਜਾਂਦੇ ਨੇ, 2-3 ਕਾਫੀ ਪਿੱਛੇ ਰਹਿ ਜਾਂਦੇ ਨੇ, ਬਾਕੀ ਵਿਚਕਾਰਲੀ ਸਫ ਵਿੱਚ ਹੁੰਦੇ ਨੇ, ਜਿਨ੍ਹਾਂ ਦੇ ਪਿੱਛੇ ਜਾਣ ਦਾ ਵੀ ਖਤਰਾ ਹੁੰਦਾ ਤੇ ਅੱਗੇ ਲਿਆਉਣ ਦੀ ਪੋਸੀਬਿਲਿਟੀ ਹੁੰਦੀ ਹੈ। ਤੇ ਮੇਰੀ ਕੋਸ਼ਿਸ਼ ਜਿਹੜੇ 2-3 ਬਿਲਕੁਲ ਹੀ ਘੱਟ ਇੰਟਰਸਟ ਲੈਣ ਵਾਲੇ ਹੁੰਦੇ ਆ, ਉਹਨਾਂ ਉੱਤੇ ਸਭ ਤੋਂ ਵੱਧ ਹੁੰਦੀ ਹੈ। ਕੋਸ਼ਿਸ਼ ਮੇਰੀ ਇਹ ਰਹੀ, ਮੇਰਾ ਕੰਮ ਕਰਨ ਦਾ ਤਰੀਕਾ ਇਹ ਸੀ ਕਿ ਜਿਹੜੇ 4-6 ਬਹੁਤ ਅੱਛਾ ਕੰਮ ਕਰ ਸਕਦੇ ਨੇ ਜਾਂ ਕਰਦੇ ਨੇ, ਜਾਂ ਜਿਨ੍ਹਾਂ ਨੂੰ ਬਾਕੀ ਟੋਲੇ ਨਾਲੋਂ ਕੁਝ ਜ਼ਿਆਦਾ ਪਤਾ ਹੈ, ਉਹ ਇਸ ਗੱਲ ਤੋਂ ਨਿਰਾਸ਼ ਨਾ ਹੋਣ ਕਿ ਮੈਂ ਬਾਕੀ ਟੋਲੇ ਉੱਤੇ ਜ਼ਿਆਦਾ ਜ਼ੋਰ ਲਗਾ ਰਿਹਾ। ਉਹਨਾਂ ਨੂੰ ਉਹ ਮੁੱਢਲੀਆਂ ਗੱਲਾਂ, ਉਹ ਬੇਸਿਕਸ, ਉਹ ਫਾਊਂਡੇਸ਼ਨਲ ਗੱਲਾਂ ਦੱਸ ਰਿਹਾ ਜਿਹੜੀਆਂ ਇਹਨਾਂ ਨੂੰ ਸ਼ਾਇਦ ਪਹਿਲਾਂ ਤੋਂ ਪਤਾ। ਸੋ ਇਹ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਸੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਤੁਹਾਨੂੰ ਪਹਿਲਾਂ ਤੋਂ ਪਤਾ ਹੈ ਤਾਂ ਤੁਹਾਨੂੰ ਬਰਦਾਸ਼ਤ ਕਰਨਾ ਪਏਗਾ, ਕਿਉਂਕਿ ਮੈਂ ਉਹਨਾਂ ਨੂੰ ਤੁਹਾਡੇ ਨਾਲ ਲਿਆਉਣਾ ਚਾਹੁੰਦਾ। ਤੇ ਪਰ ਜੇ ਤੁਸੀਂ ਮੇਰੇ ਕੋਲ ਆਓਗੇ ਕਿ ਜੀ ਮੈਂ ਤਾਂ ਇਹ ਸ਼ੇਕਸਪੀਅਰ ਦਾ 4 ਪੇਜ ਪੜ੍ਹੇ ਨੇ ਤੇ ਮੈਨੂੰ ਸਮਝ ਨਹੀਂ ਆਈ, ਤੇ ਮੈਂ ਉਸ ਤੋਂ ਅੱਗੇ ਦੀ ਗੱਲ ਕਰਾਂ। ਜਿਹਨੇ ਸ਼ੇਕਸਪੀਅਰ ਦਾ ਨਾਂ ਹੀ ਨਹੀਂ ਸੁਣਿਆ
ਉਸਨੂੰ ਮੈਨੂੰ ਦੱਸਣਾ ਪਏਗਾ। ਸ਼ੇਕਸਪੀਅਰ ਹੋਵੇ, ਉਹ ਪ੍ਰੇਮਚੰਦ ਹੋਵੇ, ਉਹ ਸਾਡੇ ਕਸ਼ਮੀਰੀ ਜਿਹੜੇ ਪਾਰਸੀ ਨਾਟਕ ਦੇ ਬਹੁਤ ਵੱਡੇ ਮੰਨੇ ਜਾਂਦੇ ਨੇ, ਜਿਨ੍ਹਾਂ ਦਾ ਇਤਬਾਰ ਹੀ ਨਹੀਂ ਆਉਂਦਾ ਕਿ ਸੀਤਾ ਬਨਵਾਸ ਇਹਨਾਂ ਨੇ ਲਿਖਿਆ ਜਾਂ ਬਿਲਵਾ ਮੰਗਲ ਇਹਨਾਂ ਨੇ ਲਿਖਿਆ। ਸੋ ਇਹ ਸਾਰੀਆਂ ਚੀਜ਼ਾਂ, ਇਹ ਮੇਰੇ ਗੱਲ ਕਰਨ ਦਾ ਤਰੀਕਾ ਹੈ। ਜਿਸ ਤਰ੍ਹਾਂ ਬੱਚਾ ਪੁੱਛਦਾ ਹੈ ਕਿ ਜੀ ਇਹ ਐਵੇਂ ਰਸਤੇ ਜਾਂਦੇ ਜਾਂਦੇ ਸਾਡਾ ਬੜਾ ਇੱਕ ਖੂਬਸੂਰਤ ਜਿਹਾ ਡਿਪਾਰਟਮੈਂਟ ਹੈ, ਜੋ ਕਿ ਇਨੀਸ਼ੀਅਲੀ ਇਟ ਵਾਜ਼ ਐਨ ਓਪਨ ਏਅਰ ਥੀਏਟਰ ਬਿਫੋਰ ਗਾਰਗੀ ਸਾਹਿਬ ਟੁੱਕ ਇਟ ਓਵਰ। ਓਪਨ ਏਅਰ ਥੀਏਟਰ ਦਾ ਮਤਲਬ ਹੁੰਦਾ ਹੈ ਕਿ ਸਾਡੀ ਸਾਰੀ ਗਤੀਵਿਧੀ ਹੈ ਜਿਹੜੀ ਥੀਏਟ੍ਰਿਕਲ ਰੰਗਮੰਚ, ਇਹ ਓਪਨ ਟੂ ਸਕਾਈ ਹੈ, ਬਟ ਐਟ ਦ ਸੇਮ ਟਾਈਮ ਤੁਸੀਂ ਇਸ ਵਿੱਚ ਸਿਰਫ ਰਾਤ ਨੂੰ ਕੰਮ ਕਰ ਸਕਦੇ ਹੋ, ਕਿਉਂਕਿ ਦੁਪਹਿਰ ਵੇਲੇ ਤਾਂ ਡੇ ਲਾਈਟ ਥੀਏਟਰ ਵੀ ਹੁੰਦਾ ਹੈ, ਬਟ ਜਦ ਦਾ ਰੋਸ਼ਨੀਆਂ ਦੀ ਸਾਨੂੰ ਸਹੂਲਤ ਪ੍ਰਾਪਤ ਹੋਈ ਹੈ, ਸਾਨੂੰ ਬੜਾ ਚੰਗਾ ਲੱਗਦਾ ਹੈ ਕਿ ਅਸੀਂ ਦਰਸ਼ਕ ਦੀ ਜਿਹੜੀ ਬਿਰਤੀ ਹੈ ਉਹਨੂੰ ਵਸ ਵਿੱਚ ਕਰ ਸਕੀਏ। ਅਸੀਂ ਜੋ ਚਾਹੀਏ ਉਸਨੂੰ ਉਹ ਦਿਖਾਈਏ, ਜੋ ਚਾਹੀਏ ਉਸਨੂੰ ਲੁਕਾਈਏ। ਇਹ ਉਸੀ ਦਾ ਹਿੱਸਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਦਰਸ਼ਕ ਜਿਹੜਾ ਹੈ ਉਹ ਥੀਏਟਰ ਦੇ ਵਿੱਚ ਹੀ ਕਮਸ ਵਿਦ ਏ ਵਿਲਿੰਗ ਸਸਪੈਂਸ਼ਨ ਆਫ ਡਿਸਬਿਲੀਫ। ਉਹ ਮੰਨ ਕੇ ਆਉਂਦਾ ਹੈ ਕਿ ਮੈਨੂੰ ਜਿਸ ਤਰ੍ਹਾਂ ਵੀ ਮੂਰਖ ਬਣਾਇਆ ਜਾਏਗਾ ਜਾਂ ਮੈਨੂੰ ਜੋ ਵੀ ਦਿਖਾਇਆ ਜਾਏਗਾ, ਮੈਂ ਉਸ ਤੇ ਵਿਸ਼ਵਾਸ ਕਰਾਂਗਾ। ਤੇ ਉਹ ਬੜਾ ਚੰਗਾ ਵੀ ਲੱਗਦਾ। ਲਾਈਕ ਕਿਸੇ ਇੱਕ ਜਗ੍ਹਾ ਤੇ ਤੁਸੀਂ ਸਟੇਜ ਦੇ ਉੱਤੇ ਹਨੇਰਾ ਕਰ ਦਿੱਤਾ, ਦੂਸਰੀ ਜਗ੍ਹਾ ਰੋਸ਼ਨੀ ਕਰ ਦਿੱਤੀ, ਤਾਂ ਆਟੋਮੈਟਿਕਲੀ ਸਾਰੀ ਆਡੀਅੰਸ ਉੱਧਰ ਦੇਖੇਗੀ ਜੋ ਤੁਸੀਂ ਦਿਖਾਣਾ ਚਾਹੁੰਦੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਟ੍ਰੇਨਿੰਗ ਸਿਸਟਮ ਦੇ ਵਿੱਚ ਸ਼ਾਮਿਲ ਕਰਕੇ ਇੱਕ ਦਿਲਚਸਪ ਤਰੀਕੇ ਨਾਲ ਲੋਕਾਂ ਨੂੰ ਪਹੁੰਚਾਣਾ, ਇਹ ਕਰਦੇ ਕਰਦੇ ਮੈਂ ਆਪ ਵੀ ਇਹ ਸਿੱਖਿਆ ਕਿ ਇਹੀ ਸਾਰੀਆਂ ਚੀਜ਼ਾਂ ਮੇਰੇ ਦਰਸ਼ਕ ਮੰਗਦੇ ਨੇ, ਜੋ ਮੇਰੇ ਸਟੂਡੈਂਟਸ ਚਾਹੁੰਦੇ ਨੇ, ਪਰ ਉਹਨਾਂ ਨੂੰ ਇਹ ਅਹਿਸਾਸ ਦਿਲਾਣਾ ਕਿ ਤੁਹਾਨੂੰ ਆਉਂਦਾ ਕੁਛ ਨਹੀਂ, ਪਰ ਮੈਂ ਦੱਸ ਰਿਹਾ। ਇਹ ਚੰਗਾ ਵਤੀਰਾ ਨਹੀਂ, ਇਹ ਚੰਗਾ ਵਿਵਹਾਰ ਨਹੀਂ। ਬਿਹਤਰ ਇਹ ਹੁੰਦਾ ਹੈ ਕਿ ਤੁਸੀਂ ਆਪਣੀ ਚੀਜ਼ ਨੂੰ ਜਾਂ ਕੋਈ ਵੀ ਜਿਹੜਾ ਸੀਨ ਇੱਕ ਸਾਹਮਣੇ ਤੁਹਾਡੇ ਬਣ ਰਿਹਾ, ਮੈਨੂੰ ਕਿਉਂਕਿ ਬਹੁਤੇ ਲੋਕ ਮੇਰੇ ਆਮਣੇ ਸਾਹਮਣੇ ਨਹੀਂ ਬੈਠੇ, ਤੇ ਇਹ ਜਿਹੜਾ ਮੀਡੀਅਮ ਹੈ ਕਿ ਮੈਂ ਇੱਕ ਸਲੇਟ ਨੂੰ ਦੇਖ ਰਿਹਾ ਤੇ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਲੋਕ ਸੁਣ ਰਹੇ ਨੇ, ਪਰ ਇਸ ਤਰ੍ਹਾਂ ਹੈ ਨਹੀਂ। ਤੇ ਨਾਲੇ ਜੋ ਕੰਮ ਕਰਕੇ ਦਿਖਾਇਆ ਜਾ ਸਕਦਾ ਹੈ, ਮੈਨੂੰ ਜਿਹੜੇ ਕੁਛ ਮੇਰੇ ਵਿਦਿਆਰਥੀ ਜੇ ਕੁਛ ਸੁਣ ਰਹੇ ਨੇ, ਤਾਂ ਬਹੁਤ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਕਾਗਜ਼ ਕਿਸੇ ਟੁਕੜੇ ਨੂੰ ਲੈ ਕੇ ਉਸ ਚੋਂ ਹੀ ਕੱਟ ਕੇ ਮੈਂ ਕੋਈ ਸ਼ੇਪ ਬਣਾ ਕੇ ਉਹਨਾਂ ਨੂੰ ਕਈ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਆਮਣੇ ਸਾਹਮਣੇ ਬੈਠੇ ਹੋ ਤੇ ਤੁਹਾਨੂੰ ਉਹਨਾਂ ਦੀਆਂ ਅੱਖਾਂ ਵਿੱਚ, ਤੁਹਾਨੂੰ ਉਹਨਾਂ ਦੇ ਚਿਹਰਿਆਂ ਤੋਂ, ਤੁਹਾਨੂੰ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਕਿੱਥੇ ਉਹਨਾਂ ਨਾਲ ਤੁਹਾਡੀ ਵੇਵਲੈਂਥ ਕਿੱਥੇ ਜੁੜ ਰਹੀ। ਸੇਮ ਵਿਦ ਦਾ ਪ੍ਰੋਡਕਸ਼ਨਸ। ਹੁਣ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ ਸਕ੍ਰਿਪਟ ਨੂੰ, ਟੈਕਸਟ ਨੂੰ ਸੈਕਰੋਸੈਂਕਟ, ਪੂਰਾ ਪਵਿੱਤਰ ਮੰਨਣਾ, ਵੀ ਇਸ ਨੂੰ ਜਿੱਥੇ ਤੱਕ ਹੋ ਸਕੇ ਅਕਸ਼ੁਣ, ਮਤਲਬ ਬਿਨਾਂ ਤੋੜਿਆਂ, ਬਿਨਾਂ ਖਰਾਬ ਕੀਤਿਆਂ, ਬਿਨਾਂ ਟੈਂਪਰ ਕੀਤਿਆਂ ਵਰਤਣਾ ਚਾਹੀਦਾ ਹੈ। ਹਾਂ, ਜਿੱਥੇ ਇਸ ਨੂੰ ਤੁਸੀਂ ਜ਼ਿਆਦਾ ਖੂਬਸੂਰਤ, ਜ਼ਿਆਦਾ ਤੀਖਣ, ਜ਼ਿਆਦਾ ਇੰਟੈਂਸ ਬਣਾ ਸਕਦੇ ਹੋ, ਉਹ ਕਰਨਾ ਚਾਹੀਦਾ। ਕਿਉਂਕਿ ਰਾਈਟਰ ਨੇ ਵੀ ਬਹੁਤ, ਹੁਣ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਬ੍ਰੈਖਟ ਨੇ ਲਿਖਣ ਲੱਗੇ ਕੋਈ ਕਸਰ ਛੱਡੀ ਹੋਏਗੀ, ਜਾਂ ਸ਼ੇਕਸਪੀਅਰ ਨੇ, ਜਾਂ ਪ੍ਰੇਮਚੰਦ ਨੇ, ਜਾਂ ਆਗਾ ਹਸ਼ਰ ਕਾਸ਼ਮੀਰੀ ਨੇ। ਤਾਂ ਇਹ ਚੀਜ਼ਾਂ ਨੂੰ ਮੰਨ ਲੈਣਾ ਚਾਹੀਦਾ ਕਿ ਕੁਛ ਉਸਤਾਦ, ਔਰ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਆਪਣੇ ਸਾਰੇ ਕੈਰੀਅਰ ਵਿੱਚ ਉਸਤਾਦ ਪਲੇ ਰਾਈਟਸ ਦੇ ਹੀ ਪਲੇ ਚੁਣੇ। ਵਜ੍ਹਾ ਹੈ ਇਹ ਨਹੀਂ ਕਿ ਅੱਜ ਕੱਲ੍ਹ ਦੇ ਨਵੇਂ ਲਿਖਣ ਵਾਲੇ ਜਾਂ ਸਿੱਖਣ ਵਾਲੇ ਚੰਗਾ ਕੰਮ ਨਹੀਂ ਕਰਨਗੇ। ਪ੍ਰੇਮਚੰਦ ਨੇ ਵੀ ਕਦੀ ਪਹਿਲਾ ਪਲੇ ਲਿਖਿਆ ਹੋਏਗਾ, ਮੋਹਨ ਰਾਕੇਸ਼ ਨੇ ਵੀ ਕਦੀ ਪਹਿਲਾ ਪਲੇ ਲਿਖਿਆ ਹੋਏਗਾ। ਪ੍ਰੇਮਚੰਦ ਨੇ ਤਾਂ ਐਡਮਿਟ ਕੀਤਾ ਕਿ ਪਲੇ ਲਿਖਣਾ ਬੜਾ ਮੁਸ਼ਕਿਲ ਹੈ। ਸੋ ਬਾਕੀ ਮੋਹਨ ਰਾਕੇਸ਼ ਜਾਂ ਗਰੀਸ਼ ਕਰਨਾਡ, ਜਿਨ੍ਹਾਂ ਦੇ ਨਾਟਕ ਸਾਨੂੰ ਸਾਡੀ ਭਾਸ਼ਾ ਵਿੱਚ ਉਲੱਥੇ ਦੇ ਤੌਰ ਤੇ ਮਿਲਦੇ ਨੇ, ਇਹਨਾਂ ਲੋਕਾਂ ਦੀ ਬਹੁਤ ਵੱਡੀ ਘਾਲਨਾ, ਚਾਹੇ ਉਹ ਵਿਜੇ ਤੇਂਦੁਲਕਰ ਹੈ ਜਾਂ ਇਬਸਨ ਹੈ, ਜਿਹਨੇ ਪਲੇ ਦੇ ਸਟਰਕਚਰ ਦੇ ਉੱਤੇ ਮੋਹਰ ਲਾਈ ਹੈ ਕਿ ਪਲੇ ਦਾ ਸਟਰਕਚਰ ਅਨਿੱਖੜਵਾਂ ਅੰਗ ਹੈ, ਜੇ ਤੁਹਾਨੂੰ ਲਿਖਣਾ ਸਟਰਕਚਰ ਨਹੀਂ ਕਰਨਾ ਆਉਂਦਾ। ਸੋ ਇਹ ਲੋਕ ਕਰਨ, ਪਰ ਯਾਦ ਰੱਖਣ ਕਿ ਮੋਹਨ ਰਾਕੇਸ਼ ਨੇ ਵੀ, ਪ੍ਰੇਮਚੰਦ ਨੇ ਵੀ ਆਪਣਾ ਜੀਵਨ, ਆਪਣਾ ਕੈਰੀਅਰ ਉਲੱਥਿਆਂ ਤੋਂ ਸ਼ੁਰੂ ਕੀਤਾ ਸੀ, ਟ੍ਰਾਂਸਲੇਸ਼ਨਸ ਤੋਂ ਸ਼ੁਰੂ ਕੀਤਾ ਸੀ। ਮਾਸਟਰਸ ਨੂੰ ਟ੍ਰਾਂਸਲੇਟ ਕਰਨ ਦਾ ਮਤਲਬ ਹੈ ਕਿ ਤੁਸੀਂ ਉਸਦੀ ਭਾਸ਼ਾ ਦੇ
ਉਸ ਭਾਸ਼ਾ ਦੀ ਉਸ ਪਾਵਰ ਨੂੰ ਮਹਿਸੂਸ ਕਰ ਸਕੋ ਜੋ ਉਸਨੇ ਹਾਸਿਲ ਕੀਤੀ ਹੈ, ਜੋ ਪਾਵਰ ਉਸ ਦੇ ਵਿੱਚ ਹੈ। ਜਦੋਂ ਤੁਸੀਂ ਕਿਸੇ ਨੂੰ ਟਰਾਂਸਲੇਟ ਕਰਨ ਬੈਠੋਗੇ ਤਾਂ ਤੁਹਾਨੂੰ ਸਮਝ ਆਏਗੀ ਕਿ ਇਹ ਤਾਂ ਬੜਾ ਮੁਸ਼ਕਿਲ ਹੈ ਦੂਜੀ ਭਾਸ਼ਾ ਦੇ ਵਿੱਚ ਉਹ ਗੱਲ ਕਹਿ ਦੇਣੀ ਜੋ ਉਸਨੇ ਕਹੀ ਹੈ। ਇਹ ਸਾਰਾ ਕੁਝ ਮਨ ਵਿੱਚ ਧਾਰਦੇ ਹੋਏ ਵੀ, ਰੱਖਦੇ ਹੋਏ ਵੀ ਅਕਸਰ ਇਸ ਮੋਹ ਨੂੰ ਮੈਂ ਬਹੁਤ ਦੂਰ ਰੱਖਿਆ ਕਿ ਮੈਂ ਇਸ ਨੂੰ ਬਦਲ ਕੇ ਕੁਝ ਅੱਛਾ ਕਰ ਸਕਦਾ ਜਾਂ ਇੰਪਰੂਵ ਕਰ ਸਕਦਾ। ਲੋਹਾ ਕੁਰਤੀ ਇੱਕ ਅਜਿਹਾ ਨਾਟਕ ਰਿਹਾ ਹੈ। ਬਲਵੰਤ ਗਾਰਗੀ ਦੀ ਲੋਹਾ ਕੁਰਤੀ ਤੇ ਮੇਰੀ ਸਾਂਝੀ ਗੱਲ ਹੋ ਜਾਏਗੀ ਜੇ ਮੈਂ ਇਸ ਦੇ ਉੱਤੇ ਥੋੜਾ ਜਿਹਾ ਬੋਲਦਾ। 44 ਵਿੱਚ ਲਿਖਿਆ ਗਿਆ, 1944 ਵਿੱਚ ਬਲਵੰਤ ਗਾਰਗੀ ਨੇ, ਤੇ ਜਲਦੀ ਹੀ ਉਹ ਇੱਕ ਬਹੁਤ ਰੈਵੋਲੂਸ਼ਨਰੀ ਨਾਟਕ ਮੰਨਿਆ ਗਿਆ। ਭਾਸ਼ਾ ਤਾਂ ਇਹ ਸਾਰੇ ਲੋਕ ਅੱਜ ਤੱਕ ਮੰਨਦੇ ਨੇ ਕਿ ਹੁਣ ਤੱਕ ਬਲਵੰਤ ਗਾਰਗੀ ਵਰਗੀ ਭਾਸ਼ਾ ਲਿਖਣ ਵਾਲਾ ਨਾਟਕਕਾਰ ਸਾਡੇ ਸਾਹਮਣੇ ਨਹੀਂ ਆਇਆ। ਤੇ ਉਦੋਂ ਵੀ ਪਹਿਲੇ ਨਾਟਕ ਨਾਲ ਹੀ ਉਸਨੇ ਆਪਣੀ ਸਿਰਮੌਰ ਜਗ੍ਹਾ ਬਣਾ ਲਈ, ਜੋ ਸਭ ਨੇ ਜਾਣਿਆ ਪੜ੍ਹਿਆ ਹੀ ਹੋਏਗਾ ਕਿ ਲਾਹੌਰ ਆਕਾਸ਼ਵਾਣੀ ਨਹੀਂ ਸੀ ਉਦੋਂ, ਲਾਹੌਰ ਰੇਡੀਓ ਤੋਂ ਜਦੋਂ ਇਹ ਪ੍ਰਸਾਰਿਤ ਹੋਇਆ ਤਾਂ ਕਸੂਰ ਦਾ ਲੋਹਾਰਾਂ ਦਾ ਜੱਥਾ ਆ ਗਿਆ ਕਿ ਸਾਡੀਆਂ, ਮੈਂ ਉਮੀਦ ਕਰਦਾ ਕਿ ਬਹੁਤ ਲੋਕਾਂ ਨੇ ਪੜ੍ਹਿਆ ਹੋਇਆ ਹੋਵੇਗਾ, ਕਿਉਂਕਿ ਜੇ ਮੈਂ ਉਸਨੂੰ ਬਿਆਨਣ ਦੀ ਕੋਸ਼ਿਸ਼ ਕਰਾਂਗਾ ਤਾਂ ਕਾਫੀ ਸਮਾਂ ਉੱਧਰ ਲੰਘ ਜਾਏਗਾ। ਪਰ ਉਸ ਦੀਆਂ 2-3 ਖਾਸ ਚੀਜ਼ਾਂ ਮੈਂ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗਾ। 44 ਵਿੱਚ ਲਿਖਿਆ ਗਿਆ ਤੇ ਮੈਂ ਇਸ ਨੂੰ ਪੂਰੇ 50 ਸਾਲ ਬਾਅਦ 94 ਵਿੱਚ ਡਾਇਰੈਕਟ ਕੀਤਾ ਆਪਣੇ ਸਟੂਡੈਂਟਸ ਦੇ ਨਾਲ। ਤੇ ਉਦੋਂ ਹੀ ਆਪਣੇ ਆਪ ਨੂੰ ਸਵਾਲ ਵੀ ਕੀਤੇ, ਉਸ ਤੋਂ ਪਹਿਲਾਂ ਵੀ ਜਦੋਂ ਵੀ ਕੋਈ ਪਲੇ ਕਰਨ ਲੱਗਦਾ, ਲੇਕਿਨ ਉਦੋਂ ਬਹੁਤ ਸ਼ਿੱਦਤ ਨਾਲ ਸਵਾਲ ਕੀਤੇ ਕਿ ਮੈਂ ਕਿਉਂ ਕਰਨਾ ਚਾਹੁੰਦਾ। ਸਿਰਫ ਇਸ ਲਈ ਕਿ ਕਦੀ ਜਦੋਂ ਗਾਰਗੀ ਸਾਹਿਬ ਇੱਥੇ ਸਨ, ਉਹ ਚਲੇ ਗਏ ਸੀ ਇੱਥੋਂ 77 ਵਿੱਚ, 77 ਵਿੱਚ, ਤੇ ਮੈਂ ਕੀਤਾ 94 ਵਿੱਚ। ਕਿ ਜਦੋਂ ਇੱਥੇ ਸਨ ਤਾਂ ਉਹ ਚਾਹੁੰਦੇ ਸੀ ਕਿ ਮੈਂ ਕਰਾਂ, ਤੇ ਉਹਨਾਂ ਨੇ ਆਪ ਵੀ ਕਦੀ ਡਾਇਰੈਕਟ ਨਹੀਂ ਕੀਤਾ ਲੋਹਾ। ਸੋ ਮੈਂ ਇਹ ਸੋਚ ਕੇ ਕਿ ਬਲਵੰਤ ਗਾਰਗੀ ਸਾਹਿਬ ਖੁਦ ਸਾਖਿਆਤ ਇੱਥੇ ਬੈਠੇ ਨੇ, ਉਹਨਾਂ ਨੇ ਇਸ ਕੋਸ਼ਿਸ਼ ਵਿੱਚ ਕਿ ਹਾਂ, ਇੱਕ ਉਹਨਾਂ ਦੀ ਖਾਸੀਅਤ ਸੀ ਕਿ ਉਹ ਆਪਣੀ ਪੋਜੀਸ਼ਨ ਦਾ ਇਸ ਤਰ੍ਹਾਂ ਦਾ ਨਾਜਾਇਜ਼ ਫਾਇਦਾ ਨਹੀਂ ਸੀ ਉਠਾਉਣਾ ਚਾਹੁੰਦੇ ਕਿ ਮੈਂ ਇੱਥੇ ਹੈਡ ਆਫ ਦਾ ਡਿਪਾਰਟਮੈਂਟ ਹਾਂ, ਮੈਂ ਡਿਪਾਰਟਮੈਂਟ ਸਥਾਪਿਤ ਕੀਤਾ ਤੇ ਮੈਂ ਸਿਰਫ ਆਪਣੇ ਡਰਾਮੇ ਹੀ ਕਰਾਂ, ਜਿਸ ਮੋਹ ਵਿੱਚ ਅਸੀਂ ਬਹੁਤ ਲੋਕ ਫਸ ਜਾਂਦੇ ਹਾਂ ਕਈ ਵਾਰੀ। ਜਦੋਂ ਸਾਡੇ ਕੋਲ ਪਾਵਰ ਹੋਵੇ ਜਾਂ ਸਮਰੱਥਾ ਹੋਵੇ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡਾ ਆਪਣਾ ਹੀ ਚਰਚਾ, ਔਰ ਹੀ ਇਜ਼ ਅ ਵੈਲਿਡ ਪਲੇਰਾਈਟ। ਪਰ ਉਹਨਾਂ ਦੀ ਕੋਸ਼ਿਸ਼ ਇਹ ਰਹੀ ਕਿ ਇੱਥੇ ਕਲਾਸਿਕਸ ਕੀਤੇ ਜਾਣ, ਕਿਉਂਕਿ ਉਹ ਇੱਥੋਂ ਦੀ ਅੱਜ ਆਡੀਅנס ਜਿਹੜੀ ਚੰਡੀਗੜ੍ਹ ਦੀ ਸਾਨੂੰ ਬੜੀ ਤਾਰੀਫ ਮਿਲਦੀ ਹੈ ਆਡੀਅנס ਨੂੰ, ਜਿਹੜੇ ਵੀ ਬਾਹਰੋਂ ਟਰੂਪਸ ਆਉਂਦੇ ਨੇ ਜਾਂ ਇੱਥੋਂ ਦੇ ਲੋਕ ਵੀ ਕਹਿੰਦੇ ਨੇ ਕਿ ਸਾਡਾ ਚੰਡੀਗੜ੍ਹ ਦਾ ਜਿਹੜਾ ਦਰਸ਼ਕ ਹੈ ਉਹ ਬੜਾ ਪਰਿਸ਼ਕ੍ਰਿਤ ਹੈ, ਮੀਨਸ ਉਹ ਕਾਫੀ ਡਿਵੈਲਪਡ ਹੈ, ਮੈਚਿਓਰ ਹੈ, ਉਸਨੂੰ ਪਲੇ ਦੇਖਣ ਦੀ ਜਾਂਚ ਹੈ। ਮੈਂ ਅੰਡਰਲਾਈਨ ਕਰਨਾ ਚਾਹਾਂਗਾ ਕਿ ਇਹ ਜਾਂਚ ਬਲਵੰਤ ਗਾਰਗੀ ਨੇ ਹੀ ਸਿਖਾਈ ਹੈ। ਇਹ ਪਿਉਂਦ ਚੰਡੀਗੜ੍ਹ ਵਿੱਚ ਚੰਗੇ ਦਰਸ਼ਕ ਦੀ ਪਿਉਂਦ ਗਾਰਗੀ ਦੀ ਲਗਾਈ, ਕਿਉਂਕਿ ਮੈਂ ਉਸ ਤੋਂ ਪਹਿਲਾਂ ਦੇ ਵੀ ਸਿਨੈਰੀਓ ਤੋਂ ਵਾਕਿਫ ਹਾਂ। ਮੈਂ ਛੋਟੀ ਮੋਟੀ ਚੰਡੀਗੜ੍ਹ ਦੀ ਚਲਦੀ ਫਿਰਦੀ ਹਿਸਟਰੀ, ਥੀਏਟਰ ਦੀ ਖਾਸ ਤੌਰ ਤੇ, ਇੱਥੇ ਉਸ ਪਾਏ ਦੇ ਡਰਾਮਾਸ ਨਹੀਂ ਸੀ ਹੁੰਦੇ, ਕਿਉਂਕਿ ਦਰਸ਼ਕ ਨੂੰ ਸਿਰਫ ਕਾਲਜ ਦੇ ਜਾਂ ਯੂਥ ਫੈਸਟੀਵਲ ਦੇ ਪਲੇ ਦੇਖਣ ਦੀ ਹੀ ਆਦਤ ਸੀ। ਤੇ ਗਾਰਗੀ ਨੇ ਪਹਿਲੀ ਵਾਰੀ ਬਾਹਰੋਂ ਸ਼੍ਰੀਲਤਾ ਸਵਾਮੀਨਾਥਨ, ਜਦੋਂ ਡਿਪਾਰਟਮੈਂਟ ਬਣ ਗਿਆ ਤਾਂ ਸ਼੍ਰੀਲਤਾ ਸਵਾਮੀਨਾਥਨ ਨੂੰ, ਸਾਊਥ ਦੀ ਡਾਇਰੈਕਟਰ ਨੂੰ ਖਾਸ ਬੁਲਵਾਇਆ। ਉਸਨੇ ਇੱਥੇ ਮੀਡੀਆ ਨਾਂ ਦਾ ਪਲੇ ਕੀਤਾ, ਬੜਾ ਆਸਾਨ ਸੀ। ਬਲਵੰਤ ਗਾਰਗੀ ਨੇ ਇਨਵਾਈਟ ਕੀਤਾ, ਬਲਵੰਤ ਗਾਰਗੀ ਨੇ ਖਰਚਾ ਦੇਣਾ, ਰਹਿਣ ਦਾ, ਖਾਣ ਪੀਣ ਦਾ ਇੰਤਜ਼ਾਮ ਹੈ, ਪੈਸੇ ਵੀ ਦੇਣੇ ਨੇ, ਸਟੂਡੈਂਟਸ ਨੇ ਕੰਮ ਕਰਨਾ। ਵਾਈ ਨਾਟ ਹਿਜ਼ ਓਨ ਪਲੇ ਕਹਿ ਸਕਦੇ ਸੀ, ਨਹੀਂ, ਉਹਨਾਂ ਨੇ ਇੱਕ ਵਰਲਡ ਕਲਾਸਿਕ ਕਰਨ ਦੀ ਉਹ ਵੀ ਉਹਨੂੰ ਛੂਟ ਸੀ ਵੀ ਜਿਹੜਾ ਮਰਜ਼ੀ ਚੁਣੋ। ਉਹ ਹੁਣ ਤੱਕ ਹੈ ਸਾਡੇ ਕਿ ਜਿਹੜਾ ਡਾਇਰੈਕਟਰ ਪਲੇ ਕਰਨਾ ਚਾਹੇ ਉਸਦੀ ਉਸਨੂੰ ਇਜਾਜ਼ਤ ਹੁੰਦੀ ਹੈ, ਉਸਦੇ ਉੱਤੇ ਥੋਪਿਆ ਨਹੀਂ ਜਾਂਦਾ ਕਿ ਨਹੀਂ ਤੁਸੀਂ ਇਹੀ ਕਰਨਾ ਹੈ, ਸਾਡੇ ਸਿਲੇਬਸ ਦਾ ਹਿੱਸਾ ਹੈ, ਇਹ ਬਹੁਤ ਇਸ ਤਰ੍ਹਾਂ। ਸੋ ਮੀਡੀਆ, ਉਸ ਤੋਂ ਬਾਅਦ ਫਿਰ ਹੋਰ ਕਾਰਨ ਸਾਹਿਬ ਆਏ, ਇਸੇ ਤਰ੍ਹਾਂ BV ਕਾਰਨ, ਵੱਡੇ ਨਾਮ ਜਿੰਨੇ ਵੀ ਲੋਕ ਅੱਜ ਤੁਸੀਂ, ਯਾਨੀ ਮੈਂ ਪਿਛਲੇ 50 ਸਾਲ ਦੀ ਗੱਲ ਕਰਦਾ, ਜਿਨ੍ਹਾਂ ਨਾਲ ਵੀ ਚੰਡੀਗੜ੍ਹ ਦਾ
परिचय होया वो सब तो पहला गार्गी साहब ने ही बुलवाया, ना लो कोई भी, बजाज, रैना, अंकुर, नेमीचंद जैन, पेंटरां विच हुसैन, सतीश गुजराल, राइटरां विच अजीत कौर, अर्पणा कौर। सो सब तो पहला गार्गी साहब ने बुलवाया। वजह ऐसी कि ही हैड अटेन्ड दैट पोजीशन और स्टेटस इन हिज लाइफ कि ਉਹਨਾਂ ਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ ਸੀ। ਆਮ ਤੌਰ ਤੇ ਇਹ ਰਹਿੰਦਾ ਵੀ ਅਸੀਂ ਇਹਨਾਂ ਨੂੰ ਬੁਲਾ ਰਹੇ ਹਾਂ, ਲੋਕਾਂ ਨਾਲ ਰੂਬਰੂ ਕਰਵਾ ਰਹੇ ਹਾਂ ਤੇ ਤਾਂ ਪਤਾ ਚੱਲ ਜਾਏਗਾ ਕਿ ਮੇਰੇ ਤੋਂ ਵੱਡੇ ਨੇ, ਮੇਰੇ ਤੋਂ ਮਹਾਨ ਨੇ। ਸੋ ਉਹਨਾਂ ਨੂੰ ਇਹੋ ਜਿਹਾ ਕੋਈ ਖਤਰਾ ਨਹੀਂ ਸੀ। ਕਾਰੰਥ ਨੇ ਖੁਦ ਮੇਰੇ ਸਾਹਮਣੇ ਦੀ ਗੱਲ ਹੈ, ਇਹਨਾਂ ਨੇ ਕਿਹਾ ਕੋਈ ਪਲੇ ਵਿੱਚ ਉਹਨੂੰ ਕਾਰੰਥ ਕਹਿੰਦਾ ਜੀ ਤੁਸੀਂ ਮੈਨੂੰ ਆਪਣੇ ਪਲੇਜ਼ ਦੱਸੋ। ਕਹਿੰਦੇ ਨਹੀਂ ਮੈਂ ਨਹੀਂ ਕਹਿ ਰਿਹਾ ਮੇਰਾ ਪਲੇ, ਤੁਸੀਂ ਕੋਈ ਦੱਸਿਆ ਕਿ ਸਾਡੇ ਕੋਲ ਮੀਡੀਆ ਇਸ ਤਰ੍ਹਾਂ ਹੋਇਆ, ਅਮਰੀਸ਼ ਕਟਿਕ ਇਸ ਤਰ੍ਹਾਂ ਹੋਇਆ, ਭਗਤ ਆਜੂਕੈਮ ਇਸ ਤਰ੍ਹਾਂ ਹੋਇਆ, ਇਸ ਤੋਂ ਪਹਿਲਾਂ ਜਿਹੜੇ ਪਲੇਸ ਹੋ ਚੁੱਕੇ ਸੀ ਤੇ ਤੁਹਾਡਾ ਕੋਈ, ਕਹਿੰਦੇ ਮੈਂ ਆਪਣਾ ਕਦੀ ਪਲੇ ਨਹੀਂ ਕੀਤਾ। ਫਿਰ ਵੀ ਉਹਨਾਂ ਨੇ ਸੋ ਕਾਰਨ ਸਾਹਿਬ ਨਾਲ ਮੈਂ, ਕਿਉਂਕਿ ਪੰਜਾਬੀ ਨਹੀਂ ਸੀ ਜਾਣਦੇ, ਤਾਂ 2-3 ਪਲੇਜ਼ ਇਹਨਾਂ ਦੇ ਮੈਂ ਜਲਦੀ ਪੜ੍ਹ ਦਿੱਤੇ। ਜਿੱਥੇ ਮੈਨੂੰ ਲੱਗੇ ਕਿ ਪੰਜਾਬੀ ਜ਼ਰਾ ਗੂੜੀ ਹੈ ਉੱਥੇ ਮੈਂ ਉਹਨਾਂ ਨੂੰ ਹਿੰਦੀ ਵਿੱਚ ਸਮਝਾ ਵੀ ਦਿੰਦਾ। ਪਰ ਉਹ ਵੀ ਬਹੁਤ, ਕਿਉਂਕਿ ਥੀਏਟਰ ਦੇ ਬੰਦੇ ਸਨ, ਬੜੇ ਸਮਝਦਾਰ ਸਨ। ਕਈ ਕਹਿੰਦੇ ਠੀਕ ਹੈ 3-4 ਪੇਜ ਮੈਨੂੰ ਸਮਝ ਆ ਗਏ, ਆਗੇ ਕਣਕ ਦੀ ਬੱਲੀ, ਲੋਹਾ ਕੁੱਟ ਤੇ ਹੋਰ ਕਿਹੜਾ, ਇਹ 2 ਤਾਂ ਪਾਰਟਿਕੂਲਰਲੀ ਯਾਦ ਨੇ, ਮੈਂ ਪੜ੍ਹੇ ਸੀ ਉਹਨਾਂ ਨਾਲ। ਤੇ ਉਹਨਾਂ ਨੇ ਕਣਕ ਦੀ ਬੱਲੀ ਉੱਤੇ ਹੱਥ ਰੱਖਿਆ ਕਿ ਮੈਂ ਇਹ ਕਰਾਂ। ਗਾਰਗੀ ਸਾਹਿਬ ਨੇ ਫਿਰ ਕਿਹਾ ਦੇਖ ਲਓ ਤੁਸੀਂ, ਨਹੀਂ ਪਤਾ, ਠੀਕ ਹੈ ਮੈਂ ਕਰੂੰ। ਬੰਸੀ ਕੌਰ ਪਹਿਲੀ ਵਾਰੀ ਉਹਨਾਂ ਨਾਲ ਆਏ, ਕਈ ਨਾਮ 50 ਸਾਲ ਦੀ ਗੱਲ ਭੁੱਲ ਵੀ ਜਾਂਦੇ। ਸੋ ਉਹ ਮੈਂ ਕਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਮੈਂ ਲੋਹਾਕੁੱਟ ਜਦੋਂ ਕੀਤਾ ਤਾਂ ਬਲਵੰਤ ਗਾਰਗੀ ਸਾਹਿਬ ਉਦੋਂ ਦਿੱਲੀ ਸੈਟਲ ਹੋ ਚੁੱਕੇ ਸਨ, ਇੱਥੋਂ ਰਿਟਾਇਰ ਹੋ ਕੇ ਜਾ ਚੁੱਕੇ ਸਨ। 77 ਤੇ 94 ਦੇ ਵਿੱਚ ਮੈਂ ਉਹਨਾਂ ਤੋਂ ਇਸ ਗੱਲ ਦੀ ਇਜਾਜ਼ਤ ਮੰਗੀ ਕਿ ਮੈਨੂੰ ਇਹ ਹਿੰਦੀ ਵਿੱਚ ਕਰਨ ਦੀ ਇਜਾਜ਼ਤ ਦਿੱਤੀ ਜਾਏ। ਮੈਂ ਹਿੰਦੀ ਵਿੱਚ ਕਰਨਾ ਚਾਹੁੰਦਾ ਕਿਉਂਕਿ ਮੇਰੇ ਜ਼ਿਆਦਾਤਰ ਸਟੂਡੈਂਟਸ ਹਿੰਦੀ ਵਿੱਚ ਜ਼ਿਆਦਾ ਕੰਫਰਟੇਬਲ, ਕੋਈ ਰਾਜਸਥਾਨ ਤੋਂ, ਕੋਈ ਬੰਗਾਲ ਤੋਂ, ਕੋਈ ਕਿਤੋਂ। ਸੋ ਉਹਨਾਂ ਨੇ ਕਿਹਾ, ਕਹਿੰਦੇ ਮੈਂ ਬਿਲਕੁਲ ਇਤਰਾਜ਼ ਨਾ ਕਰਦਾ ਜੇ ਤੂੰ ਸੌਕਣ ਚੁੱਕਦਾ ਮੇਰਾ ਪਲੇ, ਪਰ ਲੋਹਾਕੁੱਟ ਹੈ 50 ਸਾਲ ਤੋਂ, 94 ਦੀ ਗੱਲ ਹੈ, 50 ਸਾਲ ਤੋਂ ਇੱਕ ਕਲਾਸਿਕ ਦੇ ਤੌਰ ਤੇ ਸਥਾਪਿਤ ਹੋ ਚੁੱਕਿਆ ਹੈ। ਲੋਕ ਇਹਨੂੰ ਪੰਜਾਬੀ ਵਿੱਚ ਸੁਣਨ ਮਾਣਨ ਵਿੱਚ ਖੁਸ਼ ਹਨ ਤੇ ਬਾਹਰ ਦੇਸ਼ ਵਿਦੇਸ਼ 'ਚ ਵੀ ਸਭ ਜਗ੍ਹਾ ਹੋ ਚੁੱਕਿਆ ਹੈ। ਤੇ ਇਸ ਕਰਕੇ ਇੱਕ ਰਿਸਕੀ ਕਦਮ ਹੈ, ਤੁਸੀਂ ਦੇਖ ਲਓ। ਮੈਂ ਫਿਰ ਵੀ ਹਿੰਦੀ ਵਿੱਚ ਕਰਨਾ ਚਾਹਾਂਗਾ ਤੇ ਮੇਰਾ ਇਹ ਤਰਜੁਮਾ ਮੈਂ ਕਰ, ਕਿਉਂਕਿ ਦਿੱਲੀ ਰਹਿੰਦੇ ਸੀ, ਮੈਂ ਉਹਨਾਂ ਨੂੰ 10-15 ਦਿਨ ਬਾਅਦ ਹੀ ਮਿਲਣ ਜ਼ਿਆਦਾ ਕਰਦਾ ਸੀ। ਸ਼ੁਰੂ ਵਿੱਚ ਤਾਂ ਜਦੋਂ ਇੱਥੋਂ ਗਏ ਨਾ ਬਲਵੰਤ ਗਾਰਗੀ ਸਾਹਿਬ 77 ਵਿੱਚ, ਜਾਂ ਸ਼ਾਇਦ 1 ਸਾਲ ਇੱਥੇ ਰਹੇ ਸੀ, ਚਲੇ ਗਏ, ਤਾਂ ਇਹ ਤੈਅ ਹੋਇਆ ਸੀ ਕਿ ਹਰ ਸ਼ੁੱਕਰਵਾਰ ਰਾਤ ਨੂੰ ਮੈਂ ਇੱਥੋਂ ਕਾਲਕਾ ਮੇਲ ਫੜ ਕੇ ਦਿੱਲੀ ਪਹੁੰਚਿਆ ਕਰਾਂਗਾ ਤੇ ਇਤਵਾਰ ਰਾਤ ਨੂੰ ਮੈਨੂੰ ਚੜਾ ਜਾਇਆ ਕਰਾਂਗੇ ਵਾਪਸ। ਇਹ ਸਿਲਸਿਲਾ ਕੋਈ ਸਾਲ ਭਰ ਚੱਲਦਾ ਰਿਹਾ। ਬਹੁਤੀ ਵਾਰ ਉਹੀ ਉੱਥੋਂ ਟਿਕਟ ਬੁੱਕ ਕਰਾ ਕੇ ਮੈਨੂੰ ਭਿਜਵਾ ਦਿੰਦੇ ਸੀ ਤੇ ਮੈਨੂੰ ਇਸ ਕੁਛ ਬੁਰਾ ਨਹੀਂ ਸੀ ਲੱਗ ਰਿਹਾ, ਕਿਉਂਕਿ ਉਹਨਾਂ ਨਾਲ ਬੈਠਣਾ, ਉਹਨਾਂ ਨਾਲ ਚਾਹ ਪੀਣੀ, ਉਹਨਾਂ ਨਾਲ ਕੋਈ ਆਮ ਗੱਲ ਹੁੰਦੀ ਨਹੀਂ ਸੀ। ਪਤਾ ਨਹੀਂ ਮੇਰੇ ਨਾਲ ਜਾਂ ਬਾਕੀਆਂ ਦਾ ਤਾਂ ਪਤਾ ਨਹੀਂ, ਜਾਂ ਕਲਾਸ ਵਿੱਚ ਦੇਖਿਆ, ਕਲਾਸ ਵਿੱਚ ਵੀ ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਗਹਿਰੀਆਂ, ਗੰਭੀਰ ਤੇ ਇੱਕ ਸਵਾਦਲੇ ਲਹਿਜੇ ਦੇ ਵਿੱਚ, ਚਾਹੇ ਉਹ ਚੈਖਵ ਦੀ ਗੱਲ ਕਰ ਰਹੇ ਹੋਣ, ਚਾਹੇ ਉਹ ਕਾਬੂਕੀ ਦੀ ਗੱਲ ਕਰ ਰਹੇ, ਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਹਿਫਜ਼ ਵਿੱਚ, ਉਹਨਾਂ ਦੇ ਯਾਦ ਵਿੱਚ ਟਿਪਸ ਤੇ ਸਨ। ਉਹ ਇਸ ਤਰ੍ਹਾਂ ਗੱਲ ਕਰਦੇ ਇਸ ਤਰ੍ਹਾਂ ਆਮ ਰੋਜ਼ਾਨਾ ਦੀ ਗੱਲ ਕਰ ਰਹੇ, ਲੇਕਿਨ ਬੜੀਆਂ ਗਹਿਰੀਆਂ ਗੱਲਾਂ। ਬ੍ਰੈਕਟ ਨੂੰ ਕਦੋਂ ਮਿਲੇ, ਬਰਲਿਨਰ ਐਨਸੈਂਬਲ ਵਿੱਚ ਕਦੋਂ ਗਏ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਨ ਤੇ ਡੇਟ ਨਾਲ ਯਾਦ ਸੀ। ਕਿਹੜਾ ਪਲੇ ਉਹਨਾਂ ਨੇ ਲੰਡਨ ਦੇ ਵਿੱਚ 4 ਮੀਲ ਪੈਦਲ ਚੱਲ ਕੇ ਦੇਖ ਕੇ ਆਏ ਜਾ ਕੇ, ਇਹ ਸਾਰੀਆਂ ਚੀਜ਼ਾਂ। ਸੋ ਉਹ ਉਹਨਾਂ ਨੇ ਕਿਹਾ ਕਿ ਹਿੰਦੀ ਵਿੱਚ, ਮੈਂ ਕਿਹਾ ਜੀ ਮੈਂ ਮੇਲਿਓ, ਯਾਨੀ ਸਾਰਾ ਜਿਹੜਾ ਵਾਤਾਵਰਣ ਹੈ, ਉਹਦਾ ਪਰਿਵੇਸ਼ ਹੈ, ਉਸਦਾ ਲਹਿਜਾ, ਕਾਸਟਿਊਮਸ, ਮਿਊਜ਼ਿਕ, ਸਭ ਕੁਝ ਪੰਜਾਬੀ ਹੋਏਗਾ, ਲੇਕਿਨ ਭਾਸ਼ਾ ਹਿੰਦੀ। ਜਿਸ ਤਰ੍ਹਾਂ ਸਬਟਾਈਟਲਡ ਤੁਸੀਂ ਕੋਈ ਫਿਲਮ ਦੇਖਦੇ ਹੋ। ਅਵਤਾਰ ਜੀ, ਤੁਸੀਂ ਜੇ ਸੁਣ ਰਹੇ ਹੋ ਤਾਂ ਮੈਨੂੰ ਸਮੇਂ ਦਾ ਖਿਆਲ ਨਹੀਂ ਰਿਹਾ, ਤੁਸੀਂ ਮੈਨੂੰ ਜ਼ਰਾ ਦੱਸ ਦੇਣਾ ਵਿੱਚੋਂ। ਤਾਂ ਉਹਨਾਂ ਨੇ ਕਿਹਾ ਕਿ ਨਹੀਂ,
ਪਰ ਮੈਂ ਜਦੋਂ ਤਰਜਮਾ ਦਿਖਾਇਆ ਤਾਂ ਉਹਨਾਂ ਨੇ ਵਿੱਚ ਬੈਠ ਕੇ ਅਸੀਂ, ਇਟ ਵਾਜ਼ ਅ ਲੌਂਗ ਸਿਟਿੰਗ 4-5 ਘੰਟੇ ਦਿੱਲੀ ਦੇ ਉਹਨਾਂ ਦੇ ਡੈਸਕ ਵਿੱਚ, ਤਾਂ ਉਹਨਾਂ ਨੇ ਉਸ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੂੰ ਮਹਿਸੂਸ ਹੋਇਆ ਕੁਝ ਚੀਜ਼ਾਂ ਇੰਪਰੂਵ ਕੀਤੀਆਂ ਤੇ ਫਿਰ ਕਿਹਾ ਕਿ ਹਾਂ ਕਰ ਲਓ। ਫਿਰ ਇੱਕ ਹੋਰ ਸਮੱਸਿਆ ਲੈ ਕੇ ਮੈਂ ਪਹੁੰਚਿਆ ਉਹਨਾਂ ਕੋਲ। ਮੈਂ ਕਿਹਾ ਜੀ ਮੈਂ ਜਿਉਂ-ਜਿਉਂ ਕੰਮ ਕਰ ਰਿਹਾ, ਮੇਰੀ ਰਿਹਰਸਲ ਕੋਈ 2-2.5 ਮਹੀਨੇ ਚੱਲ ਰਹੀ ਹੈ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਕਾਕੂ ਵਰਗਾ ਸਖਤ ਸੁਭਾਅ ਦਾ ਬੰਦਾ ਇਸ ਤਰ੍ਹਾਂ ਵਾਪਸ ਆ ਜਾਏਗਾ। ਤੇ ਇੱਕ ਹੋਰ ਚੀਜ਼ ਹੈ ਕਿ ਉਸਦੀ ਵਾਈਫ ਨੂੰ ਇਹ ਇੱਕ ਇਨੀਸ਼ੀਏਟਿਵ ਮਿਲਦਾ ਹੈ ਕਿ ਦੇਖ ਲਿਆ ਆਪਣਾ ਮਰਦ, ਮੈਂ ਧੀ ਦੌੜ ਗਈ ਸੀ, ਉਹਦੇ ਪਿੱਛੇ ਗਿਆ ਗੰਡਾਸਾ ਲੈ ਕੇ ਤੇ ਫਿਰ ਦੁਮ ਦਬਾ ਕੇ ਵਾਪਸ ਆ ਗਿਆ, ਉਹਦੀ ਜੁੱਤੀ ਚੁੱਕ ਲਿਆ, ਉਹਦੀ ਚੁੰਨੀ ਚੁੱਕ ਲਿਆ ਤੇ ਮੈਂ ਵੀ ਕਰ ਲੈਂਦੀ ਹਾਂ ਇਸ ਤਰ੍ਹਾਂ, ਮੈਂ ਵੀ ਦੌੜ ਜਾਂਦੀ ਹਾਂ, ਕੀ ਕਰ ਲੇਗਾ ਮੇਰਾ। ਇਹ ਦੋ ਚੀਜ਼ਾਂ ਮੈਨੂੰ ਖਟਕਦੀਆਂ ਰਹੀਆਂ ਹਮੇਸ਼ਾ ਤੇ ਮੈਂ ਰਿਹਰਸਲਸ ਦੇ ਵਿੱਚ ਇਸ ਨੂੰ ਡਿਵੈਲਪ ਕੀਤਾ ਕਿ ਉਹ ਰਾਤ ਨੂੰ ਆਪਣੀ ਬੇਟੀ ਦੀ ਲਾਸ਼ ਲੈ ਕੇ ਘਰ ਆਉਂਦਾ, ਬਜਾਏ ਕਿ ਬੇਟੀ ਦੌੜ ਜਾਂਦੀ ਹੈ ਤੇ ਉਹ ਖਾਲੀ ਜੁੱਤੀ ਤੇ ਚੁੰਨੀ ਲੈ ਕੇ ਘਰ ਆ ਜਾਂਦਾ। ਸੋ ਇਹ ਮੈਂ ਆਪਣੇ ਰਿਹਰਸਲਸ ਦੇ ਵਿੱਚ ਡਿਵੈਲਪ ਕੀਤਾ ਕਿ ਉਹ ਜਦੋਂ ਲੈ ਕੇ ਆਉਂਦਾ ਤੇ ਕੀ ਫਾਰ ਐਨੀ ਪ੍ਰੈਕਟੀਕਲ ਪਰਪਸਿਸ, ਉਹ ਬੈਣੋ ਜਦੋਂ ਦੌੜ ਗਈ ਦੁਬਾਰਾ ਤਾਂ ਆਉਂਦੀ ਨਹੀਂ ਸਟੇਜ ਦੇ ਉੱਤੇ, ਸਿਰਫ ਉਹਦਾ ਜ਼ਿਕਰ ਹੁੰਦਾ। ਉਹ ਜ਼ਿਕਰ ਹੁਣ ਵੀ ਹੁੰਦਾ, ਇੱਕ ਸਹੇਲੀ ਆ ਕੇ ਪੁੱਛਦੀ ਹੈ ਵੈਣੋ ਦੀ ਕੁਝ ਉੱਗ ਸੁੱਗ ਲੱਗੀ, ਤਾਂ ਉਹਦੀ ਸੰਤੀ ਜਵਾਬ ਦਿੰਦੀ ਹੈ ਨਹੀਂ। ਓਰੀਜਨਲ ਸਕ੍ਰਿਪਟ ਵਿੱਚ ਵੀ ਇਹੀ ਹੈ ਕਿ ਨਹੀਂ, ਹੁਣ ਵੀ ਉਹ ਨਹੀਂ ਕਹਿੰਦੀ ਹੈ, ਲੇਕਿਨ ਉਸ ਤੋਂ ਪਹਿਲਾਂ ਉਸ ਜਗ੍ਹਾ ਨੂੰ ਦੇਖ ਲੈਂਦੀ ਹੈ ਜਿਸ ਵਿਹੜੇ ਵਿੱਚ, ਜਿਸ ਜਗ੍ਹਾ ਦੇ ਉੱਤੇ ਉਹਨਾਂ ਨੇ ਉਸਦੀ ਲਾਸ਼ ਦੱਬੀ ਸੀ। ਦਰਸ਼ਕਾਂ ਨਾਲ ਇਹ ਸਾਂਝ ਪਈ ਹੋਈ ਹੈ ਕਿ ਉਹ ਬੈਣੋ ਨੂੰ ਮਾਰ ਚੁੱਕੇ ਨੇ ਤੇ ਘਰ ਵਿੱਚ ਗੜ ਚੁੱਕੇ ਨੇ। ਇਹ ਇੱਕ ਬੜਾ ਇੰਪੋਰਟੈਂਟ ਤਰੀਕਾ ਹੁੰਦਾ ਕਿ ਅਸੀਂ ਜਦੋਂ ਵੀ ਕਿਸੇ ਨਾਟਕ ਨੂੰ ਕਰਦੇ ਹਾਂ, ਨਾਟਕ ਤਾਂ ਲਿਖਿਆ ਹੋਇਆ ਆਪਣੇ ਆਪ ਵਿੱਚ ਇੱਕ ਕ੍ਰਿਤੀ ਹੈ, ਕਿਤਾਬ ਦੇ ਰੂਪ ਵਿੱਚ ਪਈ ਹੈ, ਪਰ ਜਦੋਂ ਅਸੀਂ ਉਸਨੂੰ ਸਟੇਜ ਦੇ ਉੱਤੇ ਕਰਨ ਲੱਗਦੇ ਹਾਂ ਤਾਂ ਉਹ ਸਾਰਾ ਕੁਝ ਇੱਕ ਦ੍ਰਿਸ਼ਾਂ ਦੀ ਲੜੀ ਬਣ ਜਾਂਦਾ ਹੈ। ਮੇਰਾ ਆਪਣਾ ਮੰਨਣਾ ਹੈ ਕਿ ਸਾਰਾ ਵਾਚਕ, ਸਾਰਾ ਕੁਝ ਬੋਲਿਆ ਹੋਇਆ, ਡਾਇਲੌਗ ਵੀ, ਮਿਊਜ਼ਿਕ ਵੀ, ਸਾਊਂਡ ਇਫੈਕਟਸ ਵੀ, ਸਾਰੀਆਂ ਚੀਜ਼ਾਂ ਐਡ ਜ਼ਰੂਰ ਕਰਦੀਆਂ ਨੇ, ਬਟ ਇਟ ਇਜ਼ ਮੋਸਟਲੀ ਵਿਜ਼ੂਅਲ। ਜੋ ਕੁਝ ਅਸੀਂ ਸਟੇਜ ਦੇ ਉੱਤੇ ਕਰਨਾ ਹੈ ਉਹ ਵਿਜ਼ੂਅਲ ਰਾਹੀਂ ਸ਼ੋਅ ਕਰਨਾ ਹੈ। ਉਸ ਦੇ ਵਿੱਚ ਰੰਗ ਵੀ ਸ਼ਾਮਿਲ ਨੇ, ਉਸ ਸ਼ੇਪਸ ਵੀ ਸ਼ਾਮਿਲ ਨੇ, ਉਸ ਵਿੱਚ ਟੈਕਸਚਰਸ ਵੀ ਸ਼ਾਮਿਲ ਨੇ। ਪਿੰਡ ਦੀ ਕੱਚੀ ਕੰਧ ਹੈ ਕਿ ਹਵੇਲੀ ਦਾ ਪੱਕਾ ਫਸਾਡ ਹੈ, ਇਹਨਾਂ ਚੀਜ਼ਾਂ ਦੇ ਨਾਲ ਬਹੁਤ ਫਰਕ ਪੈਂਦਾ। ਇਹਨਾਂ ਚੀਜ਼ਾਂ ਦੇ ਮਾਧਿਅਮ ਨਾਲ ਹੀ ਅਸੀਂ ਕਮਿਊਨੀਕੇਟ ਕਰਦੇ ਹਾਂ। ਉਹ ਖੱਦਰ ਪਾ ਕੇ ਖੜਾ ਹੈ ਕਿ ਸਿਲਕ ਪਾ ਕੇ ਖੜਾ ਹੈ, ਇਹਨਾਂ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੈ। ਥੋੜਾ ਥੋੜਾ ਕਰਕੇ ਸਮਝਦੇ ਹਾਂ ਤੇ ਥੋੜਾ ਥੋੜਾ ਕਰਕੇ ਇਹਨਾਂ ਨੂੰ ਮੈਂ ਦਰਸ਼ਕਾਂ ਦੀ ਸੋਝੀ ਵਿੱਚ ਵੀ ਦਾਖਲ ਕਰਦਾ ਰਹਿਣਾ ਚਾਹੁੰਦਾ ਹਾਂ, ਕੋਸ਼ਿਸ਼ ਰਹੀ ਹੈ ਸ਼ੁਰੂ ਤੋਂ। ਰੇਜ਼ਿੰਗ ਦਾ ਬਾਰ, ਹਾਈ ਜੰਪ ਲਈ 3 ਫੁੱਟ ਉੱਚਾ ਇੱਕ ਬਾਰ ਲਗਾ ਦਿੱਤੀ ਗਈ, ਫਿਰ ਉਹਨੂੰ ਅਸੀਂ ਯਕ ਲਖ ਇੱਕੋ ਵਾਰੀ 4 ਫੁੱਟ ਨਹੀਂ ਕਰਦੇ, 3 ਫੁੱਟ 1 ਇੰਚ, 3 ਫੁੱਟ 2 ਇੰਚ। ਸੋ ਜੇ ਅਸੀਂ ਦਰਸ਼ਕਾਂ ਨੂੰ ਏਦਾਂ ਆਪਣੇ ਨਾਲ ਲੈ ਕੇ ਚੱਲਦੇ ਹਾਂ ਕਿ ਅਸੀਂ ਇੱਕ ਸਾਂਝੇ ਕੰਮ ਵਿੱਚ ਸ਼ਰੀਕ ਹਾਂ ਦੋਨੋਂ, ਤਾਂ ਚੰਗਾ ਕੰਮ, ਚੰਗਾ ਰਸ ਦਾ ਵਰਤਾਰਾ ਜੋ ਅਸੀਂ ਕੋਸ਼ਿਸ਼ ਕਰਦੇ ਹਾਂ ਨਾਟਕ ਦੇ ਥਰੂ ਕਹਿਣ ਦੀ, ਤਾਂ ਉਹ ਅੱਛਾ ਹੁੰਦਾ। ਸੋ ਮੇਰਾ ਆਪਣਾ ਤਜਰਬਾ ਹੈ ਦੀ ਵੇ ਅਵਤਾਰ ਜੀ ਵਰਗੇ ਸੁਹਿਰਦ ਲੋਕ ਜੇ ਉਹ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਨੇ ਤਾਂ ਇਹ ਮੈਨੂੰ ਹੌਸਲਾ ਦਿੰਦਾ ਹੈ। ਤੇ ਕਦੀ ਵੀ ਮੈਂ, ਮੇਰਾ ਖਿਆਲ ਹੈ ਆਪਣੇ ਦਰਸ਼ਕਾਂ ਨੂੰ, ਮੇਰਾ ਚਾਹੇ ਮੈਂ ਤੁਗਲਕ ਵੀ ਇਹੋ ਜਿਹਾ ਇੱਕ ਪਲੇ ਹੈ ਜਿਸਦਾ ਚਰਚਾ ਬਹੁਤ ਹੁੰਦਾ, ਤਾਰੀਫ ਬਹੁਤ ਹੁੰਦੀ ਹੈ, ਪੜ੍ਹਾਇਆ ਬਹੁਤ ਜਾਂਦਾ, ਸੁਣਿਆ ਬਹੁਤ ਜਾਂਦਾ, ਪਰ ਕਰਨ ਲਈ ਬਹੁਤ ਘੱਟ ਪ੍ਰੋਡਕਸ਼ਨਸ ਇਸ ਦੀਆਂ ਹੁੰਦੀਆਂ। ਔਖਾ ਪਲੇ, ਮੁਸ਼ਕਿਲ। ਇਹ ਮੈਂ ਕੀਤਾ ਸਟੂਡੀਓ ਥੀਏਟਰ 'ਚ। ਸੋ ਲੰਬੀਆਂ ਗੱਲਾਂ ਨੇ, ਫਿਰ ਕਿਸੇ ਇੱਕ ਗੱਲ ਨੂੰ ਪਕੜ ਕੇ ਮੈਂ ਖਤਮ ਤਾਂ ਕਰਾਂ ਪਹਿਲਾਂ ਮੇਰੀ ਥੋੜ੍ਹੀ ਯਾਦ, ਪਰ ਕਿਉਂਕਿ ਸਟੂਡੈਂਟਸ ਨਾਲ ਚੱਲ ਜਾਂਦਾ ਕਿ ਸਾਲ ਭਰ ਉਹਨਾਂ ਨਾਲ ਵਾਹ ਰਹਿੰਦਾ, ਕੋਈ ਗੱਲ ਜਿਵੇਂ ਪਰਸੋਂ ਛੱਡੀ ਸੀ ਤਾਂ ਮੈਂ ਅਗਲੇ ਪਰਸੋਂ ਫਿਰ ਪਕੜ ਲਾਂਗਾ। ਇੱਥੇ ਤਾਂ ਮੈਂ ਖਤਮ ਕਰਾਂ ਕਿ ਜਦੋਂ ਉਹ ਲੋਹਾ ਕੁੱਟ ਮੈਂ ਕਿਹਾ ਕਿ ਬੈਣੋ ਨੂੰ ਮਾਰ ਕੇ ਲਿਆ ਹੁੰਦਾ, ਫਿਰ ਮੈਂ ਗਾਰਗੀ ਸਾਹਿਬ ਕੋਲ ਗਿਆ ਕਿ ਇਹ ਇੱਕ ਮੈਂ ਚੇਂਜ ਕੀਤੀ ਹੈ। ਅਗੇਨ ਹੋਈ ਸੀਗਾ ਕਿ ਲੋਕਾਂ ਦੇ ਜ਼ਿਹਨਾਂ ਵਿੱਚ ਬੈਠਿਆ ਹੋਇਆ ਬੜੀ ਦੇਰ ਤੋਂ
ਤੇ ਤੁਸੀਂ ਇਹ ਚੇਂਜ ਨਾ ਕਰੋ। ਤੇ ਇਹ ਵੀ ਕਿੱਸਾ ਸੁਣਾਇਆ ਉਹਨਾਂ ਨੇ ਕਿ ਭਗਵਤੀ ਚਰਨ ਵਰਮਾ ਦਾ ਲਿਖਿਆ ਹੋਇਆ ਚਿੱਤਰਲੇਖਾ ਜਦੋਂ ਕੇਦਾਰ ਸ਼ਰਮਾ ਨੇ ਫਿਲਮ 'ਚ ਬਣਾਇਆ ਤਾਂ ਦੋਨੋਂ ਦੋਸਤ ਲੜ ਪਏ, ਨਾਰਾਜ਼ ਹੋ ਗਏ ਇੱਕ ਦੂਜੇ ਨਾਲ। ਵੈਸੇ ਵੀ ਕਹਿੰਦੇ ਹਿਸਟਰੀ ਇਹੀ ਕਹਿੰਦੀ ਹੈ ਕਿ ਕਦੀ ਵੀ ਰਾਈਟਰ ਡਾਇਰੈਕਟਰ ਦੇ ਕੰਮ ਤੋਂ ਖੁਸ਼ ਨਹੀਂ ਹੁੰਦਾ। ਉਹ ਕਹਿੰਦਾ ਤੂੰ ਤਾਂ ਭੱਠਾ ਬਿਠਾਤਾ, ਮੇਰਾ ਇੰਨਾ ਵਧੀਆ ਨਾਟਕ ਖਰਾਬ ਕਰ ਦਿੱਤਾ। ਸੋ ਮੈਂ ਕਹਿੰਦੇ ਇਹ ਤਾਂ ਨਹੀਂ ਕਹਾਂਗਾ, ਤੈਨੂੰ ਇੰਨੇ ਸਾਲਾਂ ਤੋਂ ਮੈਂ ਜਾਣਿਆ ਕਿ ਤੂੰ ਮੇਰਾ ਨਾਟਕ ਖਰਾਬ ਕਰੇਂਗਾ, ਪਰ ਮੈਂ ਤੇਰੇ ਲਈ ਕਹਿ ਰਿਹਾ ਕਿ ਸ਼ਾਇਦ ਐਕਸੈਪਟੈਂਸ ਨਾ ਮਿਲੇ ਕਿ ਇਹ ਇੱਕ ਕਲਾਸਿਕ ਨੂੰ ਹੈ। ਇੱਕ ਵਾਰੀ ਤਾਂ ਮੈਂ ਗੱਲ ਸੁਣ ਕੇ ਆ ਗਿਆ, ਦੁਬਾਰਾ ਫਿਰ ਗਿਆ, ਮੈਂ ਆਪਣੇ ਰਿਹਰਸਲਸ ਕਰਦਾ, ਮੀਨਸ ਮੈਂ ਹਰ ਚੀਜ਼ ਨੂੰ ਬੈਕ ਐਂਡ ਫੋਰਥ ਕਰਕੇ ਦੇਖਦਾ ਰਹਿੰਦਾ। ਉਹਨਾਂ ਦੀ ਗੱਲ ਵੀ ਮੰਨਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਜਦੋਂ ਮੈਂ ਅਗਲੀ ਵਿਜ਼ਿਟ ਤੇ ਗਿਆ ਤਾਂ ਮੈਂ ਕਿਹਾ ਮੈਨੂੰ ਕਰ ਲੈਣ ਦਿਓ। ਨਾਲੇ ਤੁਹਾਨੂੰ ਪਤਾ ਹੈ ਉੱਥੇ ਕੋਈ 200 150 200 ਲੋਕ ਬੈਠਦੇ ਨੇ ਤੇ 6 ਸ਼ੋਜ਼ ਹੁੰਦੇ ਨੇ, ਕਿੰਨੇ ਲੋਕ ਦੇਖ ਲੈਣਗੇ, ਕਿੰਨੇ ਲੋਕ ਮੈਨੂੰ ਬੁਰਾ ਕਹਿ ਲੈਣਗੇ। ਮੈਂ ਕਰ ਲੈਣਾ, ਇੱਕ ਫੇਲਡ ਐਕਸਪੈਰੀਮੈਂਟ ਹੀ ਕਹਿ ਲਓ। ਚਲੋ ਠੀਕ ਹੈ ਕਹਿੰਦੇ। ਸੋ ਮੈਂ ਇਸ ਤਰ੍ਹਾਂ ਕਰ ਲਿਆ ਤੇ ਪ੍ਰੀਮੀਅਰ ਉੱਤੇ ਪਹਿਲਾ ਸ਼ੋਅ ਦੇਖਣ ਲਈ ਗਾਰਗੀ ਸਾਹਿਬ ਦਿੱਲੀ ਤੋਂ ਆਏ ਸੀ। ਇਟ ਵਾਸ ਇਨ 94 ਤੇ ਸ਼ਾਇਦ ਉਹ ਉਹਨਾਂ ਦਾ ਡਿਪਾਰਟਮੈਂਟ 'ਚ ਆਖਰੀ ਵਿਜ਼ਿਟ ਹੀ ਸੀ, ਉਸ ਤੋਂ ਬਾਅਦ ਉਹ ਨਹੀਂ ਆਏ ਕਦੀ। ਤਾਂ ਦੇਖਣ ਤੋਂ ਬਾਅਦ ਬਹੁਤ ਰਾਈਟਰ ਕਹੇ ਕਿ ਨਹੀਂ, ਤਾਰੀਫ ਦੇ ਲਫ਼ਜ਼ ਨਹੀਂ, ਮੈਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਅਦ 'ਚ ਗਿਣਾਵਾਂ। ਪਰ ਹੁਣ ਤਾਂ ਮੈਂ ਇੰਨਾ ਹੀ ਕਹਿ ਸਕਦਾ ਕਿ ਇਹ ਬਹੁਤ ਦੇਰ ਪਹਿਲਾਂ ਜਦੋਂ ਮੈਂ ਇੱਥੇ ਹੈਡ ਆਫ ਦਾ ਡਿਪਾਰਟਮੈਂਟ ਸੀ ਉਦੋਂ ਹੀ ਤੂੰ ਕਰ ਰਿਹਾ ਸੀ। ਤੂੰ ਆਪਣੇ ਹੈਡ ਬਣਨ ਦੀ ਉਡੀਕ ਕਰ ਰਿਹਾ ਸੀ ਕਿ ਨਹੀਂ? ਬਸ ਆਈ ਫੈਲਟ ਲਾਈਕ ਕਿ ਮੈਂ ਹੁਣ ਕਰਨਾ ਚਾਹੁੰਦਾ। ਤਾਂ ਉਹ ਮੈਂ ਕਹਾਂਗਾ ਕਿ ਇਹ ਵਡਿਆਈ ਰਾਈਟਰ ਦੀ ਹੈ, ਮੇਰੀ ਨਹੀਂ। ਕਿ ਉਸ ਤੋਂ ਜਿਹੜਾ ਸਬਸੀਕੁਐਂਟ ਐਡੀਸ਼ਨ ਸੀਗੇ, ਅੱਜ ਕੱਲ੍ਹ ਬਾਜ਼ਾਰ ਵਿੱਚ ਦੋਨੋਂ ਐਡੀਸ਼ਨ ਅਵੇਲੇਬਲ ਹੋਣਗੇ। ਇੱਕ ਦੇ ਵਿੱਚ ਪੈਨੋਂ ਮਾਰ ਦਿੱਤੀ ਜਾਂਦੀ ਹੈ, ਇੱਕ ਪੁਰਾਣਾ ਐਡੀਸ਼ਨ ਜਿਹੜਾ ਸ਼ੁਰੂ ਤੋਂ ਚੱਲਿਆ ਆ ਰਿਹਾ। ਵਜ੍ਹਾ ਇਹ ਨਹੀਂ ਕਿ ਚੇਂਜ ਫॉर द ਸੇਕ ਆਫ ਚੇਂਜ, ਇੱਕ ਬੜਾ ਵੱਡਾ ਸਾਡੇ ਕੋਲ ਬਹਾਨਾ ਜਿਹਾ ਮਿਲਿਆ ਹੋਇਆ ਕਿ ਚੇਂਜ ਹੋਣੀ ਚਾਹੀਦੀ ਹੈ। ਜ਼ਿਆਦਾਤਰ ਤਾਂ ਸਿਰਫ ਫॉर द ਸੇਕ ਆਫ ਚੇਂਜ ਹੁੰਦੀ। ਇੱਥੇ ਇਹ ਚੇਂਜ ਸੀ ਕਿ ਮੈਂ ਜੋ ਥੀਮ ਹੈ ਨਾਟਕ ਦਾ, ਥੀਮੈਟਿਕ ਹੋਣਾ ਚੰਗਾ ਹੁੰਦਾ ਨਾਟਕ ਵਿੱਚ। ਇਹ ਅੱਜ ਕੱਲ੍ਹ ਕੋਲਾਜ ਦੇ ਤੌਰ ਤੇ ਬੜੀਆਂ ਚੀਜ਼ਾਂ ਕਹੀਆਂ ਜਾਂਦੀਆਂ ਨੇ ਵਿਚ ਅਮਾਊਂਟ ਟੂ ਨਥਿੰਗ, ਬਟ ਹੋਣਾ ਚਾਹੀਏ। ਕੋਲਾਜ ਵੀ ਹੋਵੇ, ਮੈਂ ਕਈ ਕੋਲਾਜਿਸ ਵੀ ਕੀਤੇ ਨੇ, ਮੰਟੂ ਦੀਆਂ ਕਹਾਣੀਆਂ ਦਾ ਕੋਲਾਜ ਕੀਤਾ, ਇੱਕ ਵੂਮਨ ਐਮਪਾਵਰਮੈਂਟ ਤੇ ਕੋਲਾਜ ਕੀਤਾ। ਕੋਲਾਜ ਬਟ ਦੇ ਅਮਾਊਂਟ ਟੂ ਅ ਸਰਟਨ ਆਈਡੀਆ, ਸਰਟਨ ਥੀਮ, ਸਾਰੇ ਜੁੜ ਕੇ ਕਿੰਨੇ ਹੀ ਖਿਲ ਰਹੇ। ਕੋਲਾਜ ਦੀ ਵੱਡੀ ਖਾਸੀਅਤ ਇਹ ਹੁੰਦੀ ਹੈ, ਕੋਲਾਜ ਨੂੰ ਵੀ ਲੋਕ ਥੋੜਾ ਗਲਤ ਸਮਝਦੇ ਨੇ। ਕੋਲਾਜ ਦਾ ਮਤਲਬ ਹੈ ਜਬ ਖੜਬੀਆਂ ਇਧਰੋਂ ਉਧਰੋਂ ਤਸਵੀਰਾਂ ਲੈ ਕੇ ਜੋੜ ਦਿੱਤੀਆਂ ਜਾਣ। ਜਿੱਥੇ ਮੈਂ ਐਸਥੈਟਿਕਸ ਨੂੰ ਐਸਥੈਟਿਕ ਦੀ ਦੁਹਾਈ ਦਿੰਦਾ ਉਹ ਇਹ ਹੈ ਕਿ ਉਸਦੇ ਵਿੱਚ ਵੀ ਇੱਕ ਤੁਹਾਡੀ ਸਮਝ, ਸੂਝ, ਸੌਂਦਰਯ ਦੀ ਇੱਕ ਹੁੰਦੀ ਹੈ ਨਾ, ਸੰਵੇਦਨਾ ਦੀ ਲਫ਼ਜ਼ ਉੱਥੇ ਇਹਨਾਂ ਨੇ ਇਸਤੇਮਾਲ ਕੀਤਾ। ਮੈਂ ਉਸਨੂੰ ਸਿਰਫ ਸਾਦਾ ਸਵਾਦ ਕਹਾਂ। ਸਵਾਦ ਹਾਂ, ਦੇਖਣ 'ਚ ਵੀ ਸਵਾਦ ਆਉਂਦਾ, ਪਰ ਅਸੀਂ ਆਪਣੀ ਨਜ਼ਰ ਨੂੰ ਜ਼ਿਆਦਾ ਮੈਚਿਓਰ ਕਰਨਾ। ਇਹ ਵੀ ਛੋਟੀ ਜਿਹੀ ਇੱਕ ਹੈ ਮੇਰੇ ਦਿਲ 'ਚ ਖਾਲਿਸ਼ ਹੈ ਕਿ ਸਾਡੇ ਇੰਡੀਆ 'ਚ ਵੀ ਤੇ ਇੱਧਰ ਵੀ ਮਿਊਜ਼ਿਕ ਦੀ ਬੜੀ ਸਮਝ ਹੈ, ਉਨੀ ਸਮਝ ਵਿਜ਼ੂਅਲ ਦੀ ਨਹੀਂ ਹੈ। ਮਿਊਜ਼ਿਕ ਦੇ ਵਿੱਚ ਕੋਈ ਵੀ ਬੇਸੁਰਾ ਗਾਉਣ ਵਾਲਾ ਜਾਂ ਵਜਾਉਣ ਵਾਲਾ ਸਟੇਜ ਉੱਤੇ ਜਾਣ ਦੀ ਜ਼ਰੂਰਤ ਨਹੀਂ ਕਰ ਸਕਦਾ। ਵੇਅਰ ਸਟੇਜ ਦੇ ਉੱਤੇ ਇਹੋ ਜਿਹੀ ਕੋਈ ਮਨਾਹੀ ਨਹੀਂ। ਸਾਡੇ ਕੋਲ ਪ੍ਰੋਪਰ ਸੁਰ ਦਾ ਗਿਆਨ ਹੈ ਜਾਂ ਨਹੀਂ, ਤੁਸੀਂ ਵੈਸੇ ਹੈ ਵੀ ਕੀ ਡਾਇਰੈਕਸ਼ਨ ਦੇ ਵਿੱਚ? ਨਥਿੰਗ। ਤੁਸੀਂ ਵਾਲ ਵਧਾ ਲਓ, ਇੱਕ ਐਨਕ ਲਾ ਲਓ, ਥੈਲਾ ਲਾ ਲਓ, ਡਾਇਰੈਕਟਰ। ਪਲੇ ਤਾਂ ਲਿਖਿਆ ਪਿਆ, ਕਰਨਾ ਐਕਟਰਾਂ ਨੇ, ਵਿਚਾਰਿਆਂ ਨੇ ਜਾਨ ਮਾਰ ਕੇ ਰਿਹਰਸਲਾਂ ਕਰਨੀਆਂ। ਤੁਸੀਂ ਤਾਂ ਬਸ ਇੱਕ ਕੁਰਸੀ ਤੇ ਬੈਠ ਕੇ ਜਿਹਦੇ ਪਿੱਛੇ ਡਾਇਰੈਕਟਰ ਲਿਖਿਆ ਹੋਵੇ ਕਹਿ ਦਿਓ, ਨਹੀਂ ਸੱਜੇ ਨਹੀਂ ਖੱਬੇ ਚਲਾ ਜਾ, ਖੱਬੇ ਨਹੀਂ ਸੱਜੇ ਚਲਾ ਜਾ, ਉੱਠ ਕੇ ਨਹੀਂ ਬੈਠ ਕੇ, ਉੱਚਾ ਨਹੀਂ ਹੌਲੀ। ਪਰ ਸਭ ਦੇ ਪਿੱਛੇ ਤੁਹਾਡੀ ਆਪਣੀ ਮੈਂਟਲ ਤਿਆਰੀ ਤਾਂ ਹੋਣੀ ਚਾਹੀਦੀ ਹੈ ਨਾ। ਐਟ ਦ ਬੈਕ ਆਫ ਯੂਰ ਮਾਈਂਡ you should have a
ਪਤੀ ਜਿਸ ਨੂੰ ਕਈ ਵਾਰੀ ਮੈਨੂੰ ਬੁਰਾ ਵੀ ਕਿਹਾ ਜਾਂਦਾ ਕਿ ਸਰ ਇਜਾਜ਼ਤ ਨਹੀਂ ਦਿੰਦੇ ਐਕਟਰ ਨੂੰ, ਆਜ਼ਾਦੀ ਨਹੀਂ ਦਿੰਦੇ ਐਕਟਰ ਨੂੰ। ਮੈਂ ਉਹ ਆਜ਼ਾਦੀ ਸ਼ੁਰੂ 'ਚ ਹੀ ਦੇ ਦਿੰਦਾ। ਸ਼ੁਰੂ ਤੋਂ ਮੈਂ ਉਹਨਾਂ ਨੂੰ ਇੱਕੋ ਹੀ ਚੀਜ਼ ਨੂੰ ਕਈ ਤਰ੍ਹਾਂ ਨਾਲ ਕਰਵਾਉਣ ਦੀ ਕੋਸ਼ਿਸ਼ ਕਰਦਾ। ਤੇ ਇਹ ਕੋਈ ਅਗੇਨ ਇਹ ਕੋਈ ਇਤਫਾਕ ਨਹੀਂ ਕਿ ਜੇ ਮੇਰੇ ਲੋਹਾ ਕੁੱਟ ਚੋਂ ਜਦੋਂ ਇੱਕ ਸਬਸੀਕੁਐਂਟ ਸ਼ੋਅ ਮੰਗਿਆ ਸੀ ਜਿਸਨੇ ਇਹਨਾਂ ਨੇ ਆਕਾਸ਼ਵਾਣੀ ਜਲੰਧਰ, ਅਕਸਰ ਉਹ ਕਰਵਾਉਂਦੇ ਨਹੀਂ ਪਲੇਜ਼, ਤਾਂ ਸਿਰਫ ਰਿਕਾਰਡ ਕਰਦੇ ਨੇ, ਉਹਨਾਂ ਲਾਈਵ ਪਲੇ ਲਈ ਕਿਹਾ ਸੀ ਵਰਲਡ ਥੀਏਟਰ ਡੇ ਉੱਤੇ, ਮੈਂ ਲੈ ਕੇ ਗਿਆ ਸੀ। तो जे मेरी बहनों किसी वजह करके कोई एक्सीडेंटल नहीं आती तो संती ਦਾ ਰੋਲ ਕੋਈ ਦੂਸਰੀ ਸੰਤੀ ਕਰਕੇ ਬਹਿਣੋਂ ਇੱਕ ਕੋਈ ਸੀ, ਮੇਰੇ ਕੋਲ ਸੰਤੀਆਂ ਦੋ ਸੀਗੀਆਂ। ਤਾਂ ਉਸ ਸ਼ੋਅ ਵਾਲੇ ਦਿਨ ਅਚਾਨਕ ਪਤਾ ਲੱਗਦਾ ਕਿ ਨਹੀਂ ਆਈ, ਤਾਂ ਉਹ ਜੇ ਉਹ ਬਹਿਣੋਂ ਦਾ ਰੋਲ ਕਰ ਸਕੀ ਸਕਸੈਸਫੁਲੀ ਤੇ ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਅੱਜ ਅਸਲੀ ਬਹਿਣੋਂ ਨਹੀਂ ਸੀ, ਤਾਂ ਉਸਦੀ ਵਜ੍ਹਾ ਇਹ ਸੀ ਕਿ ਸਾਰੀਆਂ ਰਿਹਰਸਲਸ ਦੇ ਵਿੱਚ ਸਾਰਿਆਂ ਦੇ ਉੱਤੇ, ਕਿਉਂਕਿ ਮੇਰੇ ਵਿਦਿਆਰਥੀ ਹੁੰਦੇ ਨੇ, ਸੋ ਮੈਂ ਉਹਨਾਂ ਉੱਤੇ ਕਈ ਜ਼ਾਵੀਏ ਤੋਂ, ਕਈ ਕੋਣਾਂ ਤੋਂ, ਕਈ ਪਹਿਲੂਆਂ ਤੇ ਕੰਮ ਕਰਦਾ। ਕਾਮੇਡੀ ਆਫ ਐਰਰਸ ਦੇ ਵਿੱਚ ਦੋ ਜੁੜਵਾਂ ਮਾਸਟਰਸ ਨੇ, ਦੋ ਜੁੜਵਾਂ ਨੌਕਰ ਨੇ ਸ਼ੇਕਸਪੀਅਰ ਦਾ। ਤਾਂ ਇੱਕ ਵਿਆਹ ਹੋਇਆ ਆਪਣੀ ਬੀਵੀ ਨਾਲ ਰਹਿੰਦਾ, ਦੂਸਰਾ ਹਜੇ ਕੁਆਰਾ, ਸ਼ਕਲਾਂ ਦੋਨਾਂ ਦੀਆਂ ਮਿਲਦੀਆਂ ਨੇ। ਇੱਕ ਕਿਸੇ ਸਿਚੁਏਸ਼ਨ ਦੇ ਵਿੱਚ ਜਿਹੜਾ ਕੁਆਰਾ ਬੰਦਾ ਉਹ ਅੰਦਰ ਚਲਾ ਜਾਂਦਾ, ਉਸਦੀ ਬੀਵੀ ਕੋਲ ਬੈਠਾ, ਤੇ ਇਹ ਜਿਹੜਾ ਵਿਆਹ ਹੋਇਆ ਅਸਲੀ ਪਤੀ ਹੈ ਉਹ ਬਾਹਰੋਂ ਚੀਕਾਂ ਮਾਰ ਰਿਹਾ ਕਿ ਦੂਜੇ ਗਲਤ ਬੰਦਾ ਅੰਦਰ ਬੈਠਿਆ ਹੋਇਆ। ਸੋ ਇਹ ਦੋਨੋਂ ਰੋਲਸ ਇੱਕ ਐਕਟਰ ਜਾਂ ਇੱਕ ਕਰੈਕਟਰ ਦੂਸਰੇ ਦੀ ਦੁਵਿਧਾ ਨੂੰ ਸਮਝ ਸਕੇ, ਮੈਂ ਇਹਨਾਂ ਤੋਂ ਕਈ ਵਾਰੀ 3-4 ਦਿਨ ਬਾਅਦ ਬਦਲ ਦਿੰਦਾ। ਯਾਨੀ ਜਿਹੜਾ ਪਤੀ ਦਾ ਰੋਲ ਬੈਚਲਰ ਕਰਦਾ, ਬੈਚਲਰ ਦਾ ਰੋਲ, ਤਾਂ ਦੋਨੋਂ ਇੱਕ ਦੂਸਰੇ ਦੀ ਸਿਚੁਏਸ਼ਨ ਨੂੰ ਸਮਝ ਸਕਦੇ ਸੀ। ਐਟ ਦ ਸੇਮ ਟਾਈਮ ਉਹਨਾਂ ਦੀ ਤਿਆਰੀ ਇਸ ਤਰ੍ਹਾਂ ਹੋ ਜਾਂਦੀ ਜਿਸ ਦੇ ਨਾਲ ਇੱਕ ਦੂਸਰੇ ਦੀ ਬੋਡੀ ਲੈਂਗੁਏਜ ਨੂੰ ਅਪਣਾ ਸਕਣ, ਕਿਉਂਕਿ ਸੱਚਮੁੱਚ ਦੇ ਜੁੜਵਾਂ ਤਾਂ ਸੀ ਨਹੀਂ ਮੇਰੇ ਕੋਲ। ਜਿਹੜੇ ਮਾਸਟਰ ਸਨ, ਇੱਕ ਬੱਚਾ ਹਿਮਾਚਲ ਤੋਂ, ਇੱਕ ਬਿਹਾਰ ਤੋਂ। ਤੇ ਜਦੋਂ ਸ਼ੋਅ ਖਤਮ ਹੋਇਆ ਤਾਂ ਲੋਕਾਂ ਨੇ ਅਕਸਰ ਕਿਹਾ ਤੁਸੀਂ ਸੱਚਮੁੱਚ ਦੇ ਜੁੜਵਾਂ ਫੜ ਲਿਆ। ਜਿਨ੍ਹਾਂ ਨੇ ਮੇਰਾ ਸਟੂਡੀਓ ਥੀਏਟਰ ਦੇਖਿਆ ਉਹ ਜਾਣਦੇ ਨੇ ਕਿ ਤਕਰੀਬਨ 3-4 ਫੁੱਟ ਦੀ ਦੂਰੀ ਤੇ ਸਾਰੇ ਐਕਟਰ ਐਕਟ ਕਰ ਰਹੇ ਹੁੰਦੇ ਨੇ। ਜਿਹੜਾ ਫਰੰਟ ਰੋ 'ਚ ਆਡੀਅנס ਬੈਠੀ ਹੈ ਉਹ ਸ਼ਾਇਦ ਛੂ ਵੀ ਸਕਦੇ ਉਹਨਾਂ ਨੂੰ। ਤੇ ਜੇ ਉਹ ਲੋਕ ਇਸ ਤਰ੍ਹਾਂ ਮਹਿਸੂਸ ਕਰ ਸਕਦੇ ਆ ਕਿ ਸੱਚਮੁੱਚ ਦੇ ਜੁੜਵਾਂ ਕਿੱਥੋਂ ਲੈ ਆਉਂਦੇ, ਫਿਰ ਅੱਜ ਇੱਕ ਬਿਹਾਰ ਤੋਂ, ਇੱਕ ਹਿਮਾਚਲ ਤੋਂ, ਤਾਂ ਇਹ ਉਹਨਾਂ ਦੀ ਬੋਡੀ ਲੈਂਗੁਏਜ ਹੈ, ਕਾਸਟਿਊਮਸ, ਮੇਕਅਪ, हेयर स्टाइल, ये सारिया चीज़ां मदद कर सकदियां ने, पर उन्होंने बिल्कुल जुड़वा अंदरों महसूस करने लई तां नहीं ना मदद कर सकदी। तुसी बुढ़े दा मेकअप कर दोगे बड़ी अच्छी तरह, बड़ा ऑथेंटिक, बड़ा वधिया, पर जो 22 साल दा जवान 60 साल दे बुढ़े दी तरह उठदा बैठदा चलदा नहीं, उहदी तकनी, उहदा मुड़ना, उसदा उठना बैठना, गल करना, जुबान जे उस वर्गी नहीं है तो तुहाडा मेकअप कोई मदद नहीं करे। हाँ, मेकअप थोड़ी मदद करता है जे तुसी सारा आर्ट एज ए अभिनय। मैनूं नहीं पता किन्नी थोड़ी इच्छा है मैनूं सुनन दी, सो इसलिए मैनूं जदों कहंदे ने घड़ी मुद्दी मार दिंदे आ तां ये बल्कि मैनूं ज़्यादा जिम्मेदार बनाउंदा है कि उसका मतलब ये नहीं कि आई कैन गो इनडेफिनेटली। थोड़ा जिहा नाट्य शास्त्र ਦੇ ਵਿੱਚ ਇੱਕ ਲਫ਼ਜ਼ ਆਉਂਦਾ ਆਹਾਰ, ਤੇ ਜਿੰਨੀ ਕੁ ਮੇਰੀ ਸਮਝ ਸੂਝ ਹੈ ਜਾਂ ਤਜਰਬਾ ਹੈ ਕੰਮ ਕਰਨ ਦਾ, ਮੈਂ ਕਿਤੇ ਵੀ ਹੋਰ ਵਰਲਡ ਲਿਟਰੇਚਰ ਵਿੱਚ, ਵਰਲਡ ਹਿਸਟਰੀ ਵਿੱਚ ਕਿਤੇ ਨਹੀਂ ਪੜ੍ਹਿਆ ਕਿ ਜਿੱਥੇ ਗਹਿਣਿਆਂ ਨੂੰ, ਮੇਕਅਪ ਨੂੰ, ਕਾਸਟਿਊਮਸ ਨੂੰ ਅਭਿਨੈ ਦਾ ਨਾਂ ਦਿੱਤਾ ਗਿਆ ਹੋਵੇ, ਐਕਟਿੰਗ ਦਾ ਨਾਂ ਦਿੱਤਾ ਗਿਆ। ਆਹਾਰ ਉਹ ਕਹਿੰਦਾ 4 ਤਰ੍ਹਾਂ ਦੇ ਨੇ, ਸਾਤਵਿਕ, आंगिक, वाचिक ते आहार्य। आहार्य अभिनय क्यों कहा भरत ने नाट्य शास्त्र विच? मैनू इसके प्रति जिस तरह मैनू अज भी स्टूडेंट्स के तौर पर, स्टूडेंट के तौर पर, मैं स्टूडेंट है तो किसी भी नवी चीज़ बारे जिज्ञासा होंगी है, तो मैनू भी होर किते नहीं है। बाकी सब ने इसको एड्स किया, बाहर वाले भी जरूर मनते हैं, कहते बहुत मदद करती है, पर वो इसनू मदद नहीं, वो कहता है तो अभिनय ही। सो बड़ा सोच के समझ के फिर मैं अपने लिए ये तय किया कि इस तरह है कि जिस तरह धारण करना कहते संस्कृत दे विच ही कॉस्ट्यूम, मेकअप या थोड़ी प्रॉपर्टी, धनुष धारण किया जाता,
ਅੰਗ ਵਸਤਰ ਧਾਰਨ ਕੀਤਾ ਜਾਂਦਾ। ਤੋ ਉਹ ਧਾਰਨ ਕਰਨ ਦਾ ਮਤਲਬ ਹੈ ਕਿ that becomes the part of your body। ਆਂਗਿਕ ਵਿੱਚ ਤੁਹਾਡੀ ਸ਼ਾਮਿਲ ਹੈ ਬੋਡੀ, ਸਰੀਰ, ਅੰਗ ਸੰਚਾਲਨ। ਪਰ ਆਹਾਰ ਇਹ ਕਹਿੰਦਾ ਹੈ ਕਿ ਤੁਸੀਂ ਧਨੁਸ਼ ਫੜ ਲਿਆ, ਜਿਸ ਤਰ੍ਹਾਂ ਮੈਂ ਮੇਕਅਪ ਦੀ ਗੱਲ ਕੀਤੀ ਕਿ ਮੇਕਅਪ 'ਚ ਤੁਹਾਨੂੰ 60 ਸਾਲ ਦਾ ਬੁੱਢਾ ਬਣਾ ਦਿੱਤਾ, ਬਟ ਜੇ ਤੁਸੀਂ ਐਕਟਿੰਗ ਵਿੱਚ ਆਪਣੀ ਬੋਡੀ ਦੇ ਵਿੱਚ ਨਹੀਂ ਇਸ ਤਰ੍ਹਾਂ ਦੀ ਚੀਜ਼ ਲਿਆ ਸਕਦੇ ਕਿ ਤੁਹਾਡਾ ਉੱਠਣਾ ਬੈਠਣਾ, ਵਤੀਰਾ, ਵਿਵਹਾਰ, ਤਾਂ ਉਹ ਮੇਕਅਪ ਨਿਰਰਥਕ ਹੈ। ਇਸੇ ਤਰ੍ਹਾਂ ਤੁਹਾਨੂੰ ਧਨੁਸ਼ਤਾ ਚੁੱਕ ਲਿਆ, ਪਰ ਨਾ ਤਾਂ ਤੁਹਾਨੂੰ ਉਸਨੂੰ ਕੈਰੀ ਕਰਨਾ ਆਉਂਦਾ। ਇਸੇ ਤਰ੍ਹਾਂ ਦੁਪੱਟਾ ਤੁਸੀਂ ਲੈ ਲਿਆ, ਪਰ ਦੁਪੱਟੇ ਨੂੰ ਵਰਤਣਾ ਕਿਸ ਤਰ੍ਹਾਂ। ਜਦੋਂ ਇਹ ਚੀਜ਼ਾਂ ਐਕਟਰ ਦੀ ਬੋਡੀ ਦਾ ਹਿੱਸਾ ਬਣ ਜਾਂਦੀਆਂ ਨੇ ਤਾਂ ਉਹ ਅਭਿਨੈ ਦਾ ਹਿੱਸਾ ਬਣ ਜਾਂਦੀਆਂ। ਸੋ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਲੋਕਾਂ ਨੂੰ ਇਸ ਪੱਖ ਉੱਤੇ ਵੀ ਕੰਮ ਕਰਨਾ ਚਾਹੀਦਾ। ਅਸੀਂ ਇਸ ਨੂੰ ਆਪਣੇ ਆਪ ਵਿੱਚ ਕੰਪਲੀਟ ਰਿਹਰਸਲ ਸਮਝ ਲੈਂਦੇ ਹਾਂ ਤੇ ਤਿਆਰੀ ਸਮਝ ਲੈਂਦੇ ਹਾਂ ਕਿ ਅਸੀਂ ਨਾਟਕਕਾਰ ਦੀਆਂ ਦੇ ਡਾਇਲੌਗਸ ਦੇ ਵਿੱਚ ਸਬ ਟੈਕਸਟ ਨੂੰ ਸਮਝ ਲਿਆ, ਉਸਦੀ ਪਰਤ ਦਰ ਪਰਤ ਕੀ ਕਹਿਣਾ ਚਾਹੁੰਦਾ ਹੈ, ਉਸਦੀਆਂ ਗਹਿਰਾਈਆਂ ਡੂੰਘਾਈਆਂ ਨਾਪ ਲਈਆਂ ਨੇ, ਤੇ ਉਹਨਾਂ ਦੇ ਤਲਫਜ਼ ਤੇ ਉਚਾਰਨ ਤੇ ਬੜਾ ਵਧੀਆ ਕੰਮ ਕਰ ਦਿੱਤਾ, ਤੇ ਉਹ ਬੜੇ ਇੰਪ੍ਰੈਸਿਵ ਤਰੀਕੇ ਨਾਲ ਡਾਇਲੌਗ ਬੋਲ ਲੈਂਦੇ ਨੇ। ਬਸ ਇਸ ਤੋਂ ਵੱਧ ਨਾਟਕ ਕੀ ਹੁੰਦਾ। ਪਰ ਉਹ ਕਦੋਂ ਕਿਸ ਵੇਲੇ ਉਹ ਅਭਿਨੇਤਰੀ ਆਪਣੇ ਦੁਪੱਟੇ ਤੋਂ ਕੀ ਕੰਮ ਲੈਂਦੀ ਹੈ ਜਾਂ ਕਦੋਂ ਆਪਣੇ ਕੰਨ ਦੇ ਬੁੰਦੇ ਨਾਲ ਖੇਲਣ ਲੱਗ ਜਾਂਦੀ ਹੈ, ਇਹ ਸਾਰਾ ਉਹਦੇ ਅਭਿਨੈ ਦਾ ਹਿੱਸਾ ਹੈ। ਤੇ ਇਸ ਦੇ ਮਾਧਿਅਮ ਨਾਲ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਹਿੰਦੇ ਹਾਂ। ਛੋਟੀਆਂ ਛੋਟੀਆਂ ਚੀਜ਼ਾਂ, ਛੋਟੀਆਂ ਛੋਟੀਆਂ ਛੋਹਾਂ, ਕਿਸੇ ਰੰਗ ਨਾਲ, ਕਿਸੇ ਟੈਕਸਚਰ ਨਾਲ, ਕਿਸੇ ਮੈਤਰੇਏ ਦੀ ਗੱਲ ਕੀਤੀ ਇਹਨਾਂ ਨੇ, ਮੈਤਰੇਏ ਦੇ ਹੱਥ ਦੀ ਜਿਹੜੀ ਸੋਟੀ ਹੈ ਉਹ ਬਹੁਤ ਟਾਈਮ ਲਗਾ ਕੇ ਉਸਦਾ ਇੱਕ ਇੱਕ ਵੱਲ, ਉਸਦਾ ਟੈਕਸਚਰ, ਉਸਦੇ 'ਚ ਜੋ ਰੰਗ ਦੇ ਵਿੱਚ ਚੀਜ਼ ਪੂਰੀ ਤਰ੍ਹਾਂ ਅਵੇਲੇਬਲ ਨਹੀਂ ਸੀ, ਉਸਨੂੰ ਮਸਨੂਈ ਨਕਲੀ ਰੰਗ ਦੇ ਨਾਲ। ਪਰ ਜੇ ਕਿਸੇ ਹੋਰ ਨੇ, ਦੇਖਣ ਵਾਲੇ ਨੇ ਨੋਟਿਸ ਨਹੀਂ ਕੀਤਾ ਤਾਂ ਕੋਈ ਗੱਲ ਨਹੀਂ। ਜਿਹੜਾ ਪੂਰਾ ਕਰੈਕਟਰ ਮੈਤਰੇਏ ਦਾ ਬਣਿਆ, ਛੋਟੀ ਨੇ ਜਿੱਥੇ ਉਹਦੀ ਮਦਦ ਕੀਤੀ ਹੈ, ਜਿੱਥੇ ਉਸਦੀ ਬੋਡੀ ਦਾ ਹਿੱਸਾ ਬਣ ਗਈ ਹੈ, ਜਾਂ ਐਟ ਦ ਸੇਮ ਟਾਈਮ ਜੇ ਯਾਦ ਹੋਵੇ ਜਗਜੀਤ ਨੂੰ ਤਾਂ ਉਸਨੇ ਆਪਣੇ ਸਿਰ ਦਾ ਮੁਕਟ ਖੁਦ ਬਣਾਇਆ ਸੀ। ਤੇ ਇੱਕ ਨਹੀਂ ਬਣਾਇਆ ਸੀ, ਕਈ ਸਾਰੇ ਬਣਾਏ ਸੀ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਤੁਸੀਂ ਐਕਟਰ ਨੂੰ ਆਜ਼ਾਦੀ ਨਹੀਂ ਦਿੰਦੇ, ਮੈਂ ਉਸਨੂੰ ਬਹੁਤ ਆਜ਼ਾਦੀ ਦਿੰਦਾ। ਪਰ ਇੱਕ ਵਾਰ ਜਦੋਂ ਉਹ ਚੀਜ਼ ਮਿਥ ਲਈ ਜਾਂਦੀ ਹੈ, ਜਦੋਂ ਇਹ ਸਾਬਤ ਹੋ ਜਾਂਦਾ ਹੈ, ਜਦੋਂ ਸੋਨਾ ਪਰਖ ਲਿਆ ਜਾਂਦਾ, ਫਿਰ ਉਸਦੇ ਉੱਤੇ ਹੋਰ ਐਕਸਪੈਰੀਮੈਂਟ ਕਰਨ ਦੀ ਲੋੜ ਨਹੀਂ ਹੁੰਦੀ। ਕਿਸੇ ਹੋਰ ਵਕਤ ਵਿੱਚ, ਕਿਸੇ ਹੋਰ ਗਹਿਣੇ ਵਿੱਚ ਹੋ ਸਕਦੀ ਹੈ, ਪਰ ਉੱਥੇ ਉਸਨੂੰ ਉਹ ਖਾਸ ਤੌਰ ਤੇ ਪਲੇ ਦੇ ਵਿੱਚ, ਕਿਉਂਕਿ ਇਹ ਰਾਤ ਆਫਟਰ ਰਾਤ, ਹਰ ਰਾਤ ਕਈ ਸ਼ੋਜ਼ ਹੁੰਦੇ ਨੇ, ਕਈਆਂ ਦੇ ਤਾਂ 100 ਸ਼ੋਜ਼ ਹੋ ਜਾਂਦੇ ਨੇ, ਤਾਂ ਉਸਦਾ ਜਿਹੜਾ ਇੱਕ ਤੁਸੀਂ ਹਾਸਿਲ ਕੀਤਾ ਹੈ ਉਹ ਗੁਆਚ ਨਹੀਂ ਜਾਣਾ ਚਾਹੀਦਾ। ਸੋਚ ਸਵਾਦ ਦੀ ਗੱਲ ਹੋ ਰਹੀ ਤਾਂ ਮੈਂ ਦੱਸਾਂ, ਤੁਗਲਕ ਦੇ ਇੱਕ ਸ਼ੋਅ ਵਿੱਚ ਲਾਈਟ ਚਲੀ ਗਈ। ਉਸ ਸੀਨ ਦੇ ਵਿੱਚ ਦਰਸ਼ਕ ਬੈਠੇ ਸਨ ਤਾਂ ਜ਼ਰੂਰਤ ਸੀ ਕਿ ਇੱਕ ਡਾਇਲੌਗਸ ਤਾਂ ਉਹਨਾਂ ਨੂੰ ਜ਼ੁਬਾਨੀ ਯਾਦ ਹੁੰਦੇ ਨੇ, ਮੈਂ ਬਾਕੀਆਂ ਦੀ ਫੌਜੀ ਲਈ ਵੀ ਦੱਸ ਦਿਆਂ ਕਿ ਸਟੇਜ ਦੇ ਉੱਤੇ ਜੇ ਕੋਈ ਬੰਦਾ ਖਤ ਵੀ ਪੜ੍ਹਦਾ ਹੈ ਤਾਂ ਉਸ ਖਤ ਉੱਤੇ ਉਹਦਾ ਡਾਇਲੌਗ ਨਹੀਂ ਲਿਖਿਆ ਹੁੰਦਾ, ਉਹ ਆਪਣੇ ਡਾਇਲੌਗ ਦੇ ਤੌਰ ਤੇ ਖਤ ਪੜ੍ਹਦਾ। ਮੈਂ ਇਹ ਕਹਿਣਾ ਚਾਹੁੰਦਾ। ਇਸੇ ਤਰ੍ਹਾਂ ਜੇ ਖਤ ਦੇ ਉੱਤੇ ਕੋਈ ਵੀ ਚੀਜ਼ ਲਿਖੀ ਹੋਈ ਹੋਏਗੀ ਤਾਂ ਉਹ ਆਡੀਅנס ਦਾ ਧਿਆਨ ਭੰਗ ਕਰਦੀ ਹੈ, ਕਿਉਂਕਿ ਸਾਡੀ ਅਕਸਰ ਯਾਨੀ ਹਰ ਦੇਖਣ ਵਾਲੇ ਦੀ, ਹਰ ਪਾਰਟਿਸਿਪੇਟ ਕਰਨ ਵਾਲੇ ਦੀ ਇੱਛਾ ਹੁੰਦੀ ਹੈ ਕਿ ਮੈਨੂੰ ਜੋ ਕੁਝ ਪਤਾ ਚੱਲ ਰਿਹਾ ਉਸ ਤੋਂ ਕੁਝ ਵੱਧ ਪਤਾ ਚੱਲ ਰਿਹਾ। ਮੈਨੂੰ ਇਸ ਇੱਛਾ ਦਾ ਖਿਆਲ ਹੈ ਤਾਂ ਮੈਂ ਉਸਨੂੰ ਉਸ ਵੱਧ ਦੇ ਲਈ ਪ੍ਰੇਰਦਾ ਹਾਂ, ਇਨਵਾਈਟ ਕਰਦਾ ਹਾਂ ਕਿ ਉਸਨੂੰ ਵੱਧ ਦੇਣ ਦੀ ਕੋਸ਼ਿਸ਼ ਕਰਦਾ, ਪਰ ਉਸਦਾ ਧਿਆਨ ਨਾ ਭਟਕੇ ਇਸ ਦਾ ਵੀ ਖਿਆਲ ਰੱਖਦਾ। ਇਹ ਵੀ ਮੇਰੀ ਜ਼ਿੰਮੇਵਾਰੀ, ਜਿਸ ਦਾ ਮਤਲਬ ਹੈ ਕਿ ਤੁਸੀਂ ਬੇਅਰ ਸਟੇਜ ਦੇ ਉੱਤੇ ਕੁਝ ਕਰ ਰਹੇ ਹੋ ਤਾਂ ਤੁਹਾਨੂੰ ਸਾਰੇ ਵਿੰਗਸ, ਬੈਕ ਸਟੇਜ, ਅੱਗੇ ਪਿੱਛੇ ਸਾਰੀਆਂ ਚੀਜ਼ਾਂ ਦਾ ਧਿਆਨ ਕਰਨਾ ਪਏਗਾ ਕਿ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਜਿਹੜੀ ਉਸਨੂੰ ਡਿਸਟਰੈਕਟ ਕਰੇ। ਬੇਅਰ ਸਟੇਜ, ਖਾਲੀ ਸਟੇਜ ਦੇ ਉੱਤੇ ਵੀ ਐਕਟਰਾਂ ਦੇ ਮਾਧਿਅਮ ਨਾਲ ਜੋ ਕੁਝ ਮੈਂ ਕਹਿਣਾ ਚਾਹ ਰਿਹਾ ਉਸਨੂੰ ਕੋਈ ਚੀਜ਼ ਡਿਸਟਰੈਕਟ ਤਾਂ ਨਹੀਂ ਕਰ ਰਹੀ। ਇਸੇ ਤਰ੍ਹਾਂ ਮੈਂ ਵਾਧੂ ਰੋਸ਼ਨੀਆਂ ਦੇ ਇਸਤੇਮਾਲ ਤੋਂ ਵੀ ਬਹੁਤ ਗੁਰੇਜ਼ ਕਰਦਾ।
ਜਦ ਦੀਆਂ ਇਹ ਲੋਕਾਂ ਦੇ ਹੱਥ ਦੇ ਵਿੱਚ ਨਵੀਆਂ ਇੰਟੈਲੀਜੈਂਟ ਲਾਈਟਸ ਆਈਆਂ ਨੇ ਕਿ ਬੈਠੇ ਬਿਠਾਏ ਤੁਸੀਂ ਰੰਗ ਬਦਲ ਸਕਦੇ ਹੋ, ਤੇ ਲੋਕਾਂ ਨੂੰ ਖੇਡਣ ਦਾ ਕੁਝ ਚਾਅ ਜਿਹਾ। ਬਟ ਵੇਅਰ ਐਜ਼ ਲਾਈਟਿੰਗ ਦਾ ਇਸਤੇਮਾਲ ਮੈਂ ਕਰਦਾ ਵਿਜ਼ੂਅਲ ਵਾਸਤੇ, ਵਿਜ਼ਿਬਿਲਿਟੀ ਵਾਸਤੇ। ਜੇ ਅਸੀਂ ਪੂਰਾ ਬਸੰਤ ਸੈਨਾ ਦੇ ਵਿੱਚ ਇੱਕ ਸੀਨ ਹੈ ਕਿ ਹੱਥ ਨੂੰ ਹੱਥ ਨਹੀਂ ਸੁਝਾਈ ਦਿੰਦਾ, ਬਹੁਤ ਰਾਤ ਹੈ ਜਿਹਦੇ ਵਿੱਚ ਬਸੰਤ ਸੈਨਾ ਨੂੰ ਲੱਭ ਰਿਹਾ ਸੰਸਥਾਨਕ, ਤਾਂ ਲਿਖਿਆ ਹੋਇਆ ਪਲੇ ਦੇ ਵਿੱਚ ਬਹੁਤ ਰਾਤ ਹੈ, ਹੱਥ ਨੂੰ ਹੱਥ ਸੁਝਾਈ ਨਹੀਂ ਦਿੰਦਾ, ਤੇ ਫਿਰ ਤਾਂ ਪੂਰੇ ਹਨੇਰੇ ਵਿੱਚ ਹੀ ਕਰ ਦਿਓ। ਦੇयर इज अ ਪੋਸੀਬਿਲਿਟੀ ਕਿ ਤੁਸੀਂ ਪੂਰੇ ਹਨੇਰੇ ਵਿੱਚ ਸਿਰਫ ਡਾਇਲੌਗ ਨਾਲ ਹੀ ਨਿਭਾ ਦਿਓ, ਸੀਨ ਨਿਭ ਜਾਏਗਾ। ਪਰ ਸਿਲੈਕਟਿਵ ਰੋਸ਼ਨੀ, ਉਨੀ ਰੋਸ਼ਨੀ ਜਿਸ ਲੋਕਾਂ ਨੂੰ ਦਿਖੇ ਵੀ ਤੇ ਅੰਧੇਰੇ ਦਾ ਅਹਿਸਾਸ ਵੀ ਹੋਵੇ। ਇਹ ਤਾਂ ਸਟੂਡੀਓ ਥੀਏਟਰ 'ਚ ਕੀਤਾ ਸੀ, ਬਹੁਤ ਨੇੜੇ ਸੀ, ਲੇਕਿਨ ਜਿੱਥੇ ਪ੍ਰੋਸੀਨੀਅਮ ਥੀਏਟਰ, ਜਿੱਥੇ 1000 ਲੋਕ ਬੈਠੇ ਨੇ, ਉੱਥੇ ਵੀ ਕੋਸ਼ਿਸ਼ ਮੇਰੀ ਇਹ ਰਹਿੰਦੀ ਹੈ ਕਿ ਸ਼ੁਰੂ ਹੋ ਜਾਵੇ, ਸ਼ੁਰੂ ਵਿੱਚ ਪ੍ਰਭਾਵ ਆ ਜਾਵੇ ਰੋਸ਼ਨੀ ਦਾ, ਕਿ ਰੋਸ਼ਨੀ ਘੱਟ ਹੈ, ਰਾਤ ਹੈ, ਅੰਧੇਰਾ। ਪਰ ਜਿਉਂ-ਜਿਉਂ ਸੀਨ ਅੱਗੇ ਵਧੇ ਤਾਂ ਆਡੀਅנס ਦੀ ਮਦਦ ਕਰੋ, ਬੀ ਕੰਪੈਸ਼ਨੇਟ ਵਿਦ ਦ ਆਡੀਅנס ਦੀ ਮਦਦ ਕਰੋ। ਜਿਹੜਾ ਆਦਮੀ, ਜਿਹੜਾ ਮੇਰਾ ਲਾਈਟਿੰਗ ਦੇ ਉੱਤੇ ਬੈਠਾ ਸਟੂਡੈਂਟ, ਉਸਦੇ ਹੱਥ ਨੂੰ ਇੰਨੀ ਸੈਂਸਿਟਿਵਿਟੀ ਹੈ ਕਿ ਉਹ ਆਹਿਸਤਾ ਆਹਿਸਤਾ ਕਦੋਂ ਲਾਈਟ ਵਧਾ ਦਿੰਦਾ ਕਿ ਲੋਕਾਂ ਨੂੰ ਦੇਖਣ 'ਚ ਆਸਾਨੀ ਹੋਣ ਲੱਗਦਾ, ਵਿਜ਼ਿਬਿਲਿਟੀ। ਤੇ ਪ੍ਰਭਾਵ ਉਹੀ ਰਹੇ ਜੋ ਸ਼ੁਰੂ ਵਿੱਚ ਤੁਸੀਂ ਪਹਿਲੇ 15-20 ਸੈਕਿੰਡ ਦੇ ਵਿੱਚ ਪ੍ਰਾਪਤ ਕਰ ਲਿਆ ਸੀਗਾ। ਉਸੇ ਪ੍ਰਭਾਵ ਦੇ ਨਸ਼ੇ ਵਿੱਚ ਆਡੀਅנס ਵੱਧ ਲਾਈਟ ਨੂੰ ਵੀ ਕਬੂਲ ਕਰ ਲੈਂਦੀ ਹੈ, ਕਿਉਂਕਿ ਵੱਧ ਲਾਈਟ ਵਿੱਚ ਹੀ ਤੁਸੀਂ ਐਕਸਪ੍ਰੈਸ਼ਨ ਦੇਖ ਸਕੋਗੇ, ਮੂਵਮੈਂਟ ਦਾ ਆਨੰਦ ਲੈ ਸਕੋਗੇ। ਤੇ ਬਾਈ ਦਾ ਟਾਈਮ ਤੁਸੀਂ ਸੀਨ ਦੇ ਐਂਡ ਵਿੱਚ ਪਹੁੰਚਦੇ ਹੋ, ਫਿਰ ਉਹੀ ਲਾਈਟ ਦਾ ਜਾਦੂਗਰ ਆਹਿਸਤਾ ਆਹਿਸਤਾ ਉਹੀ ਪ੍ਰਭਾਵ ਫਿਰ ਲੈ ਆਉਂਦਾ ਜਿਸ ਤੋਂ ਸ਼ੁਰੂ ਕੀਤਾ ਗਿਆ। ਸੋ ਇਟਸ ਬਹੁਤ ਛੋਟੀਆਂ ਛੋਟੀਆਂ ਮਾਈਨਿਊਟ ਨੁਐਂਸਿਸ ਨੇ ਜਿਨ੍ਹਾਂ ਨੂੰ ਅਸੀਂ ਲਗਾਤਾਰ ਜਿਨ੍ਹਾਂ ਉੱਤੇ ਕੰਮ ਕਰਦੇ ਰਹਿੰਦੇ ਹਾਂ, ਤੇ ਤਾਂ ਉਹ ਜਾਦੂ ਪੈਦਾ ਹੁੰਦਾ ਜਿਹਦਾ ਅਵਤਾਰ ਜੀ ਜ਼ਿਕਰ ਕਰ ਰਹੇ ਸੀ। ਸੋ ਮੇਰਾ ਖਿਆਲ ਹੈ ਮੈਂ ਅਵਤਾਰ ਜੀ ਤੋਂ ਇਜਾਜ਼ਤ ਲੈਂਦਾ। ਜੇ ਉਹਨਾਂ ਨੇ ਕੁਝ ਪੁੱਛਣਾ ਮੇਰੇ ਤੋਂ ਜਾਂ ਕਹਿਣਾ ਹੈ, ਜਾਂ ਕੋਈ ਪੱਖ ਰਹਿ ਗਿਆ ਹੈ ਜਿਹੜਾ ਮੇਰੇ ਤੋਂ ਹੋਰ ਅੱਛੀ ਤਰ੍ਹਾਂ ਬੋਲਿਆ ਜਾ ਸਕਦਾ, ਤਾਂ ਮੈਂ ਹਾਜ਼ਰ ਹਾਂ। ਅਵਤਾਰ ਜੀ। ਤੁਸੀਂ ਬਹੁਤ ਵਧੀਆ ਅੰਦਾਜ਼ ਵਿੱਚ ਬੈਠੇ ਸੀਗੇ ਤੇ ਗੱਲਾਂ ਕਰ ਰਹੇ ਸੀਗੇ, ਤੇ ਸਮੇਂ ਦਾ ਤਾਂ ਪਹਿਲਾਂ ਹੀ ਦੱਸਿਆ ਵੀ ਅਸੀਂ ਐਵੇਂ ਕਹਿਣ ਨੂੰ ਨਹੀਂ, ਅਸੀਂ ਬਿਲਕੁਲ ਸਮੇਂ ਦਾ ਲਿਹਾਜ਼ ਨਹੀਂ ਕਰਦੇ ਤੇ ਰੱਖਦੇ। ਤਾਂ ਮੈਂ ਇੱਕ ਤੁਹਾਡੇ ਤੋਂ ਚਾਹੁੰਦਾ ਕਿ ਤੁਸੀਂ ਜਿਵੇਂ ਮੈਂ ਇੱਥੇ ਫਗਵਾੜੇ ਰਹਿੰਦਾ, ਅਤੇ ਮੈਨੂੰ ਜੇ ਨਾਟਕ ਦੇਖਣ ਦੀ ਕੋਈ ਚਾਹਤ ਪੈਦਾ ਹੁੰਦੀ ਹੈ ਤਾਂ ਇੱਥੇ ਜਲੰਧਰ ਜਾਨਾ, ਲੁਧਿਆਣੇ ਜਾਂ ਅੰਮ੍ਰਿਤਸਰ ਜਾਨਾ, ਜਾਂ ਸਾਡੇ ਇੱਥੇ ਕਾਲਜਾਂ ਵਿੱਚ ਵੀ ਯੂਥ ਫੈਸਟੀਵਲਾਂ ਵਿੱਚ ਵੀ ਹੁੰਦੇ ਆ। ਅਤੇ ਉਹ ਠੀਕ ਹੈ ਕਿ ਸਾਡੇ ਸਮਾਜ ਦੀਆਂ ਬਹੁਤ ਸਮੱਸਿਆਵਾਂ, ਜਿਵੇਂ ਅਮੀਰ ਗਰੀਬ ਦਾ ਪਾੜਾ, ਨਸ਼ਿਆਂ ਦੀ ਲਾਹਨਤ ਹੈਗੀ ਆ, ਦਹੇਜ ਦੀ ਸਮੱਸਿਆ, ਭਰੂਣ ਹੱਤਿਆ, ਜਾਂ ਸ਼ੋਸ਼ਤ ਅਤੇ ਸ਼ੋਸ਼ਕ ਦਾ ਇੱਕ ਬਾਈਨਰੀ ਆ ਫਰਕ, ਇਹ ਚੀਜ਼ਾਂ ਸਮੱਸਿਆਵਾਂ ਹੈਗੀਆਂ, ਇਹਨਾਂ ਨੂੰ ਐਡਰੈਸ ਕਰਨਾ ਚਾਹੀਦਾ। ਉਹਨਾਂ ਨੂੰ ਪੰਜਾਬ ਵਿੱਚ ਮੇਰਾ ਖਿਆਲ ਜਿੰਨੇ ਚੰਗੇ ਤਰੀਕੇ ਨਾਲ ਐਡਰੈਸ ਕੀਤਾ ਜਾਂਦਾ ਇਹਨਾਂ ਗੱਲਾਂ ਨੂੰ, ਸ਼ਾਇਦ ਹੋਰ ਕਿਤੇ ਨਾ ਕੀਤਾ ਜਾਂਦਾ ਹੋਵੇ। ਪਰ ਅਸੀਂ ਹਮੇਸ਼ਾ ਇਹੀ ਨਹੀਂ ਨਾ ਹੁੰਦੇ ਵੀ ਹਮੇਸ਼ਾ ਅਸੀਂ ਅਮੀਰ ਗਰੀਬ ਹੀ ਹੁੰਦੇ ਹਾਂ, ਜਾਂ ਅਸੀਂ ਸ਼ੋਸ਼ਤ ਸ਼ੋਸ਼ਕ ਜਾਂ ਇਸਤਰੀ ਮਰਦ ਜਾਂ ਉਹਨਾਂ ਦੇ ਵਿੱਚ ਘਿਰੇ ਹੁੰਦੇ ਹਾਂ। ਅਸੀਂ ਕਦੇ ਕਦੇ ਇਹਨਾਂ ਚੀਜ਼ਾਂ ਤੋਂ ਪਾਰ ਜਾ ਕੇ ਕਿ ਇਨਸਾਨ ਵੀ ਤਾਂ ਹੁੰਦੇ ਹਾਂ, ਅਤੇ ਉਹ ਜਿਹੜੀਆਂ ਇੱਕ ਇਨਸਾਨ ਦੀਆਂ ਆਪਣੀਆਂ ਕੁਝ ਸਮੱਸਿਆਵਾਂ ਜਾਂ ਆਪਣੀਆਂ ਉਹਦੀਆਂ ਯਾਤਨਾਵਾਂ, ਸੰਵੇਦਨਾਵਾਂ, ਵੇਦਨਾਵਾਂ, ਜਾਂ ਜੋ ਕੁਛ ਵੀ ਹੈਗਾ ਵੀ ਉਹਨੂੰ ਐਡਰੈਸ ਕਰਨ ਲਈ ਪੰਜਾਬ ਦੇ ਵਿੱਚ ਸਾਨੂੰ ਘਾਟ ਮੈਨੂੰ ਮਹਿਸੂਸ ਹੁੰਦੀ ਆ। ਜਦ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਪਲੇ ਮੈਂ ਨੀਲਮ ਮਾਨ ਸਿੰਘ ਉਹਨਾਂ ਦੇ ਪਲੇ ਵੀ ਦੇਖੇ ਆ, ਤੁਹਾਡੇ ਵੀ ਦੇਖਿਆ, ਡਿਪਾਰਟਮੈਂਟ ਦੇਖਿਆ, ਉੱਥੇ ਜਿਹੜੀਆਂ ਮਾਨਵੀ ਹਕੀਕਤਾਂ, ਮਾਨਵੀ ਗਹਿਰਾਈਆਂ, ਬਰੀਕ ਬੀਨੀਆਂ ਨੂੰ ਜਿਸ ਤਰ੍ਹਾਂ ਐਡਰੈਸ ਕੀਤਾ ਜਾਂਦਾ ਉਹਨਾਂ ਨਾਟਕਾਂ ਦੇ ਵਿੱਚ, ਉਸ ਤਰ੍ਹਾਂ ਇੱਥੇ ਪੰਜਾਬ ਵਿੱਚ ਨਹੀਂ ਕੀਤਾ ਜਾਂਦਾ। ਇਹਦੇ ਬਾਰੇ ਮੈਂ ਜ਼ਰੂਰ ਚਾਹੁੰਦਾ ਵੀ ਤੁਸੀਂ ਕੁਛ ਪੰਜਾਬ ਨੂੰ ਵੀ ਕੁਛ ਉਹਨਾਂ ਦੇ ਉੱਤੇ ਵੀ ਰੌਸ਼ਨੀ ਪਾਓ ਜਾਂ ਕੋਈ ਸੇਧ ਦਿਓ। ਅਤੇ ਹੋ ਸਕਦਾ ਸਾਡੇ ਪੰਜਾਬ ਦੇ ਦੋਸਤ ਬਹੁਤ ਸਾਰੇ ਇਸ ਗੱਲ ਨੂੰ ਮਾਈਂਡ ਵੀ ਕਰਨ, ਪਰ ਮੈਂ ਸਮਝਦਾ ਕਿ ਉਹਨਾਂ ਨੂੰ ਮਾਈਂਡ ਨਹੀਂ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਇਸ ਪਾਸੇ ਤਵੱਜੋ ਦੇਣੀ ਚਾਹੀਦੀ ਹੈ। ਅਤੇ ਹਾਂਜੀ ਪ੍ਰੈਸ ਸਾਹਿਬ। ਤੁਸੀਂ ਬਹੁਤ ਬਹੁਤ ਅੱਛੀ ਤਰ੍ਹਾਂ ਮਹਿਸੂਸ ਕੀਤਾ ਹੈ
ਪੰਜਾਬ ਦਾ ਦ੍ਰਿਸ਼, ਰੰਗਮੰਚੀ ਦ੍ਰਿਸ਼। ਮੈਂ ਆਪਣੇ ਲਈ ਮੈਂ ਕਿਉਂ ਦਰਸ਼ਕ ਦੇ ਨਾਲ ਸਾਂਝ ਪਾ ਸਕਦਾ, ਸਟੂਡੈਂਟਸ ਨਾਲ ਸਾਂਝ ਪਾ ਸਕਦਾ, ਕਿਉਂਕਿ ਮੈਂ ਕੋਸ਼ਿਸ਼ ਕਰਦਾ ਕਿ ਮੈਂ ਉਹਨਾਂ ਦੇ ਮਨ ਵਿੱਚ ਦਾਖਲ ਹੋ ਕੇ ਦੇਖਾਂ ਆਪਣੇ ਕੰਮ ਨੂੰ। ਸੋ ਮੈਂ ਜੋ ਆਪਣੇ ਲਈ ਹੱਲ ਲੱਭਦਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਂਦਾ। ਉਹ ਇਹ ਹੈ ਕਿ ਨਾਟਕ ਇੱਕ ਮੀਡੀਅਮ, ਇਸ ਨੂੰ ਤੁਸੀਂ ਕਿਸ ਕੰਮ ਲਈ ਇਸਤੇਮਾਲ ਕਰਦੇ ਹੋ। ਅੱਜ ਕੱਲ੍ਹ ਤਾਂ ਇੱਕ ਹੋਰ ਨਵਾਂ ਮੇਰਾ ਇਸ ਦੇ ਨਾਲ ਵਾਸਤਾ ਪੈ ਗਿਆ ਸੀ, ਕੋਈ 81 82 ਵਿੱਚ ਮੈਂ ਗਿਆ ਸੀ ਇੰਗਲੈਂਡ, ਤਾਂ ਉੱਥੇ ਨਵੀਂ ਧਾਰਾ ਸੀ ਥੀਏਟਰ ਇਨ ਐਜੂਕੇਸ਼ਨ, ਯਾਨੀ ਪੜ੍ਹਾਉਣ ਲਈ ਵੀ ਕਲਾਸਾਂ ਦੇ ਵਿੱਚ ਵੀ ਤੁਸੀਂ ਥੀਏਟਰ ਦਾ ਇਸਤੇਮਾਲ ਕਰੋ, ਰੋਲ ਪਲੇਇੰਗ ਦਾ ਇਸਤੇਮਾਲ ਕਰੋ, ਤੇ ਉਹ ਜ਼ਿਆਦਾ ਇਫੈਕਟਿਵ। ਇਸੇ ਤਰ੍ਹਾਂ ਕਿਸੇ ਇੱਕ ਮੁੱਦੇ ਦੇ ਉੱਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਨਾਟਕ ਦੇ ਮਾਧਿਅਮ ਨਾਲ ਕਹੋ। ਸੋ ਇਹ ਮੈਂ ਕਿਸੇ ਸਮਾਜਿਕ ਤਬਦੀਲੀ ਜਾਂ ਰੰਗਮੰਚੀ ਤਬਦੀਲੀ ਦੀ ਗੱਲ ਨਹੀਂ ਕਰ ਰਿਹਾ, ਦੋਨਾਂ ਨੂੰ ਆਪਣੀ ਆਪਣੀ ਜਗ੍ਹਾ ਰਹਿਣ ਦਿਓ। ਮੈਂ ਗੁਰਸ਼ਰਨ ਸਿੰਘ ਦੇ ਨਾਟਕ ਤੋਂ ਬਹੁਤ ਮੁਤਾਸਰ ਹਾਂ, ਬਹੁਤ ਕੁਝ ਸਿੱਖਿਆ ਵੀ ਹੈ ਉਹਨਾਂ ਤੋਂ। ਉਹਨਾਂ ਨੂੰ ਜੇ ਕਿਤੇ ਕਿਸੇ ਨੂੰ ਪਤਾ ਵੀ ਹੋਵੇ, ਬਹੁਤ ਘੱਟ ਲੋਕਾਂ ਨੂੰ ਪਤਾ, ਉਹਨਾਂ ਨੂੰ ਮੈਂ ਆਪਣੇ ਥੀਏਟਰ 'ਚ ਇਨਵਾਈਟ ਕਰਕੇ ਉਹਨਾਂ ਤੋਂ ਇੱਕ ਪਲੇ ਵੀ ਕਰਵਾਇਆ ਸੀ। ਸੋ ਉਹ ਆਪਣੀ ਜਗ੍ਹਾ, ਸਫਦਰ ਹਾਸ਼ਮੀ ਆਪਣੀ ਜਗ੍ਹਾ, ਬਾਦਲ ਸਰਕਾਰ ਆਪਣੀ ਜਗ੍ਹਾ, ਪਰ ਐਟ ਦ ਸੇਮ ਟਾਈਮ ਬਾਦਲ ਸਰਕਾਰ ਨੇ ਪਗਲਾ ਘੋੜਾ ਵੀ ਲਿਖਿਆ। ਸੋ ਇਹ ਆਪਣੇ ਮਨ ਦੇ ਵਿੱਚ ਇਹਨਾਂ 'ਚ ਨਿਖੇੜ ਪਾ ਲੈਣਾ ਚਾਹੀਦਾ ਹੈ। ਦੂਸਰਾ ਤਰੀਕਾ ਹੈ ਕਿ ਅਸੀਂ ਉਸਦੀ ਸ਼ੈਲੀ ਇਹੋ ਜਿਹੀ ਬਣਾ ਲਈਏ ਕਿ ਉਹ ਫਿਰ ਆਰਟ ਬਣਨ ਦੇ ਬੜੇ, ਇਹ ਔਖਾ ਕੰਮ ਹੈ ਥੋੜਾ। ਕਿ ਗੱਲ ਤਾਂ ਅਸਲ ਵਿੱਚ ਅਸੀਂ ਕੋਈ ਨਾ ਕੋਈ ਮਨ ਲੱਗਦੀ, ਜਿਸ ਤਰ੍ਹਾਂ ਤੁਸੀਂ ਕਿਹਾ, ਅਸੀਂ ਇਨਸਾਨ ਵੀ ਹੁੰਦੇ ਹਾਂ। ਮੈਂ ਕਿਸ ਤਰ੍ਹਾਂ ਕਹਾਂ, ਕਿਉਂਕਿ ਮੈਂ ਆਪਣੇ ਆਪ ਨੂੰ ਸਮਝਾਉਣ ਲਈ ਇਹਨਾਂ ਲੋਕਾਂ ਦਾ ਸਹਾਰਾ ਲਿੱਤਾ, ਤਾਂ ਮੈਂ ਦੱਸਦਾ ਕਿ ਆਰਟ किस तरह, संसार से भागे फिरते हो भगवान से तुम क्या पाओगे। वही भगवती चरण वर्मा, वही केदार शर्मा एक बारी बना चुके सी चित्रलेखा, फिर दोबारा बनाने लगे। उन्होंने साहिर नूं कहा कि गीत तू लिख, चित्रलेखा नितांत हिंदू सब्जेक्ट, ते उर्दू दान नूं कह रहे हैं कि तू गाने लिख। साहिर ने आप ये गल सांझी की है। कहंदा मैं क्या सोचा कि केदार शर्मा तो खुद लिरिसिस्ट है, राइटर है, डायरैक्टर है। मैं तो जदों अपने यूथ विच सीगा तां केदार शर्मा दे गाने सुन के लिखना सीखिया, ते अज मैनूं कह रहे ने, कहंदा मैनूं दस्सिया भी उस पाए दा काम मैं किस तरह कर सकांगा। तो कहंदे मैं वैसे टालने लई ना एक वो प्राइस मंग ली जिहड़ी कोई उन्हां दिनां च दिंदा नहीं। केदार शर्मा ने कहा दिते। फिर जो इहो जिहा चैलेंज, इहो जी जिम्मेदारी थोड़े ते आ जाती है, तो फिर इहो जिहा काम हुंदा है जो उसने चित्रलेखा लिए किया। साहिर दैट्स हिस्टरी, कोई भी गाना उहदा सुन के देख लो। सो इस तरह का जो साडे सामने आए संकट या भीड़ के असी काम भी करना है एक थीम नूं लैके, दहेज प्रथा उत्ते या भ्रूण हत्या उत्ते, ते नाटक लिखण वाला भी चंगी तरह बीड़दा इस गल नूं कि देखण विच उपदेश ही ना बन जाए, लैक्चर भाषण ना बन जाए, बट डायरैक्टर दे उत्ते ज़्यादा गल मुनसर करती है कि वो इसके बाकी पक्षां नूं भी इन्ना दिलचस्प बनाए। पहली गल तां असीं सब मन लईए कि दर्शक जिहड़ा है वो एंटरटेन होने लई जांदा, मैं मनदा इस गल। हाँ, वो जदों एंटरटेन हो रहा है तो चुप चुपीते उसकी जेब विच, मीनस उसके मना विच, उसके दिमाग, उसके जहन विच इहो जिहियां चीज़ां पा दित्तियां जाण जिसदा उसनूं उदों पता भी ना चले, कॉन्शियस तौर पर, सबकॉन्शियसली, अनकॉन्शियसली वो उन्हां नूं ग्रहण करदा। मेरा अपना तजुर्बा कि वो जरूर ग्रहण होंदियां ने। जिस तरह
ਤੁਸੀਂ ਸੰਤ ਸੇਨਾ ਕਿਹਾ, ਉਸ ਦੇ ਵਿੱਚ ਕਿਸੇ ਤੁਸੀਂ ਕਿਹਾ ਕਿ ਉਸਨੂੰ ਦੇਖ ਕੇ ਨਾ ਸਿਰਫ ਤੁਸੀਂ ਇੱਕ ਆਨੰਦ ਹਾਸਿਲ ਕਰਦੇ ਹੋ, ਬਟ ਐਟ ਦ ਸੇਮ ਟਾਈਮ ਤੁਸੀਂ ਇੱਕ ਬਿਹਤਰ ਇਨਸਾਨ ਬਣ ਕੇ ਨਿਕਲਦੇ ਹੋ। ਹਰ ਪਲੇ ਦਾ, ਹਰ ਪ੍ਰੋਡਕਸ਼ਨ ਦਾ, ਹਰ ਸ਼ੋਅ ਦਾ ਇਹ ਹੁੰਦਾ ਹੈ ਕਿ ਤੁਸੀਂ ਇਸ 'ਚ ਕਈ ਚੀਜ਼ਾਂ ਐਟ ਦ ਸੇਮ ਟਾਈਮ ਤੁਹਾਡੇ ਮਨ ਦੇ ਅੰਦਰ ਕੰਮ ਕਰ ਰਹੀਆਂ ਹੁੰਦੀਆਂ ਨੇ। ਸਿਰਫ ਇਹ ਕਹਿ ਦੇਣਾ ਕਿ ਦੇਖੋ ਉਸਨੇ ਦਹੇਜ ਲਿੱਤਾ ਤੇ ਉਸਦਾ ਦੇਖੋ ਕਿੰਨਾ ਬੁਰਾ ਹਸ਼ਰ ਹੋਇਆ, ਇਹ ਆਪਣੇ ਆਪ ਵਿੱਚ ਕਾਫੀ ਨਹੀਂ। ਤੁਸੀਂ ਕੁਝ ਚੀਜ਼ਾਂ ਉਸਦੀ ਸਮਝ ਦੇ ਉੱਤੇ ਵੀ ਛੱਡ ਦਿਓ, ਕੁਝ ਸਵਾਲ ਹਵਾ ਵਿੱਚ ਤੈਰਦੇ ਰਹਿਣ ਦਿਓ, ਜਿਹਦਾ ਜਵਾਬ ਉਸਦੇ ਅੰਦਰ ਆ ਜਾਂਦਾ ਇਸ ਦੇ ਮਾਧਿਅਮ ਨਾਲ। ਮੰਟੋ ਦੀਆਂ ਕਹਾਣੀਆਂ ਮੈਨੂੰ ਬਹੁਤ ਡਿਸਕਰੇਜ ਕੀਤਾ ਗਿਆ। ਵਾਈਸ ਚਾਂਸਲਰ ਸਾਹਿਬ ਖੁਦ ਕਹਿਣ ਲੱਗੇ, ਮੈਂ ਪਟਿਆਲਾ ਯੂਨੀਵਰਸਿਟੀ 'ਚ ਇਨਵਾਈਟ ਕੀਤਾ ਗਿਆ ਸੀ ਕਿ ਅਗੇਨ ਡਾਇਰੈਕਟਰ ਦੀ ਚੋਇਸ ਹੁੰਦੀ ਹੈ, ਮੈਂ ਕਿਹਾ ਮੰਟੋ ਕਰਨਾ। ਉਹ ਕਹਿੰਦੇ ਵਾਈ ਆਊਟ ਆਫ ਆਲ ਪੀਪਲ ਸਿਰਫ ਮੰਟੋ ਹੀ ਕਿਉਂ? ਤੁਹਾਨੂੰ ਪਤਾ ਹੈ ਮੁੰਡੇ ਕੁੜੀਆਂ ਦੀ ਯੂਨੀਵਰਸਿਟੀ ਹੈ ਇੱਥੇ ਤੇ ਬੜਾ ਮੰਟੋ ਵਿਦਵਾਨ ਲੋਕ ਸਨ, ਪੜ੍ਹੇ ਹੋਏ ਸੀ। ਮੈਂ ਕਿਹਾ ਜੀ ਮੈਨੂੰ ਫਿਰ ਵੀ ਲੱਗਦਾ ਹੈ ਕਿ ਮੈਂ ਇਸਨੂੰ ਇਹੋ ਜਿਹੀ ਸ਼ੈਲੀ, ਇਹੋ ਜਿਹੇ ਸਟਾਈਲ, ਇਹੋ ਜਿਹੇ ਤਰੀਕੇ ਨਾਲ ਕਰਾਂਗਾ ਕਿ ਇਹ ਜ਼ਿਆਦਾ ਇਫੈਕਟਿਵ ਹੋ। ਸੋ ਅੰਤ ਸਾਬਤ ਹੋਇਆ। ਕਹਿਣਾ ਇਹ ਚਾਹੁੰਦਾ ਕਿ ਤੁਸੀਂ ਥੀਮ ਕੋਈ ਵੀ ਚੁੱਕ ਲਵੋ, ਪਰ ਉਸਨੂੰ ਕਿਸ ਸਟਾਈਲ ਨਾਲ ਪ੍ਰਸਤੁਤ ਕਰ ਦਿਓ। ਸਟਾਈਲ ਦੇ ਵਿੱਚ ਬਹੁਤ ਬਾਰੀਕੀਆਂ ਨੇ। ਮੈਂ ਕਿਸੇ ਇੱਕ ਪਰਟੀਕੂਲਰ ਪਰਸਨ ਦੀ ਗੱਲ ਨਹੀਂ ਕਰਾਂਗਾ। ਅਸੀਂ ਸਾਰੇ ਬਹੁਤ ਕੰਪੀਟੈਂਟ ਡਾਇਰੈਕਟਰਸ ਹਾਂ ਜਿਹੜੇ ਇਸ ਵਕਤ ਕਾਰਜਸ਼ੀਲ ਹਨ, ਤੇ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਦਰਸ਼ਕ ਮਨਾਂ ਦਾ ਖਿਆਲ ਰੱਖਦੇ ਹੋਏ ਆਰਟ ਨੂੰ ਆਰਟ ਰਹਿਣ ਦੇਣ। ਆਰਟ ਦੇ ਮਾਧਿਅਮ ਨਾਲ ਆਪਣੀ ਗੱਲ ਜ਼ਰੂਰ ਕਹੋ ਤੇ ਉਸ ਆਰਟ ਨੂੰ ਆਪਣੇ ਅੰਦਰ ਵੀ ਇੰਪਰੂਵ, ਜਿਸ ਤਰ੍ਹਾਂ ਮੈਂ ਹੁਣ ਤੱਕ ਕਹਿੰਦਾ ਕਿ ਮੈਂ ਅਜੇ ਵੀ ਲਰਨ ਕਰ ਰਿਹਾ, ਤੇ ਮੈਨੂੰ ਇਸ ਵਿੱਚ ਚੰਗਾ ਲੱਗੇਗਾ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਫਗਵਾੜਾ, ਜਲੰਧਰ, ਅੰਮ੍ਰਿਤਸਰ, ਇੱਧਰ ਉੱਧਰ ਜਿੱਧਰ, ਹੋਰ ਸਿੱਖਣ ਦਾ ਕੀ ਤਰੀਕਾ? ਮੈਂ ਮਾਸਟਰਸ ਨਾਲ ਕੰਮ ਕੀਤਾ, ਮੈਂ ਗਾਰਗੀ ਸਾਹਿਬ ਨਾਲ ਕੰਮ ਕੀਤਾ, ਮੈਂ ਮਹਾਰਿਸ਼ੀ ਨਾਲ ਕੰਮ ਕੀਤਾ, ਮੈਂ ਨੀਲਮ ਜੀ ਨਾਲ ਕੰਮ ਕੀਤਾ। ਮੈਂ ਇਹਨਾਂ ਲੋਕਾਂ ਤੋਂ ਤੁਸੀਂ ਗ੍ਰਹਿਣ ਕਰਦੇ ਹੋ, ਰਾਣੀ ਗੁਰਬੀਰ ਕੌਰ, ਕੁਮਾਰ ਵਰਮਾ, ਅਲਖਨੰਦਨ, ਕਾਜੂ ਸਾਹਿਬ, ਕਾਰੰਤ, ਉਹ ਤੁਹਾਨੂੰ ਬਿਠਾ ਕੇ ਸਿਖਾਉਂਦੇ ਕੁਛ ਨਹੀਂ, ਸਿਰਫ ਉਹਨਾਂ ਨਾਲ ਤੁਸੀਂ ਜਦੋਂ ਉਹਨਾਂ ਦੇ ਉਹ ਇਨਫੈਕਸ਼ਨ ਹੋ ਹੀ ਜਾਂਦੀ ਹੈ, ਤੁਹਾਨੂੰ ਤੁਸੀਂ ਸੰਕ੍ਰਮਿਤ ਹੋ ਜਾਂਦੇ ਜਦੋਂ ਉਹਨਾਂ ਦਾ ਕੰਮ ਦੇਖ ਰਹੇ ਹੋ, ਕੰਮ ਕਰ ਰਹੇ ਹੋ। ਹਾਂ, ਇਹ ਲਰਨ ਕਰਨ ਦੀ ਲਲਕ ਹੋਣੀ ਚਾਹੀਦੀ ਹੈ। ਸਟੂਡੈਂਟਸ, ਹੋਰ ਐਕਟਰਸ, ਕਈ ਪਾਰਟ ਟਾਈਮ ਐਕਟਰਸ ਵੀ ਆਉਂਦੇ ਨੇ, ਰਿਹਰਸਲ ਮਿਸ ਕਰਕੇ ਆਪਣੇ ਆਪ ਨੂੰ ਬੜਾ ਖੁਸ਼ ਸਮਝਦੇ ਨੇ ਕਿ ਅਸੀਂ ਦੇਖੋ। ਮੈਂ ਜਦੋਂ ਵੀ ਕੋਈ ਰਿਹਰਸਲ ਮਿਸ ਕਰ ਦਿੰਦਾ ਕਿਸੇ ਦੀ, ਆਪਣੀ ਰਿਹਰਸਲ ਦਾ ਵੀ ਮੇਰਾ ਬਹੁਤ ਲੋਕ ਆਪਣਾ ਪਲੇ ਸ਼ੁਰੂ ਕਰਕੇ ਜੋ ਕਹਿੰਦੇ ਵੀ ਨੇ ਕਿ ਅਸੀਂ 2.5-3 ਮਹੀਨੇ ਕੰਮ ਕਰਦੇ ਹਾਂ, ਵਿੱਚੋਂ ਬਹੁਤ ਵਾਰ ਨਹੀਂ ਆਉਂਦੇ, ਸਟੇਜ ਮੈਨੇਜਰ ਰਿਹਰਸਲ ਲੈ ਲੈਂਦਾ ਜਾਂ ਕੋਈ ਹੋਰ ਲੈ ਲੈਂਦਾ, ਮੈਂ ਆਪਣੀ ਰਿਹਰਸਲ ਵੀ। ਤੇ ਇਹ ਦਿਖਾਵਾ ਨਹੀਂ ਹੈ, ਇਹ ਅੰਦਰੋਂ ਹੈ। ਮੈਨੂੰ ਨਹੀਂ ਸਮਝਦਾ ਕਿ ਮੈਂ ਜਦੋਂ ਮੈਂ ਕੰਮ ਕਰ ਰਿਹਾ ਹੁੰਦਾ ਤੇ ਪੂਰੀ ਬਿਰਤੀ, ਦੀ ਮੋਮੈਂਟ ਆਈ ਐਂਟਰ ਮਾਈ ਰਿਹਰਸਲ ਰੂਮ, ਤਾਂ ਉਸ ਤੋਂ ਬਾਅਦ ਮੈਨੂੰ ਹੋਰ ਕੁਝ ਸੁੱਝ ਨਹੀਂ ਰਿਹਾ ਹੁੰਦਾ ਹੈ ਆਲ ਦਾ ਟਾਈਮ। ਚਾਹੇ ਉਹ ਇੱਕ ਲੋਹਾਕੋਟ ਦਾ ਨਿਊਜ਼ਪੇਪਰ ਹੈ ਜਾਂ ਉਹ ਅਰਜ਼ੀ ਹੈ ਜਿਹੜੇ ਇੰਸਪੈਕਟਰ ਜਨਰਲ ਦੇ ਵਿੱਚ ਕੋਈ 20 ਲੋਕ ਆ ਕੇ ਆਪਣੀ ਅਰਜ਼ੀ ਦੇਣਾ ਚਾਹੁੰਦੇ ਨੇ, ਤਾਂ ਉਹਦਾ ਇੱਕ ਇੱਕ ਪੀਸ, ਉਹ ਚਾਹੇ ਕਾਸਟਿਊਮ ਦਾ ਹਿੱਸਾ ਹੈ ਜਾਂ ਪ੍ਰੋਪਰਟੀ ਹੈ, ਮਾਤੂ ਦੀ ਵਿਸਾਖੀ ਹੈ ਜਾਂ ਕੇਸਰੋ ਦਾ ਖਤ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ, ਜਾਂ ਮਿਰਜ਼ਾ ਸਾਹਿਬਾਂ ਦੇ ਵਿੱਚ ਉਹ ਵੱਡਾ ਦਰਖਤ ਹੈ, ਜਾਂ ਭਗਤ ਆਜੂਕਮ ਦਾ ਇੱਕ ਮਿਨੀਏਚਰ ਪੇਂਟਿੰਗ ਵਰਗਾ ਦਰਖਤ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬੜੀ ਸੋਚ ਤੇ ਸੂਝ ਨਾਲ ਕੰਮ ਹੁੰਦਾ। ਤੇ ਮੈਂ ਮਹਿਸੂਸ ਕੀਤਾ ਕਿ ਉਹ ਚੀਜ਼ ਦਰਸ਼ਕਾਂ ਤੱਕ ਪਹੁੰਚਦੀ, ਉਹ ਆਪਣੇ ਉਸ ਰੂਪ ਵਿੱਚ ਨਾ ਪਹੁੰਚੇ ਜਿਸ ਵਿੱਚ ਮੈਂ ਡਿਜ਼ਾਈਨ ਕਰਕੇ ਜਾਂ ਜਿੰਨੀ ਮਿਹਨਤ ਕੀਤੀ, ਉਹਨਾਂ ਨੂੰ ਨਾ ਸਮਝ ਆਵੇ ਕਿ ਇਹ ਕਿਸ ਤਰ੍ਹਾਂ ਬਣਿਆ ਹੋਏਗਾ, ਪਰ ਉਸਦਾ ਜਿਹੜਾ ਇਫੈਕਟ ਹੈ, ਅਗੇਨ ਦਿਸ ਇਜ਼, ਇਹ ਐਕਟਰ ਦੇ ਤੌਰ ਤੇ ਸਾਨੂੰ ਸਮਝ ਆਉਂਦਾ ਕਿ ਇੱਕ 20 ਸਾਲ ਦੇ ਮੁੰਡੇ ਨੇ 60 ਸਾਲ ਦਾ ਕੰਮ ਕੀਤਾ ਤੇ ਬਹੁਤ ਗਜ਼ਬ ਦਾ ਕੀਤਾ, ਸਮਝ ਆ ਗਿਆ। ਪਰ ਇੱਕ ਪ੍ਰੋਪਰਟੀ ਨੇ ਆਪਣਾ ਕੀ ਕੰਟਰੀਬਿਊਟ ਕੀਤਾ, ਇਹ ਸਮਝ ਨਹੀਂ ਆਉਂਦਾ, ਪਰ ਉਸਦੀ ਟੋਟਲ ਪਰਸਨੈਲਿਟੀ ਵਿੱਚ, ਦ ਪਰਸਨੈਲਿਟੀ ਆਫ ਦਾ ਐਕਟਰ, ਕਰੈਕਟਰ, ਉਹ ਚੀਜ਼ ਸਾਬਤ ਹੋ ਜਾਂਦੀ ਹੈ। ਜੋ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਇੰਪਰੂਵ ਕਰਨ ਲਈ ਕੀ ਕੀਤਾ ਜਾਏ, ਮੈਂ ਚਾਹਾਂਗਾ ਆਪਣੀ ਹੀ ਤਰ੍ਹਾਂ ਜਿੰਨੇ ਵੀ ਅਨੁਭਵੀ ਲੋਕ ਹਨ, ਇਹਨਾਂ ਨੂੰ ਨਵੀਆਂ ਜਗ੍ਹਾ ਤੇ ਬੁਲਾਇਆ ਜਾਵੇ, ਇਹਨਾਂ ਤੋਂ ਕੰਮ ਕਰਵਾਇਆ ਜਾਏ, ਤੇ ਉਸ ਟੋਲੇ ਵਿੱਚ ਜਿੰਨੇ ਲੋਕ ਸ਼ਾਮਿਲ ਹੋਣਗੇ ਉਹਨਾਂ ਦੇ ਕੰਮ ਤੋਂ ਵਾਕਿਫ ਹੋਣ। ਤੇ ਉਸਦੀ, ਇਹ ਬਹੁਤ ਘੱਟ ਲੋਕਾਂ 'ਚ ਹੁੰਦਾ, ਮੈਂ ਤਾਂ ਕਰ ਲੈਂਦਾ ਆਪਣੇ ਸਟੂਡੈਂਟਸ ਨਾਲ, ਕਿ ਉਹ
समझाण भी। मंटो ने एक जगह कहा कि मैं दवाई की ऐसी शीशी हूँ जिस पर उसके इस्तेमाल की विधि लिखी होती है। ये दवाई की ऐसी पता नहीं चलता ना किस चीज़ की दवाई है। सो मैं बहुत वारी उस गल दे रोशनी विच, मंटो ਦੇ ਉਪਦੇਸ਼ ਦੀ ਰੋਸ਼ਨੀ ਦੇ ਵਿੱਚ ਸਟੂਡੈਂਟਸ ਵੱਲੋਂ ਆਪਣੇ ਆਪ ਨੂੰ ਸਵਾਲ ਕਰਦਾ ਤੇ ਫਿਰ ਜਵਾਬ ਦਿੰਦਾ, ਕਿਉਂਕਿ ਮੈਨੂੰ ਕਈ ਵਾਰੀ ਲੱਗ ਰਿਹਾ ਹੁੰਦਾ ਕਿ ਨਹੀਂ। ਸੋ ਇਹ ਐਕਸਰਸਾਈਜ਼ ਬਹੁਤ ਕੰਮ ਆਉਂਦੀ। ਸੋ ਮੈਂ ਕਹਾਂਗਾ ਕਿ ਜਿਹੜੇ ਵੀ ਮਾਸਟਰਸ ਇਸ ਵੇਲੇ ਕੰਮ ਕਰ ਰਹੇ ਨੇ, ਡਾਇਰੈਕਟਰਸ ਨੇ, ਬੜਾ ਅੱਛਾ ਕੰਮ ਕਰ ਰਹੇ ਨੇ, ਤਾਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਚਾਹੀਦਾ, ਜਿਸ ਤਰ੍ਹਾਂ ਮੈਂ ਆਪਣੇ ਆਪ ਲਈ ਮਹਿਸੂਸ ਕਰਦਾ। ਪਰ ਕੁਝ ਬੇਸਿਕ ਫੈਸਿਲਿਟੀਜ਼ ਜ਼ਰੂਰ ਹੋਣੀਆਂ ਚਾਹੀਦੀਆਂ ਜਿਸ ਦੇ ਵਿੱਚ ਉਹ ਕੰਮ ਦੇ ਉੱਤੇ ਕੇਂਦਰਿਤ ਹੋ ਕੇ ਕੰਮ ਕਰਨ, ਕੰਸਨਟਰੇਟ ਹੋ ਕੇ, ਉਹਨਾਂ ਨੂੰ ਬਾਕੀ ਚੀਜ਼ਾਂ ਦੇ ਇੰਤਜ਼ਾਮੀਆ ਦੇ ਵਿੱਚ ਨਾ। ਮੈਂ ਉਸ ਦੇ ਵਿੱਚ ਬਹੁਤ ਐਕਸਪਰਟ ਨਹੀਂ ਇੰਤਜ਼ਾਮ ਕਰਨ ਵਿੱਚ। ਗਾਰਗੀ ਸਾਹਿਬ ਬਹੁਤ ਐਕਸਪਰਟ ਸਨ, ਇਹ ਚੀਜ਼ ਨਹੀਂ ਮੈਂ ਉਹਨਾਂ ਤੋਂ ਸਿੱਖ ਸਕਿਆ। ਬਲਕਿ ਇੱਥੇ ਤੱਕ ਮੈਂ ਕਹਾਂਗਾ ਜੋ ਗਾਰਗੀ ਸਾਹਿਬ ਬਾਰੇ ਕਿ ਦਰਜੀ ਨਹੀਂ ਸੀ ਲੱਭ। ਤੇ ਇੱਕ ਦਿਨ ਸਵੇਰੇ ਜਦੋਂ ਮੈਂ ਪਹੁੰਚਿਆ ਡਿਪਾਰਟਮੈਂਟ, ਦਰੀਆਂ ਵਿਛੀਆਂ ਹੋਈਆਂ, 2 ਦਰਜੀ ਬੈਠੇ, ਮਸ਼ੀਨਾਂ ਰੱਖੀਆਂ ਹੋਈਆਂ, ਕੈਂਚੀ, ਫੀਤੇ सब तैयार। ਤੇ ਗਾਰਗੀ ਸਾਹਿਬ ਉਹਨਾਂ ਨੂੰ ਸਮਝਾ ਰਹੇ ਸੀ ਵੀ ਇਹ महेंद्र साहब ये आपको जब बताएंगे, जो बताएंगे, जैसा बताएंगे वैसा करिए, और नहीं बताएंगे तो आप बैठे रहिए। आप ड्यूटी पर हो, आपकी दिहाड़ी शुरू हो गई, और इनको नहीं कहना कि जी हमें अभी बताओ, या इन्होंने कुछ बता दिया और वो कहते हैं ऐसा नहीं, इसको उधेड़ के दूसरा कर दो, तो कर देना। इनसे नहीं पूछना कि ऐसा क्यों और ऐसा क्यों। सो ਤੁਹਾਨੂੰ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਜਦੋਂ ਇਹੋ ਜਿਹਾ ਬੰਦਾ ਤੁਹਾਨੂੰ ਤਾਕਤ ਦੇ ਨਾਲ ਰਿਸਪੌਂਸਿਬਿਲਿਟੀ ਦਾ ਅਹਿਸਾਸ ਹੋਣਾ। ਇਹ ਬਹੁਤ ਘੱਟ ਹੈ ਸਾਡੇ ਲੋਕਾਂ ਵਿੱਚ। ਅਸੀਂ ਜਦੋਂ ਤਾਕਤ ਜਾਂ ਪਾਵਰ ਨੂੰ ਹਾਸਲ ਕਰ ਲੈਂਦੇ ਹਾਂ ਤਾਂ ਅਸੀਂ ਆਪਣੀ ਰਿਸਪੌਂਸਿਬਿਲਿਟੀ ਵੱਲੋਂ ਅਵੇਸਲੇ ਹੋ ਜਾਂਦੇ ਹਾਂ। ਇਹ ਨਾ ਹੋਣ ਦਿਓ। ਸ਼ੁਕਰ ਕਰੋ ਕਿਸੇ ਨੇ ਤੁਹਾਡੇ ਉੱਤੇ ਇਹ ਵਿਸ਼ਵਾਸ ਰੱਖਿਆ, ਉਸ ਵਿਸ਼ਵਾਸ ਨੂੰ ਪੂਰਾ ਕਰੋ। ਮੈਂ ਤਾਂ ਆਪਣੇ ਆਪ ਨੂੰ ਇਸ ਤਰ੍ਹਾਂ ਹੀ ਟ੍ਰੇਨ ਕੀਤਾ। ਹਾਂਜੀ ਅਵਤਾਰ ਜੀ। ਮੈਂ ਆਪਣੇ ਪੰਜਾਬ ਦਰਸ਼ਨ ਦੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਸਾਹਿਬ ਨੇ ਬਹੁਤ ਹੀ ਮਿੱਠ ਬੁਰੜੇ, ਬੜੇ ਨਿਮਰ ਅੰਦਾਜ਼ ਦੇ ਵਿੱਚ ਸਾਡੇ ਨਾਲ ਰੰਗਮੰਚ ਦੀਆਂ ਆਪਣੇ ਤਜਰਬੇ, ਆਪਣੀਆਂ ਗੱਲਾਂ, ਆਪਣਾ ਗਿਆਨ ਸਾਂਝਾ ਕੀਤਾ। ਅਤੇ ਮੈਂ ਇੱਕ ਪਿੰਡ ਦਾ ਜੰਮਪਲ ਹਾਂ ਅਤੇ ਮੈਨੂੰ ਯਾਦ ਹੈ ਕਿ ਛੋਟੇ ਹੁੰਦਿਆਂ ਪਿੰਡ ਵਿੱਚ ਡਰਾਮੇ ਹੁੰਦੇ ਸੀਗੇ, ਰਾਸਾਂ ਪੈਂਦੀਆਂ ਸੀਗੀਆਂ। ਅਤੇ ਇੱਕ ਚੀਜ਼ ਦਾ ਮੈਂ ਦੇਖੀ ਆ, ਸ਼ਾਇਦ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ, ਕਿ ਇੱਕ ਕੋਈ ਸੱਜਣ ਆਉਂਦਾ ਸੀਗਾ, ਉਹ ਬਾਤ ਪਾਉਂਦਾ ਹੁੰਦਾ ਸੀਗਾ, ਔਰ ਰਾਤ ਭਰ ਉਹ ਕਹਾਣੀ ਸੁਣਾਉਂਦਾ ਸੀਗਾ, ਬਾਤ ਸੁਣਾਉਂਦਾ ਸੀਗਾ। ਅਤੇ ਮੈਨੂੰ ਅੱਜ ਐਂ ਲੱਗ ਰਿਹਾ ਸੀਗਾ ਵੀ ਡਾਕਟਰ ਸਾਹਿਬ ਜਿਵੇਂ ਉਹ ਬਾਤ ਪਾ ਰਹੇ ਹੁਣ ਰੰਗਮੰਚ ਦੀ, ਅਤੇ ਜੀਅ ਕਰਦਾ ਸੀਗਾ ਵੀ ਇਸ ਤਰ੍ਹਾਂ ਹੀ ਚੱਲੇ। ਪਰ ਬੇਸ਼ੱਕ ਅਸੀਂ ਜਿੰਨਾ ਮਰਜ਼ੀ ਟਾਈਮ ਪੀਸ ਨੂੰ ਜਾਂ ਘੜੀ ਨੂੰ ਪਾਸੇ ਕਰ ਦਈਏ, ਪਰ ਘੜੀ ਤਾਂ ਚੱਲਦੀ ਹੈ ਨਾ, ਸਾਨੂੰ ਸਾਰਿਆਂ ਨੂੰ ਪਤਾ। ਅਤੇ ਅਸੀਂ ਇਹ ਵੀ ਦੇਖਿਆ ਕਿ ਸ਼ਾਮ ਦਾ ਵਕਤ ਹੈ, ਲੋਕਾਂ ਨੇ ਰੋਟੀ ਕਿਸੇ ਨੇ ਬਣਾਉਣੀ ਹੁੰਦੀ ਹੈ, ਕਿਸੇ ਨੇ ਖਾਣੀ ਹੁੰਦੀ ਹੈ, ਅਤੇ ਕਿਸੇ ਕੋਲ ਕੋਈ ਆ ਜਾਂਦਾ ਸ਼ਾਮ ਨੂੰ ਜਾਂ ਕਿਸੇ ਨੇ ਜਾਣਾ ਹੁੰਦਾ, ਅਤੇ ਉਸ ਤਕਾਜ਼ੇ ਨਾਲ ਗੱਲ ਫਿਰ ਸਮਾਪਤ ਕਰਨੀ ਪੈਂਦੀ ਹੈ। ਲੇਕਿਨ ਜੀਅ ਨਹੀਂ ਸੀ ਕਰਦਾ ਡਾਕਟਰ ਸਾਹਿਬ ਵੀ ਤੁਹਾਡੀ ਗੱਲਬਾਤ ਮੁੱਕੇ। ਤੁਸੀਂ ਪੰਜਾਬ ਨੂੰ ਬਹੁਤ ਸੋਹਣੀ ਸੇਧ ਦਿੱਤੀ ਆ ਅਤੇ ਬੜੇ ਚੰਗੇ ਤਰੀਕੇ ਨਾਲ ਤੁਸੀਂ ਗੱਲ ਕਹੀ ਹੈ। ਜਿਵੇਂ ਪੰਜਾਬ ਵਿੱਚ ਤੁਸੀਂ ਇੱਕ ਇਸ਼ਾਰਾ ਵੀ ਕੀਤਾ ਸੀਗਾ, ਮੈਂ ਦੇਖਿਆ ਵੀ ਪੰਜਾਬ ਵਿੱਚ ਬਹੁਤ ਸਾਰੇ ਗਾਣੇ ਗਾਉਣ ਵਾਲੇ, ਉਹ ਜਦੋਂ ਮਸ਼ਹੂਰ ਹੋ ਜਾਂਦੇ ਉਹਨੂੰ ਲੱਗਦਾ ਵੀ ਸਾਨੂੰ ਗਾਣੇ ਲਿਖਣੇ ਵੀ ਆਪ ਚਾਹੀਦੇ ਆ, ਔਰ ਜਦੋਂ ਗਾਣੇ ਲਿਖਣ ਲੱਗ ਪੈਂਦੇ ਤਾਂ ਉਹ ਫਿਰ ਸੱਤਿਆਨਾਸ ਵੱਜ ਜਾਂਦਾ। ਔਰ ਕਈ ਗਾਣੇ ਲਿਖਣ ਵਾਲੇ ਇੰਨੇ ਮਸ਼ਹੂਰ ਹੋ ਜਾਂਦੇ, ਉਹਨਾਂ ਨੂੰ ਲੱਗਦਾ ਵੀ ਸਾਨੂੰ ਗਾਣੇ ਵੀ ਚਾਹੀਦੇ ਆ, ਉਹ ਗਾਉਣ ਲੱਗ ਪੈਂਦੇ ਆ, ਅਤੇ ਉਹਨਾਂ ਦਾ ਵੀ ਉਹ ਗਾਣੇ ਲਿਖਣ 'ਤੇ ਉਹ ਸਾਰਾ ਸੱਤਿਆਨਾਸ ਵੱਜ ਜਾਂਦਾ। ਇਸੇ ਤਰ੍ਹਾਂ ਹੀ ਨਾਟਕ ਦੇ ਵਿੱਚ ਵੀ ਮੈਂ ਬਹੁਤ ਸਾਰੇ ਸੱਜਣ ਐਸੇ ਜਿਹਨੂੰ ਜਾਣਦਾ ਹਾਂ, ਉਹਨਾਂ ਨੂੰ ਲੱਗਦਾ ਵੀ ਮੈਂ ਡਾਇਰੈਕਟਰ ਹਾਂ ਅਤੇ ਮੈਨੂੰ ਨਾਟਕ ਲਿਖਣਾ ਵੀ ਆਪ ਹੀ ਚਾਹੀਦਾ, ਜਾਂ ਜਿਹੜੇ ਨਾਟਕ ਲਿਖਦੇ ਆ ਉਹਨੂੰ ਲੱਗਦਾ ਵੀ ਡਾਇਰੈਕਟਰ ਵੀ ਮੈਨੂੰ ਆਪ ਹੀ ਬਣਨਾ ਚਾਹੀਦਾ, ਔਰ ਇੱਥੋਂ ਡਾਇਰੈਕਟਰ ਤੋਂ ਬਾਅਦ ਉਹ ਐਕਟਰ ਵੀ ਬਣ ਜਾਂਦੇ ਆ। ਯਾਨੀ ਜਦੋਂ ਇਹ ਸਾਰਾ ਕੁਛ ਇਕੱਠਾ ਹੁੰਦਾ ਨਾ ਵੀ ਉਹ ਫਿਰ ਕੁਛ ਵੀ ਨਹੀਂ ਰਹਿੰਦਾ ਅਸਲ ਵਿੱਚ। ਅਤੇ ਇਸ ਚੀਜ਼ ਤੋਂ ਮੇਰਾ ਖਿਆਲ ਹੈ ਵੀ ਤੁਸੀਂ ਜਿਹੜੀਆਂ ਗੱਲਾਂ ਦੱਸੀਆਂ ਸਾਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਵੀ ਤੁਸੀਂ ਆਪਣੀ ਕਿਸੇ ਇੱਕ ਚੀਜ਼ ਦੇ ਉੱਤੇ ਤੁਸੀਂ ਫੋਕਸ ਕਰੋ, ਅਤੇ ਫਿਰ ਬਾਕੀਆਂ ਨੂੰ ਵੀ ਆਪਣੀ ਆਪਣੀ ਚੀਜ਼ ਦੇ ਉੱਤੇ ਫੋਕਸ ਕਰਨ ਦਿਓ, ਅਤੇ ਫਿਰ ਕੋਈ ਰਲ ਕੇ ਕੋਈ ਚੰਗੀ ਚੀਜ਼ ਬਣੇ।
ਤੇ ਮੈਂ ਇਹ ਸਮਝਦਾ ਕਿ ਜਿਹੜਾ ਰੰਗਮੰਚ ਆ ਇਹ ਐਡਾ ਜ਼ਬਰਦਸਤ ਇੱਕ ਮਾਧਿਅਮ ਹੈ ਸਮਾਜ ਨੂੰ ਬਦਲਣ ਦਾ ਔਰ ਸਮਾਜ ਦੇ ਵਿੱਚ ਕੋਈ ਨਵੀਂ ਚੀਜ਼ ਲਿਆਉਣ ਦਾ। ਇਹ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਕੋਈ ਮਾਧਿਅਮ ਨਹੀਂ ਹੈ। ਲੇਕਿਨ ਇਹ ਜਿੰਨੀ ਮਿਹਨਤ ਮੰਗਦਾ, ਇਹ ਸਿਰਫ ਜਿਵੇਂ ਡਾਕਟਰ ਸਾਹਿਬ ਨੇ ਸ਼ੁਰੂ 'ਚ ਕਿਹਾ ਸੀਗਾ ਵੀ ਐਨਕ ਲਾ ਲੈਣਾ, ਵਾਲ ਖੁੱਲ੍ਹੇ ਛੱਡ ਲੈਣਾ ਜਾਂ ਆਪਣਾ ਪਹਿਰਾਵਾ ਲੋਕਾਂ ਤੋਂ ਥੋੜ੍ਹਾ ਜਿਹਾ ਵੱਖਰਾ ਕਰ ਲੈਣਾ, ਇਹ ਤਾਂ ਹਰ ਕੋਈ ਕਰ ਸਕਦਾ ਔਰ 1 ਮਿੰਟ ਦੀ ਗੱਲ ਆ। ਲੇਕਿਨ ਇਹ ਪਹਿਰਾਵਾ ਵੱਖਰਾ ਕਰਕੇ ਤੁਸੀਂ ਆਪਣੇ ਅੰਦਰ ਉਹ ਚੀਜ਼ਾਂ ਦੀ ਸਮਝ ਪੈਦਾ ਕਰਨੀ ਅਤੇ ਉਹ ਤਹੱਮਲ ਪੈਦਾ ਕਰਨਾ। ਔਰ ਤੁਸੀਂ ਦੇਖੋ ਵੀ ਨਾਟਕ ਲਿਖਣ ਵਾਲੇ ਦਾ ਵੀ ਨਾਂ ਹੁੰਦਾ ਕਿਤੇ ਨਾ ਕਿਤੇ, ਖੇਡਣ ਵਾਲੇ ਤੋਂ ਲੋਕ ਦੇਖ ਹੀ ਰਹੇ ਹੁੰਦੇ ਆ ਔਰ ਡਾਇਰੈਕਟਰ ਨੂੰ ਕੋਈ ਨਹੀਂ ਦੇਖ ਰਿਹਾ ਹੁੰਦਾ। ਅਤੇ ਮੈਨੂੰ ਯਾਦ ਹੈ ਵੀ ਜਦੋਂ ਥੀਏਟਰ ਮੈਂ ਦੇਖਦਾ ਰਿਹਾ ਪੰਜਾਬ ਯੂਨੀਵਰਸਿਟੀ ਵਿੱਚ, ਜਦੋਂ ਅਖੀਰ ਦੇ ਵਿੱਚ ਸਾਰੇ ਐਕਟਰ ਜਿਹੜੇ ਉਹ ਖੜ੍ਹੇ ਹੁੰਦੇ ਸੀਗੇ ਅਤੇ ਉਸ ਵੇਲੇ ਡਾਕਟਰ ਸਾਹਿਬ ਉਹਨਾਂ ਦੇ ਵਿੱਚ ਆ ਕੇ ਖੜ੍ਹਦੇ ਹੁੰਦੇ ਸੀਗੇ ਅਤੇ ਉਹ ਤਾਂ ਉਹਨਾਂ ਦਾ ਪਿੱਛੇ ਰਹਿ ਕੇ ਕੰਮ ਕਰਨਾ ਹੁੰਦਾ। ਅਤੇ ਫਿਰ ਉਹਨਾਂ ਦੀ ਮਿਹਨਤ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਜਿਹੜੇ ਐਕਟਰ ਜਿਹੜੇ ਆ ਉਹ ਕਿਸ ਤਰ੍ਹਾਂ ਆਪਣੇ ਡਾਇਰੈਕਟਰ ਨੂੰ ਉਹਦੇ ਨਾਲ ਪੇਸ਼ ਆ ਰਹੇ ਹੁੰਦੇ ਆ, ਉਹਨਾਂ ਨਾਲ ਉਹਨਾਂ ਨੂੰ ਟੱਚ ਕਰ ਰਹੇ ਹੁੰਦੇ ਆ, ਉਹਨਾਂ ਦੀ ਨੇੜਤਾ ਮਹਿਸੂਸ ਕਰ ਰਹੇ ਹੁੰਦੇ ਆ। ਅਤੇ ਡਾਕਟਰ ਸਾਹਿਬ ਅਤੇ ਅੱਜ ਦਾ ਲੈਕਚਰ ਇਹਦੇ ਬਾਰੇ ਮੈਂ ਕੀ ਕਹਾਂ, ਸਾਰੇ ਦਰਸ਼ਕਾਂ ਨੇ ਸਰੋਤਿਆਂ ਨੇ ਸੁਣਿਆ ਅਤੇ ਸਾਰਿਆਂ ਨੂੰ ਬੜਾ ਮਧੁਰ ਜਿਹਾ ਮੱਠਾ ਸਾਨੂੰ ਆਨੰਦ ਆ ਰਿਹਾ ਸੀਗਾ ਤੁਹਾਡੀਆਂ ਗੱਲਾਂ ਸੁਣ ਕੇ, ਨਾਲ ਰੌਸ਼ਨੀ ਮਿਲ ਰਹੀ ਸੀਗੀ। ਅਤੇ ਮੈਂ ਭਾਵੇਂ ਜਿਹੜਾ ਸਾਡਾ ਪੰਜਾਬ ਦਰਸ਼ਨ ਹੈ ਇਹ ਕੋਈ ਐਡਵਰਟਾਈਜ਼ਮੈਂਟ ਦਾ ਸਾਧਨ ਨਹੀਂ ਹੈ, ਪਰ ਫਿਰ ਵੀ ਮੇਰੇ ਤੋਂ ਰਿਹਾ ਨਹੀਂ ਜਾਂਦਾ ਮੈਂ ਕਹਾਂ ਕਿ ਜਿਹੜੇ ਵੀ ਸੱਜਣ ਇਸ ਅੱਜ ਦੇ ਇਸ ਵਿਖਿਆਨ ਨੂੰ ਜਿਨ੍ਹਾਂ ਨੇ ਸੁਣਿਆ, ਉਹ ਆਪੋ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਾਂ ਜਿਹੜੀਆਂ ਸਾਡੀਆਂ ਰੰਗਮੰਚ ਦੇ ਕੋਈ ਸਾਡੇ ਕੇਂਦਰ ਜਿਹੜੇ ਬਣੇ ਹੋਏ ਆ, ਉਹਨਾਂ ਨੂੰ ਬੇਨਤੀ ਆ ਕਿ ਡਾਕਟਰ ਸਾਹਿਬ ਦੀਆਂ ਇਹਨਾਂ ਗੱਲਾਂ ਤੋਂ ਦੀ ਰੌਸ਼ਨੀ ਦੇ ਵਿੱਚ ਮੈਂ ਸਮਝਦਾ ਕਿ ਆਪ ਵੀ ਕੰਮ ਕੀਤਾ ਜਾਵੇ। ਅਤੇ ਉਹ ਕਿਤੇ ਦੂਰ ਨਹੀਂ ਹੈਗੇ ਚੰਡੀਗੜ੍ਹ ਤੋਂ, ਉਹ ਜੇ ਜਲੰਧਰ 1 ਮਹੀਨਾ ਲਗਾਤਾਰ ਆ ਕੇ ਕੰਮ ਕਰਾ ਸਕਦੇ ਆ, ਉਹ ਅੰਮ੍ਰਿਤਸਰ ਵੀ ਕਰਵਾ ਸਕਦੇ ਆ, ਉਹ ਫਗਵਾੜੇ ਵੀ ਕਰਾ ਸਕਦੇ ਆ, ਰੋਪੜ ਵੀ ਕਰਵਾ ਸਕਦੇ ਆ, ਹਰ ਸ਼ਹਿਰ ਵਿੱਚ ਕਰਵਾ ਸਕਦੇ ਆ। ਅਤੇ ਮੇਰੀ ਇਹ ਬੇਨਤੀ ਆ ਕਿ ਉਹਨਾਂ ਡਾਕਟਰ ਸਾਹਿਬ ਦੀ ਜਿਹੜੀ ਰਹਿਨੁਮਾਈ ਆ ਉਹ ਜ਼ਰੂਰ ਉਹਦਾ ਕੋਈ ਉਹਨੂੰ ਹਾਸਲ ਕੀਤਾ ਜਾਵੇ, ਉਹਦੀ ਵਰਤੋਂ ਕੀਤੀ ਜਾਵੇ, ਉਹ ਤੋਂ ਕੁਝ ਸਿੱਖਿਆ ਜਾਵੇ। ਅਤੇ ਮੈਂ ਡਾਕਟਰ ਸਾਹਿਬ ਬਹੁਤ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਆਪਣਾ ਸਮਾਂ ਦਿੱਤਾ ਸਾਨੂੰ ਔਰ ਕਾਫੀ ਜ਼ਿਆਦਾ ਸਮਾਂ ਦਿੱਤਾ। ਅਤੇ ਇੱਕ ਖਾਸ ਚੀਜ਼ ਇਹ, ਤੁਹਾਡੇ ਡਾਕਟਰ ਸਾਹਿਬ 2 ਚਹੇਤੇ ਤੁਹਾਨੂੰ ਪਿਆਰ ਕਰਨ ਵਾਲੇ ਸੱਜਣ ਪ੍ਰੋਫੈਸਰ ਪਰਮਿੰਦਰ ਸਿੰਘ ਉੱਪਲ ਖਾਲਸਾ ਕਾਲਜ ਅੰਮ੍ਰਿਤਸਰ ਤੋਂ, ਅਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਹਰਪ੍ਰੀਤ ਕੌਰ KMV ਕਾਲਜ ਜਲੰਧਰ ਤੋਂ, ਉਹਨਾਂ ਨੇ ਸਪੈਸ਼ਲ ਮੈਸੇਜ ਭੇਜ ਕੇ ਕਿਹਾ ਕਿ ਡਾਕਟਰ ਸਾਹਿਬ ਨੂੰ ਸਾਡਾ ਜਿਹੜਾ ਸਤਿਕਾਰ ਹੈ ਕਹਿੰਦੇ ਪੁੱਜਦਾ ਕਰ ਦਿਓ। ਉਹ ਪ੍ਰੋਗਰਾਮ ਦੇਖ ਵੀ ਰਹੇ ਆ। ਅਤੇ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ। ਅਤੇ ਸਾਡੀ ਰਵਾਇਤ ਹੈ, ਜਿਵੇਂ ਅਸੀਂ ਰੇਡੀਓ ਪੁਰਾਣੇ ਜ਼ਮਾਨੇ ਸੁਣਦੇ ਹੁੰਦੇ ਸੀਗੇ, ਉਹਦੇ ਵਿੱਚ ਜਿਹੜੇ ਚਿੱਠੀਆਂ ਲਿਖਣ ਵਾਲੇ ਉਹਨਾਂ ਦੇ ਨਾਂ ਲੈਂਦੇ ਹੁੰਦੇ ਸੀਗੇ, ਅਤੇ ਮੈਂ ਉਹ ਨਾਂ ਜ਼ਰੂਰ ਲੈਣੇ ਚਾਹੂੰਗਾ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਦੇਖਿਆ ਅਤੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਮੈਸੇਜ ਭੇਜੇ, ਸ਼ੁਭ ਕਾਮਨਾਵਾਂ ਭੇਜੀਆਂ, ਤਾਰੀਫ ਕੀਤੀ। ਉਹਨਾਂ ਵਿੱਚ ਰੇਸ਼ਮ ਸਿੰਘ, ਗੁਰਸੇਵਕ, ਗੁਰੂ ਭਮਰਾ, ਮਲਕੀਅਤ ਸਿੰਘ ਜੰਡਿਆਲਾ, ਗੁਰਬਚਨ ਸਿੰਘ ਸਾਗਰੀ ਅੰਡੇਮਾਨ ਤੋਂ, ਸੁਰਿੰਦਰ ਮੋਹਨ ਸਿੰਘ ਸਿੱਧੂ ਜਾੜਲੇ ਤੋਂ, ਬਲਿਹਾਰ ਸਿੰਘ ਬੈਂਸ, ਜੋਗਿੰਦਰ ਸਿੰਘ ਬੇਦੀ, ਲਖਵੀਰ ਸਿੱਧੂ, ਅਸ਼ਵਿੰਦਰ ਕੌਰ USA ਤੋਂ, ਦਵਿੰਦਰ ਸਿੰਘ ਭੁੱਲਾਰਾਈ, ਪ੍ਰਭਜੋਤ ਕੌਰ ਆਲ ਇੰਡੀਆ ਰੇਡੀਓ ਤੋਂ, ਡਾਕਟਰ ਹਰਪ੍ਰੀਤ ਕੌਰ KMV ਕਾਲਜ, ਡਾਕਟਰ ਪਰਮਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ, ਡਾਕਟਰ ਮਨਜਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸੁਮਨਦੀਪ, ਅਜੈ ਕੁਮਾਰ, ਜਸਪਾਲ ਫਿਰਦੌਸੀ ਪੰਜਾਬ ਯੂਨੀਵਰਸਿਟੀ ਦਾ ਰਿਸਰਚ ਸਕਾਲਰ, ਪ੍ਰੋਫੈਸਰ ਹਰਜਿੰਦਰ ਸਿੰਘ ਸੇਖੋਂ ਲੈਲਪੁਰ ਖਾਲਸਾ ਕਾਲਜ ਜਲੰਧਰ, ਅਮਨਪ੍ਰੀਤ, ਹਰਪ੍ਰੀਤ ਦਰੋਚ, ਤਲੋਚਨ ਸਿੰਘ, ਪ੍ਰਿਆ ਆਨੰਦ। ਇਹ ਪ੍ਰਿਆ ਆਨੰਦ ਉੱਥੋਂ ਦੀ ਵਿਦਿਆਰਥੀ ਹੈ, ਇਸ ਵੇਲੇ ਸ਼ਾਇਦ ਉਹ ਥੀਏਟਰ ਡਿਪਾਰਟਮੈਂਟ 'ਚ ਕਰ ਚੁੱਕੀ ਹੈ ਜਾਂ ਕਰ ਰਹੀ ਹੋਣੀ ਹੈ, ਇਹ ਨਾਟਕ ਦੀ ਹੀ ਉਹਨਾਂ ਦੀ ਕਰਮੀ ਆ। ਪਰਮਿੰਦਰ ਸਿੰਘ, ਰਾਜਵਿੰਦਰ ਸਿੰਘ ਬਾੜਾ, ਕੇਸ਼ਵ ਜੈਨ, ਸੁਰਿੰਦਰ ਸਿੰਘ USA ਤੋਂ, ਜੀਵਨ ਸੰਗਮ, ਲਵੀ ਖੱਤਰੀ, ਭਾਰਤ ਸ਼ਰਮਾ, ਮਨਪ੍ਰੀਤ ਪੰਜਾਬ ਕੇਸਰੀ ਤੋਂ, ਪ੍ਰੀਤ ਕੌਰ ਵਿਰਕ, ਜਰਨੈਲ ਫੰਗੂਰੇ, ਲਖਵੀਰ ਸਿੰਘ, ਭਾਰਤ ਸ਼ਰਮਾ, ਪ੍ਰੋਫੈਸਰ ਸੁਨੀਲ ਕੁਮਾਰ, ਗੁਰਦਾਸ ਡਡਵਾਲ, ਰਮਾ ਰਤਨ ਜੀ, ਇਹਨਾਂ ਨੇ ਖਾਸ ਤੁਹਾਨੂੰ ਪਿਆਰ ਭੇਜਿਆ ਜੀ। ਰਵੀ ਕੁਮਾਰ, ਰਾਜਵਿੰਦਰ ਸੋਹਲ, ਦੀਦਾਰ ਛੇਤਰਾ, ਬੜੇ ਪ੍ਰਸਿੱਧ ਪੱਤਰਕਾਰ ਨਵਾਂ ਸ਼ਹਿਰ ਤੋਂ, ਇਹਨਾਂ ਨੇ ਸਾਰਿਆਂ ਨੇ ਤੁਹਾਡੇ ਲੈਕਚਰ ਦੀ ਤਾਰੀਫ ਕੀਤੀ ਹੈ ਅਤੇ ਤੁਹਾਨੂੰ ਸੁਣਿਆ ਇਹਨਾਂ ਨੇ, ਅਤੇ ਬਹੁਤ ਬਹੁਤ ਇਹਨਾਂ ਸਾਰਿਆਂ ਵੱਲੋਂ
ਤੁਹਾਡਾ ਸਤਿਕਾਰ। ਅਤੇ ਡਾਕਟਰ ਸਾਹਿਬ ਹੋਰ ਵੀ ਬਹੁਤ ਸਾਰੇ ਉਹ ਬਾਅਦ 'ਚ ਫੋਨ ਕਰਕੇ ਦੱਸ ਰਹੇ ਹੁੰਦੇ ਆ, ਜਿਹੜੇ ਲੈਕਚਰ ਬਾਅਦ ਵਿੱਚ ਸੁਣਦੇ ਆ, ਕਿ USA ਦੇ ਵਿੱਚ ਸਵਰਨਜੀਤ ਬਰਾੜ ਹੈਗੇ ਆ, ਉਹ ਕੰਮ 'ਤੇ ਗਏ ਹੁੰਦੇ ਆ। ਜਦੋਂ ਕੰਮ ਤੋਂ ਛੁੱਟੀ ਕਰਕੇ ਆਉਂਦੇ ਆ ਅਤੇ ਉਹ ਸੈਟਰਡੇ ਨੂੰ ਹਰ ਹਾਲਤ ਵਿੱਚ ਪਹਿਲਾਂ ਆ ਕੇ ਲੈਕਚਰ ਸੁਣਦੇ ਆ। ਉਹ ਘਰੇ ਫੋਨ ਕਰਕੇ ਕਹਿੰਦੇ ਕਿ ਮੇਰੀ ਚਾਹ ਉੱਪਰ ਕਮਰੇ ਵਿੱਚ ਭੇਜ ਦਿਓ। ਉਹ ਫਿਰ TV ਦੇ ਵਿੱਚ ਲੈ ਕੇ ਆ ਕੇ ਲੈਕਚਰ ਦੇਖਦੇ ਹੁੰਦੇ ਆ। ਉਹ ਭਾਵੇਂ ਅੱਜ ਇਸ ਵੇਲੇ ਨਹੀਂ ਦੇਖ ਰਹੇ, ਪਰ ਉਹ ਸ਼ਨੀਵਾਰ ਨੂੰ ਜ਼ਰੂਰ ਸੁਣਨਗੇ। ਸਵਰਨਜੀਤ ਬਰਾੜ, ਉਹਨਾਂ ਦੇ ਵੱਲੋਂ ਵੀ ਤੁਸੀਂ ਪਿਆਰ ਸਤਿਕਾਰ ਕਬੂਲ ਕਰਨਾ। ਅਤੇ ਡਾਕਟਰ ਸਾਹਿਬ, ਅਖੀਰ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਕੁਛ ਬਹੁਤ ਹੀ ਬਰੀਕ ਜਿਹੀਆਂ, ਬੜੀਆਂ ਸੂਖਮ ਜਿਹੀਆਂ ਗੱਲਾਂ ਹੁੰਦੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸੁਹਜ ਅਤੇ ਸਹਿਜ ਦੇ ਸਹਿਯੋਗੀ ਪ੍ਰੋਫੈਸਰ ਪਰਮਿੰਦਰ ਸਿੰਘ ਅਤੇ ਪ੍ਰੋਫੈਸਰ ਹਰਪ੍ਰੀਤ ਸਿੰਘ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਦਰਸ਼ਨ ਦੀ ਸਿਰਜਕ ਟੀਮ ਹਰਮੀਤ, ਜਸਕਰਨ, ਕਮਲੇਸ਼, ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ, ਦਿਲਦਾਰ ਅਤੇ ਮਹਿਤਾਬ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅਖੀਰ ਦੇ ਵਿੱਚ, ਸਭ ਤੋਂ ਅਖੀਰ 'ਚ, ਪੰਜਾਬ ਦਰਸ਼ਨ ਦਾ ਆਧਾਰ ਕੁਲਵਿੰਦਰ ਕੌਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਕਾਰਨ ਅਸੀਂ ਇਹ ਪ੍ਰੋਗਰਾਮ ਕਰ ਸਕਦੇ ਹਾਂ। ਅਤੇ ਡਾਕਟਰ ਸਾਹਿਬ, ਜਾਂਦੇ ਜਾਂਦੇ ਕੋਈ ਗੱਲ ਹੋਰ ਤੁਹਾਡੇ ਮਨ ਵਿੱਚ ਹੋਵੇ, ਤੁਸੀਂ ਕਹਿਣੀ ਚਾਹੋ? ਸਭ ਨੂੰ ਦਰਜਾ ਬਦਰਜਾ ਧੰਨਵਾਦ, ਪਿਆਰ, ਅਸੀਸ ਜੋ ਜਿਸ ਨੂੰ ਸੋਭਦਾ ਹੋਵੇ ਕਬੂਲ ਕਰੋ। ਅਤੇ ਸਭ ਤੋਂ ਵੱਧ ਤਾਂ ਤੁਹਾਨੂੰ ਪ੍ਰੋਫੈਸਰ ਅਵਤਾਰ ਜੀ, ਜਿਨ੍ਹਾਂ ਨੇ ਉੱਦਮ ਸਹੇੜਿਆ। ਇੱਕ ਗੱਲ ਵੀ ਛੋਟੀ ਤੁਸੀਂ ਕਹੀ ਸੀ, ਹਾਂ, ਮੈਂ ਉਹ ਚਾਹਾਂਗਾ ਕਿ ਉਸ ਦਾ ਖਿਆਲ ਰੱਖਿਆ ਜਾਵੇ, ਪਰ ਸਾਨੂੰ ਸਮਝ ਤਾਂ ਆਉਂਦੀ ਹੈ ਕਿ ਜੇ ਸਾਨੂੰ ਕਿਤੋਂ ਕੁਛ ਪ੍ਰੇਰਣਾ ਮਿਲ ਜਾਵੇ। ਰਾਜ ਕਪੂਰ ਖੁਦ ਬਹੁਤ ਅੱਛੇ ਸਿੰਗਰ ਸਨ। ਰਾਜ ਕਪੂਰ ਬੜੀ ਐਕਿਊਟ ਮਿਊਜ਼ਿਕ ਦੀ ਸੈਂਸ ਸੀ। ਪ੍ਰਿਥਵੀ ਥੀਏਟਰ 'ਚ ਉਹਨਾਂ ਦੀ ਗਰੂਮਿੰਗ ਹੋਈ ਹੈ। ਪਿਤਾ ਜੀ ਨੇ ਕੋਈ ਬਹੁਤੀ ਮਦਦ ਨਹੀਂ ਕੀਤੀ, ਕਿਉਂਕਿ ਸਾਰੇ ਬੱਚਿਆਂ ਬਾਰੇ ਇੱਦਾਂ ਹੀ ਸੋਚਦੇ ਨੇ ਕਿ ਇੱਦਾਂ, ਪਰ ਆਪਣੇ ਪੈਰਾਂ 'ਤੇ ਖੁਦ ਬਣੇ। ਅਤੇ ਉਦੋਂ ਜਦੋਂ ਕਿ ਈਵਨ ਅੱਜ ਵੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਬੰਦਾ ਕਹਿੰਦਾ ਮੈਂ ਖੁਦ ਗਾ ਲਵਾਂ, ਉਹ ਖੁਦ ਗਾ ਸਕਦੇ ਸੀ। ਉਸਦੇ ਬਾਵਜੂਦ ਜਦੋਂ ਉਹਨਾਂ ਨੇ ਮੁਕੇਸ਼ ਨੂੰ ਸੁਣਿਆ ਅਤੇ ਉਸਦੀ ਆਵਾਜ਼ ਉਹਨਾਂ ਨੂੰ ਲੱਗਿਆ ਕਿ ਮੇਰੀ ਆਵਾਜ਼ ਵਰਗੀ ਹੈ, ਤਾਂ ਉਹਨਾਂ ਨੇ ਇਹ ਕੰਮ ਉਹਦੇ ਜ਼ਿੰਮੇ ਲਾ ਦਿੱਤਾ। ਅਤੇ ਇਹ ਤਾਂ ਇਤਿਹਾਸ ਗਵਾਹ ਹੈ ਕਿ ਕਿੰਨੇ ਅਮਰ ਗੀਤ ਉਹਨਾਂ ਨੇ ਦਿੱਤੇ ਨੇ ਮੁਕੇਸ਼ ਦੀ ਆਵਾਜ਼ ਦੇ ਮਾਧਿਅਮ ਨਾਲ। ਇਹ ਮੈਂ ਤੁਹਾਡੀ ਗੱਲ ਦੀ ਤਾਈਦ ਕਰ ਰਿਹਾ। ਤੁਸੀਂ ਕਿਹਾ ਕਿ ਅਸੀਂ ਕੇਂਦਰਿਤ ਹੋ ਕੇ ਜਿਹੜਾ ਕੰਮ ਕਰਨਾ ਚਾਹੀਏ ਉਸ ਦੇ ਉੱਤੇ ਜ਼ਿਆਦਾ ਕੇਂਦਰਿਤ ਹੋ ਗਏ ਅਤੇ ਆਪਣੇ ਆਪ ਨੂੰ ਵੀ ਜ਼ਿਆਦਾ ਇੰਪਰੂਵ ਕਰਦੇ ਰਹਿਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਸਭ ਦੇ ਕੋਲ ਸਮਰੱਥਾ ਹੁੰਦੀ ਹੈ, ਅਸੀਂ ਉਨਾ ਟਾਈਮ ਸ਼ਾਇਦ ਨਹੀਂ ਦੇ ਸਕਦੇ, ਉਨੀ ਬਿਰਤੀ ਨਹੀਂ ਲਗਾ ਸਕਦੇ। ਸੋ ਜੇ ਆਖਿਰ 'ਚ ਮੈਂ ਕੁਝ ਕਹਿਣਾ ਤਾਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਸਾਰੇ ਉਨੇ ਹੀ ਸਮਰੱਥ ਹਾਂ। ਮੈਂ ਆਪਣੇ ਆਪ ਨੂੰ ਇੱਕ ਬਹੁਤ ਹੀ ਸਧਾਰਨ ਵਿਅਕਤੀ ਸਮਝਦਾ ਕਿ ਜੇ ਮੈਂ ਕੋਸ਼ਿਸ਼ ਕਰਕੇ ਸਭ ਕੁਝ ਹਾਸਿਲ ਕਰ ਸਕਦਾ ਤਾਂ ਤੁਸੀਂ ਸਾਰੇ ਕਰ ਸਕਦੇ ਹੋ, ਮੇਰੇ ਤੋਂ ਵਧੀਆ ਕਰ ਸਕਦੇ ਹੋ। ਸੋ ਪਲੀਜ਼ ਕੈਰੀ ਔਨ ਵਿਦ ਯੋਰ ਡੈਡੀਕੇਸ਼ਨ। ਰੱਬ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਸੋ ਥੈਂਕ ਯੂ ਵੈਰੀ ਮਚ ਅਵਤਾਰ ਜੀ, ਖਾਸ ਤੌਰ 'ਤੇ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ ਅਤੇ ਸਾਰੇ ਸੁਣਨ ਵਾਲਿਆਂ ਦਾ। ਮੈਂ ਇਹਨਾਂ ਸਾਰਿਆਂ ਵਿੱਚੋਂ ਕਈਆਂ ਨਾਲ ਬਹੁਤ ਨਿੱਘ ਦੇ ਤੌਰ 'ਤੇ ਜੁੜਿਆ ਰਿਹਾ ਹਾਂ ਅਤੇ ਬਾਕੀ ਨਾਰਾਜ਼ ਨਾ ਹੋ ਜਾਣ, ਇਸ ਲਈ ਮੈਂ ਨਾਂ ਸਭ ਦੇ ਲੈਣ ਲਈ ਕਈ ਵਾਰੀ ਭੁੱਲ ਵੀ ਜਾਂਦਾ। ਇੰਨੇ ਨਾਂ ਲਿੱਤੇ ਨੇ ਤੁਸੀਂ, ਤਾਂ ਮੈਂ ਸਭ ਦਾ ਦਰਜਾ ਬਦਰਜਾ ਅਭਿਵਾਦਨ ਕਰਦਾ। ਥੈਂਕ ਯੂ ਵੈਰੀ ਮਚ। ਇਜਾਜ਼ਤ ਹੈ। ਬਹੁਤ ਮਿਹਰਬਾਨੀ ਸਰ। ਐ ਪੰਜਾਬ ਐ ਪੰਜਾਬ ਹੈ ਪੰਜਾਬ